ਉਹਨਾਂ ਦਾ ਇੱਥੇ ਆਇਆ ਨੂੰ ਕੀ ਆਇਆ ਕਿ ਉਹ ਸਾਨੂੰ ਸਿੱਖਿਆ ਦੇਣ ਲਈ ਤੇ ਗੁਰਬਾਣੀ ਚੋਂ ਜਪਜੀ ਸਾਹਿਬ ਚੋਂ ਜਾਂ ਸੁਖਮਨੀ ਸਾਹਿਬ ਤੋਂ ਜਿੱਥੋਂ ਵੀ ਇਹਨਾਂ ਦਾ ਦਿਲ ਕਰਦਾ ਉੱਥੋਂ ਇਹ ਸਾਨੂੰ ਗੁਰਬਾਣੀ ਚੋਂ ਅੱਜ ਉਮੀਦ ਹੈ ਗੁਰੂ ਗ੍ਰੰਥ ਸਾਹਿਬ ਜੀ ਤੋਂ ਇਹ ਸਾਨੂੰ ਸਿੱਖਿਆ ਦੇਣਗੇ। ਤੇ ਇਹਨਾਂ ਤੋਂ ਪਹਿਲਾਂ ਇੰਦਰ ਸਿੰਘ ਜੀ ਬਰਾੜ ਸਾਨੂੰ ਸਿਹਤ ਬਾਰੇ ਬੜਾ ਸੋਹਣਾ ਦੱਸ ਕੇ ਗਏ ਨੇ ਤੇ ਬੁੱਕ ਵੀ ਰਿਲੀਜ਼ ਕਰ ਰਹੇ ਨੇ। ਇਹ ਕੁਦਰਤੀ ਖੇਤੀ ਬਾਰੇ ਵੀ ਇਹਨਾਂ ਨੇ ਥੋੜ੍ਹਾ ਜਿਹਾ ਟੱਚ ਕੀਤਾ ਤੇ ਮੈਂ ਵੀ ਉਹਦੇ 'ਚ 2004 ਤੋਂ ਜੁੜਿਆ ਹੋਇਆ ਸੀ। ਜ਼ਹਿਰਾਂ ਦਾ ਜਿਸ ਤਰ੍ਹਾਂ ਕੈਪਟਨ ਸਾਹਿਬ ਨੇ ਦੱਸਿਆ ਵੀ ਬਹੁਤ ਸਾਰੀਆਂ ਸਪਰੇਹਾਂ ਹੁੰਦੀਆਂ ਸੀ ਆਪਣੇ ਪੰਜਾਬ ਹਰਿਆਣੇ 'ਚ ਤੇ ਉਹ ਸਪਰੇਹਾਂ ਦੇ ਨਾਲ ਆਪਣੇ ਜਿਹੜੇ ਪਾਲਤੂ ਜਿਹੜੇ ਜੀਵ ਜੰਤੂ ਸਾਡੇ ਕੀੜੇ ਮਕੌੜੇ ਜਿਹੜੇ ਹੁੰਦੇ ਸੀ ਉਹ ਆਪਾਂ ਆਪ ਮਾਰ ਦਿੰਦੇ ਸੀ, ਜਿਹੜੀਆਂ ਬਿਮਾਰੀਆਂ ਨੂੰ ਖਤਮ ਕਰਦੇ ਸੀ ਉਹਨਾਂ ਨੂੰ ਮਾਰ ਦਿੰਦੇ ਸੀ। ਤੇ ਉਹਦੇ ਵਾਸਤੇ ਕੁਦਰਤੀ ਖੇਤੀ ਵਾਲੇ ਗੁਰੂ ਨਾਨਕ ਦੇਵ ਜੀ ਦੀ ਖੇਤੀ ਨੂੰ ਲੈ ਕੇ ਅਮਰਿੰਦਰ ਦੱਤ ਜੀ ਨੇ ਬਹੁਤ ਵਧੀਆ ਪ੍ਰਚਾਰ ਕੀਤਾ ਤੇ ਉਹਨਾਂ ਨੇ ਦੱਸਿਆ ਕਿ ਸਪਰੇਹਾਂ ਦੇ ਨਾਲ ਜਿਹੜੇ ਸਾਡੇ ਜੀਵ ਜੰਤੂ ਆ ਕੇ ਕਣਕਾਂ ਤੇ ਜਾਂ ਮੱਕੀ ਤੇ ਜਾਂ ਹੋਰ ਕਿਸੇ ਤੇ ਕਾਟੂਆਂ ਐਰਾ ਵਗੈਰਾ ਜਿਹੜੀਆਂ ਆ ਕੇ ਜਾਨਵਰ ਸਾਡੇ ਚੁਗਿਆ ਕਰਦੇ ਸੀ ਛੱਲੀਆਂ ਨੂੰ ਜਾਂ ਕਣਕ ਦੇ ਛੱਲੀਆਂ ਨੂੰ, ਉਹ ਆ ਕੇ ਚਿੜੀਆਂ ਖਾਇਆ ਕਰਦੀਆਂ ਸੀ, ਉਹ ਮਰ ਗਈਆਂ। ਕੋਈ ਵੀ ਜਾਨਵਰ ਜਿਹੜੇ ਇਸ ਤਰ੍ਹਾਂ ਦੇ ਉਹ ਸਾਡੇ ਚਿੜੀਆਂ ਜਿਹੜੀਆਂ ਤਕਰੀਬਨ ਪੰਜਾਬ 'ਚ ਹਰਿਆਣੇ 'ਚ ਖਤਮ ਹੋ ਗਈਆਂ ਸੀ। ਉਸ ਉਹਨਾਂ ਨੂੰ ਬਚਾਉਣ ਵਾਸਤੇ ਉਹਨਾਂ ਨੇ ਕੁਦਰਤੀ ਖੇਤੀ ਦਾ ਜਿਹੜਾ 2004 ਤੋਂ ਪਹਿਲਾਂ ਆਰੰਭ ਕੀਤਾ ਸੀ ਤੇ ਉਹ ਆਰੰਭ ਕਰਦੇ ਕਰਦੇ ਉਹ 5000 ਏਕੜ ਜਿਹੜਾ ਆਪਣੇ ਪੰਜਾਬ ਦੇ ਅੰਦਰ ਲੈ ਗਏ ਸੀ। ਤੇ ਹੁਣ ਉਹ ਕੁਦਰਤੀ ਖੇਤੀ ਹੈ ਜਿਹੜੀ ਉਹ ਹੋਰ ਵੱਧ ਕੇ ਚਲੀ ਗਈ ਅੱਗੇ। ਤੇ ਇਹਦੇ ਨਾਲ ਹੀ ਉਹਨਾਂ ਨੇ ਹੁਣ ਇੱਕ ਮੋਟੇ ਅਨਾਜ ਜਿਹੜੇ ਨੇ ਉਹ ਜਿਹੜੇ ਗੁਰੂ ਨਾਨਕ ਦੇਵ ਜੀ ਨੇ ਉਦੋਂ ਕੁਦਰਤ ਜਿਹੜੀ ਰੋਟੀ ਖਾਧੀ ਜੀ ਕੋਧਰੇ ਦੀ, ਉਹ ਕੋਧਰੇ ਦਾ ਤੇ ਇੱਕ ਜਿਹੜੀ ਅਸੀਂ ਹਰੀ ਕੰਗਣੀ ਤੇ ਇਸ ਤਰ੍ਹਾਂ ਦੇ 5-7 ਅਨਾਜ ਜਿਹੜੇ ਨੇ ਉਹਨਾਂ ਦਾ ਪ੍ਰਚਾਰ ਕਰਨ ਲੱਗੇ ਨੇ, ਜਿਹੜੇ ਜ਼ਿਆਦਾ ਮਹਾਰਾਸ਼ਟਰ 'ਚ ਜਾਂ ਕੇਰਲਾ 'ਚ ਉਧਰਲੀ ਸਾਈਡ ਹੁੰਦੇ ਨੇ। ਤੇ ਉਹਨਾਂ ਦੇ ਨਾਲ ਉਹ ਬਹੁਤ ਸੋਹਣੇ ਆਪਣੇ ਲੋਕ ਜਿਹੜੇ ਨੇ ਉਸ ਨੂੰ ਗ੍ਰਹਿਣ ਕਰ ਲਿਆ ਤੇ ਉਹ ਲੋਕ ਇਸ ਨੂੰ ਪ੍ਰਚਾਰ ਰਹੇ ਨੇ। ਪ੍ਰਚਾਰ ਕਰਕੇ ਤੇ ਸਿਹਤਾਂ ਜਿਹੜੀਆਂ ਉਹ ਬਚਾ ਰਹੇ ਨੇ। ਜਿਹੜੀ ਅੱਜ ਲੋੜ ਹੈ ਸਾਨੂੰ ਸਿਹਤ ਦੀ ਤੇ ਐਜੂਕੇਸ਼ਨ ਦੀ, ਉਸ 'ਤੇ ਉਹ ਲੱਗੇ ਹੋਏ ਨੇ। ਤੇ ਆਪਾਂ ਵੀ ਇੱਥੇ ਬੈਠ ਕੇ ਮੇਰਾ ਖਿਆਲ ਹੈ ਵੀ ਹਰ ਵਾਰੀ ਹਰ ਰੋਜ਼ ਸਵੇਰੇ ਵੀ ਸ਼ਾਮ ਨੂੰ ਵੀ ਬੜੀ ਚਿੰਤਾ ਕਰਦੇ ਆ ਆਪਣੀ ਵੀ ਸਾਡੀ ਜਿਹੜੀਆਂ ਸਿਹਤਾਂ ਜਿਹੜੀਆਂ ਖਤਮ ਹੋ ਰਹੀਆਂ, ਸਾਡੀ ਐਜੂਕੇਸ਼ਨ ਜਿਹੜੀ ਆ ਖਤਮ ਹੋ ਰਹੀ ਹੈ। ਅਸੀਂ ਰਾਜਨੀਤਿਕ ਤੌਰ ਤੇ ਇੱਥੇ ਪਹੁੰਚ ਗਏ ਜਾਂ ਅਸੀਂ ਵਿਕਾਸ ਦੇ ਤੌਰ ਤੇ ਇੱਥੇ ਪਹੁੰਚ ਗਏ। ਉਹ ਲਗਾਤਾਰ ਆਪਾਂ ਸਾਰੇ ਇੱਥੇ ਪ੍ਰਚਾਰਦੇ ਆ ਤੇ ਪ੍ਰਚਾਰਦੇ ਹੀ ਨਹੀਂ, ਬਹਿਸ ਵੀ ਕਰਦੇ ਆ। ਇੱਥੇ ਤੱਕ ਕਿ ਮੈਂ ਹੈਰਾਨ ਮੰਨ ਗਿਆ ਆ ਤੇਜ ਸਿੰਘ ਤੋਂ ਇੱਕ ਦਿਨ ਸੁਣ ਕੇ ਵੀ ਇਹ ਧਰਤੀ ਕਿਵੇਂ ਬਣੀ, ਜਿਹੜੇ ਕਿ ਜ਼ਿਆਦਾ ਸਾਨੂੰ ਕਮਿਊਨਿਸਟ ਦੱਸਦੇ ਹੁੰਦੇ ਸੀ ਵੀ ਧਰਤੀ ਕਿਵੇਂ ਬਣੀ ਤੇ ਕਿਸ ਤਰ੍ਹਾਂ ਉਹ ਸਾਇੰਸਦਾਨ ਦੱਸਦੇ ਹੁੰਦੇ ਸੀ। ਮੈਂ ਤੇਜ ਤੇ ਸੁਣ ਕੇ ਵੀ ਮੈਂ ਹੈਰਾਨ ਹੋਇਆ ਵੀ ਕਿਹਾ ਸਾਡੇ 'ਚ ਦੇਖੋ ਐਸੇ ਬੰਦੇ ਹੀ ਬੈਠੇ ਨੇ। ਤੇਜ ਤਾਂ ਮੈਂ ਕਹਿੰਦਾ ਵੀ ਇੱਕ ਸਾਡਾ ਭੰਡਾਰ ਹੈ, ਇਹ ਸਾਰੇ ਪੱਖ ਤੋਂ ਭੰਡਾਰ ਹੈ, ਹਰ ਇੱਕ ਪੱਖ ਤੇ ਤੇਜ ਜਿਹੜਾ। ਉਧਰ ਮੈਂ ਸੁਣ ਕੇ ਇਹਨਾਂ ਤੋਂ ਵੀ ਜਦੋਂ ਇਹਨਾਂ ਨੇ ਦੱਸਿਆ ਵੀ ਇਹ ਥੋੜਾ ਚਲੋ ਠੀਕ ਹੈ, ਕੁਝ ਜਿਤਨਾ ਇਹਨਾਂ ਦੇ ਮੁਤਾਬਕ ਹੈ ਇਹਨਾਂ ਨੇ ਦੱਸਿਆ ਤੇ ਉਹ ਜਿਹੜੀ ਧਰਤੀ ਕਿਸ ਤਰ੍ਹਾਂ ਬਣੀ, ਉਹ ਗੈਸਾਂ ਤੋਂ ਬਣੀ। ਗੈਸਾਂ ਤੋਂ ਬਣਨ ਤੋਂ ਬਾਅਦ ਉਹ ਗੋਲਾ ਸੀ, ਉਹ ਠੰਡੇ ਹੋ ਗਏ ਤੇ ਧਰਤੀ ਠੰਡੀ ਹੋ ਕੇ ਇੱਥੇ ਆ ਗਈ। ਮਤਲਬ ਬੜਾ ਮੈਂ ਸੁਣ ਕੇ ਹੈਰਾਨ ਹੋਇਆ ਵੀ ਦੇਖੋ ਇੱਕ ਬੰਦੇ ਨੂੰ ਜਿਹੜੇ ਆ ਅਨਪੜ੍ਹ ਕਹਿੰਦੇ ਆਪਾਂ ਕਦੀ ਇਹਨਾਂ ਨੂੰ ਬਹੁਤ ਨੌਲੇਜ ਇਹਨਾਂ ਨੇ ਉਦੋਂ ਲਈ ਤੇ ਹੋਰ ਵੀ ਬਹੁਤ ਭਗਤਾਂ ਬਾਰੇ ਤੇ ਗੁਰੂਆਂ ਬਾਰੇ ਇਹ ਤੁਹਾਨੂੰ ਦੱਸਦੇ ਨੇ। ਜਦੋਂ ਅਸੀਂ ਇਹਨਾਂ ਨੂੰ ਲਾ ਦਿੰਦੇ ਹਾਂ ਤੇ ਦੂਜੇ ਪਾਸੇ ਲਾ ਦਿੰਦੇ ਹਾਂ ਤਾਂ ਦੂਜੇ ਪਾਸੇ ਨੂੰ ਵੀ ਸ਼ੁਰੂ ਹੋ ਜਾਂਦੇ ਆ। ਪਰ ਇਹ ਬਹੁਤ ਵਧੀਆ ਇਹਨਾਂ ਨੇ ਸਾਨੂੰ ਉਦੋਂ ਜਿਹੜਾ ਬਹੁਤ ਵਧੀਆ ਜਿਹੜੇ ਹੈ ਇਹ ਸਾਨੂੰ ਦਿੰਦੇ ਆ। ਪਰ ਤੋੜਨ ਦੀ ਗੱਲ ਹੈ, ਇਹਨੂੰ ਸੰਭਾਲਣ ਦੀ ਗੱਲ ਹੈ ਵੀ ਅਸੀਂ ਸੰਭਾਲ ਲਈਏ, ਇਹਨੂੰ ਠੀਕ ਪਾਸੇ ਤੋਰੀਏ। ਠੀਕ ਪਾਸੇ ਤੋਰਦੇ ਹਾਂ ਤਾਂ ਇਹ ਠੀਕ ਪਾਸੇ ਬਹੁਤ ਵਧੀਆ ਚੱਲਦੇ ਆ। ਤੇ ਮੈਂ ਬਹੁਤਾ ਨਾ ਅੱਗੇ ਵੱਧਦਾ ਹੋਇਆ ਵੀ ਕਿਉਂਕਿ ਸਾਥੀ ਨੇ ਬਹੁਤ ਸੋਹਣਾ ਟਾਈਮ ਲੈ ਲਿਆ ਤੇ ਸਿਹਤ ਬਾਰੇ ਤੇ ਆਪਣੀ ਕਿਤਾਬ ਬਾਰੇ ਦੱਸਿਆ ਵੀ ਕਿਤਾਬ ਕਿਸ ਤਰ੍ਹਾਂ ਰਿਲੀਜ਼ ਕਰਨੀ ਹੈ ਅਸੀਂ। ਤੇ ਉਹ ਰਿਲੀਜ਼ ਦਾ ਵੀ ਦੱਸਦਿਆ ਇਹਨਾਂ ਨੇ 1 ਅਕਤੂਬਰ ਨੂੰ ਇਹਨਾਂ ਨੇ ਪ੍ਰੋਗਰਾਮ ਰੱਖਿਆ ਤੇ ਆਪਾਂ ਵੀ ਸਾਰੇ ਉੱਥੇ ਤਕਰੀਬਨ ਮੇਰੇ ਖਿਆਲ 5-7 ਸਾਥੀ ਤਾਂ ਉੱਥੇ ਜਾਂਦੇ ਹੀ ਨੇ। ਹੁਣ ਹਰ ਵੀਰਵਾਰ ਸਾਡੀ ਮੀਟਿੰਗ ਹੁੰਦੀ ਹੈ ਤੇ ਸੀਨੀਅਰ ਸਿਟੀਜ਼ਨ ਦੀ ਤੇ ਉੱਥੇ ਹੋਰ ਵੀ ਸਾਥੀ ਜਿਹੜੇ ਜਾਣਾ ਚਾਹੁੰਦੇ ਆ ਹਾਂਜੀ ਹਾਂ ਉਹ ਯਾਦ ਵੀ ਕਰਾ ਦੇਣਗੇ। ਤੇ ਹੁਣ ਮੈਂ
ਜਿਹੜਾ ਆਪਾਂ ਨੂੰ ਲਗਾਤਾਰ 27 ਜੁਲਾਈ ਨੂੰ ਵੀ ਇਹਨਾਂ ਨੇ ਆ ਕੇ ਸਰਦਾਰ ਰਾਮ ਸਿੰਘ ਜੀ ਨੇ ਚਹਿਲਾ ਨੇ ਅਗਾਂਹ ਵਧੂ ਵਿਚਾਰ ਰੱਖੇ ਸੀ ਆਪਣੇ ਨਾਲ, ਤੇ ਉਸ ਤੋਂ ਬਾਅਦ 16 ਅਗਸਤ ਨੂੰ ਇਹਨਾਂ ਨੇ ਆਪਾਂ ਨੂੰ ਬਹੁਤ ਹੀ ਵਿਸਤਾਰ ਨਾਲ ਦੱਸਿਆ ਸੀ ਵੀ ਕਿਸ ਤਰ੍ਹਾਂ ਮਨੁੱਖ ਹੈ ਜਿਹੜਾ ਮਨੁੱਖ ਨੂੰ ਅੱਜ ਲੋੜ ਹੈ, ਖਾਸ ਕਰਕੇ ਸਾਨੂੰ ਲੋੜ ਹੈ ਇੱਥੇ, ਖਾਸ ਕਰਕੇ ਕੈਨੇਡਾ ਲੋੜ ਹੈ ਪੰਜਾਬੀ ਦੀ ਤੇ ਆਪਣਾ ਜਿਹੜਾ ਸੱਭਿਆਚਾਰ ਬਚਾਉਣ ਦੀ ਤੇ ਨਾਲ ਸਿਹਤ ਦੀ, ਉਹ ਸਾਰਾ ਕੁਝ ਦੱਸਿਆ ਸੀ। ਅੱਜ ਮੈਂ ਇਹਨਾਂ ਨੂੰ ਬੇਨਤੀ ਕਰਾਂਗਾ ਕਿ ਗੁਰਬਾਣੀ ਚੋਂ ਸਾਨੂੰ ਆਪਣੇ ਵਿਚਾਰ ਸਾਂਝੇ ਕਰਨ ਸਾਡੇ ਨਾਲ, ਤਾਂ ਕਿ ਜਿਹੜੀ ਲਾਈਨ ਤੇ ਨਾਲ ਸਿੱਖ ਵੈਲਿਊ ਲਰਨਿੰਗ ਸੈਂਟਰ ਬਾਰੇ ਵੀ ਜ਼ਰੂਰ ਦੱਸ ਕੇ ਜਾਣ, ਪੰਜਾਬੀ ਬਾਰੇ, ਤੇ ਕਿਸ ਤਰ੍ਹਾਂ ਇਹ ਪੰਜਾਬੀ ਦਾ ਜਿਹੜਾ ਸਕੂਲ ਇਹ ਚਲਾ ਰਹੇ ਨੇ ਉਹਦੇ ਬਾਰੇ ਵੀ ਜ਼ਰੂਰ ਟੱਚ ਕਰਨ, ਪਰ ਗੁਰਬਾਣੀ ਬਾਰੇ ਪਹਿਲਾਂ ਇਹ ਦੱਸਣ, ਤਾਂ ਕਿ ਅਸੀਂ ਆਪਾਂ ਸਾਰੇ ਰਲ ਮਿਲ ਕੇ ਇਹਨਾਂ ਦਾ ਕੋਈ ਮਦਦ ਜਿਹੜੀ ਹੈ ਉਹ ਕਰ ਸਕੀਏ। ਤੇ ਮੈਂ ਹੁਣ ਸਰਦਾਰ ਰਾਮ ਸਿੰਘ ਚਹਿਲਾ ਜੀ ਨੂੰ ਬੇਨਤੀ ਕਰਦਾ ਹਾਂ ਕਿ ਇਹ ਆਪਣੇ ਵਿਚਾਰ ਸਾਂਝੇ ਕਰਨ। ਸਰਦਾਰ ਰਾਮ ਸਿੰਘ ਜੀ ਚਹਿਲਾ। ਜਿੱਥੇ ਵੀ ਗਿਆਨ ਦੀ ਵਿਚਾਰਧਾਰਾ ਚੱਲੇਗੀ, ਮਤ ਆਪਣੇ ਆਪ ਹੋਵੇਗੀ, ਮਤ ਆਪਣੇ ਆਪ ਜੀ ਜਾਏਗੀ। ਗਿਆਨ ਬਹੁਤ ਵਾਈਡ ਵਿਸ਼ਾ ਹੈ, ਇਹਦਾ ਕੋਈ ਇੱਕ ਸਬਜੈਕਟ ਨਹੀਂ ਹੈ। ਭਾਵੇਂ ਮੈਂ ਲੇਟ ਆਇਆ, ਪਰ ਮੈਨੂੰ ਜੋ ਪਤਾ ਲੱਗਿਆ, ਇੱਕ ਤਾਂ ਖੇਤੀ ਬਾਰੇ ਚਿੰਤਾਵਾਂ ਦਾ ਗਿਆਨ, ਉਹਦੇ ਸੋਲੂਸ਼ਨ ਦਾ ਗਿਆਨ ਤੁਹਾਡੇ ਨਾਲ ਵਿਚਾਰਿਆ ਗਿਆ। ਦੂਸਰੇ ਪਾਸੇ ਸਾਡੀ ਜ਼ਿੰਦਗੀ ਦਾ ਸਭ ਤੋਂ ਕੀਮਤੀ ਹਿੱਸਾ ਹੈ ਤੰਦਰੁਸਤੀ। ਉਹਦੇ ਪ੍ਰਤੀ ਜੋ ਅੰਦਰ ਚਿੰਤਾ ਤੇ ਚੇਤਨਾ ਵਿੱਚੋਂ ਨਿਕਲਿਆ ਹੋਇਆ ਗਿਆਨ, ਉਹ ਤੁਹਾਡੇ ਨਾਲ ਵਿਚਾਰਿਆ ਗਿਆ। ਸਾਡਾ ਇੱਕ ਵਿਰਸਾ ਸੀ, ਅਲੋਪ ਹੋ ਚੁੱਕਿਆ ਵਿਰਸਾ, ਖੰਭ ਲਾ ਕੇ ਉੱਡ ਚੁੱਕਿਆ ਵਿਰਸਾ। ਉਹ ਸੀ ਰਾਤ ਨੂੰ ਸੌਣ ਲੱਗੇ ਬੱਚੇ ਦੇ ਸਾਹਮਣੇ ਬਾਤਾਂ ਪਾਉਣੀਆਂ। ਇਹਨੂੰ ਬਾਤਾਂ ਸੁਣਾਉਣੀਆਂ ਕਹਿ ਲਵੋ, ਬਾਤਾਂ ਪਾਉਣੀਆਂ ਕਹਿ ਲਵੋ। ਕਿਸੇ ਘਰ ਵਿੱਚ ਉਹ ਬਾਤਾਂ ਪਾਉਣ ਵਾਲੀ ਮਾਂ ਹੁੰਦੀ ਸੀ, ਕਿਸੇ ਘਰ ਵਿੱਚ ਦਾਦੀ ਮਾਂ ਹੁੰਦੀ ਸੀ, ਕਿਤੇ ਕਿਤੇ ਨਾਨੀ ਮਾਂ ਵੀ ਬਾਤਾਂ ਪਾਉਣ ਵਾਲੀ ਹੁੰਦੀ ਸੀ, ਕਿਤੇ ਦਾਦਾ, ਨਾਨਾ, ਪਿਤਾ, ਚਾਚਾ, ਤਾਇਆ, ਕੋਈ ਵੀ ਹੋ ਸਕਦਾ ਹੈ, ਪਰ ਅੱਜ ਉੱਡ ਗਿਆ, ਉਹ ਕਲਚਰ ਉੱਡ ਗਿਆ ਸੀ। ਉਹ ਜਿਹੜੀਆਂ ਬਾਤਾਂ ਪਾਈਆਂ ਜਾਂਦੀਆਂ ਸੀ, ਉਹਦੇ 'ਚ ਇੱਕ ਫਿਕਸ਼ਨਲ ਸਟੋਰੀ ਹੁੰਦੀ ਸੀ, ਕਲਪਨਾਤਮਕ ਸਟੋਰੀ। ਬਹੁਤੀਆਂ ਬਾਤਾਂ ਸ਼ੁਰੂ ਹੁੰਦੀਆਂ ਸੀ, ਇੱਕ ਚਿੜੀ ਸੀ, ਕਿਤੇ ਹੁੰਦਾ ਸੀ ਇੱਕ ਤਿਤਲੀ ਸੀ। ਉਹ ਸੀ ਭਾਵੇਂ ਨਹੀਂ ਸੀ। ਜੇ ਆਪਾਂ ਦੇਖੀਏ ਜਿਸ ਕਲਚਰ ਵਿੱਚ ਆਪਾਂ ਆ ਕੇ ਫਿੱਟ ਹੋ ਗਏ, ਆਪਣੀਆਂ ਅਗਲੀਆਂ ਪੀੜ੍ਹੀਆਂ ਫਿੱਟ ਕਰ ਦਿੱਤੀਆਂ, ਇਹਨਾਂ ਨੇ ਫਿਕਸ਼ਨਲ ਸਟੋਰੀਜ਼ ਰਾਹੀਂ ਦੁਨੀਆ ਨੂੰ ਬਹੁਤ ਕੁਝ ਦਿੱਤਾ। ਔਰ ਇਹਨਾਂ ਦੀਆਂ ਬੜੀਆਂ ਇੰਟਰਨੈਸ਼ਨਲ ਬੁੱਕਸ ਪਈਆਂ ਨੇ ਜਿਹਦੇ 'ਚ ਫਿਕਸ਼ਨਲ ਸਟੋਰੀ ਹੈ। ਉਸ ਨੂੰ ਸਾਡੇ ਵੀ ਸਿੱਖ ਕੌਮ ਦੇ ਇੱਕ ਵਿਦਵਾਨ ਨੇ ਚੁੱਕਿਆ ਸੀ, ਭਾਈ ਵੀਰ ਸਿੰਘ ਸਾਹਿਬ ਨੇ। ਉਹਨਾਂ ਦੀ ਬੁੱਕ ਸੁੰਦਰੀ ਨਾਮ ਦਾ ਨਾਵਲ ਤੁਸੀਂ ਤਕਰੀਬਨ ਸਾਰਿਆਂ ਨੇ ਪੜ੍ਹਿਆ ਹੋਵੇਗਾ। ਉਹਦੇ ਤੇ ਅੱਜ ਮੂਵੀ ਵੀ ਬਣੀ, ਜਿਹੜੀ ਮੂਵੀ ਅੱਜ ਬੱਚਿਆਂ ਅੰਦਰ ਕਾਫੀ ਕੁਝ ਕਰ ਗਈ। ਉਸ ਬੁੱਕ ਦਾ ਪਹਿਲਾ ਪੰਨਾ ਪੜ੍ਹ ਕੇ ਦੇਖੋ, ਭਾਈ ਸਾਹਿਬ ਕਹਿੰਦੇ ਨੇ ਇਹ ਮੇਰਾ ਇੱਕ ਕਲਪਨਾਤਮਕ ਪਾਤਰ। ਸਿੱਖ ਰਾਜ ਦੇ ਜੰਗਾਂ ਦੇ ਵਿੱਚ ਉਹਨਾਂ ਨੇ ਇੱਕ ਬੱਚੀ ਨੂੰ, ਇੱਕ ਲੜਕੀ ਨੂੰ ਉਸ ਦੇ ਵਿੱਚ ਪਾਤਰ ਬਣਾ ਕੇ ਪੇਸ਼ ਕੀਤਾ। ਤਾਂ ਉਹ ਫਿਕਸ਼ਨਲ ਜਿਹੜੀ ਚਿੜੀ ਹੁੰਦੀ ਸੀ, ਕਲਪਨਾਤਮਕ ਚਿੜੀ ਹੁੰਦੀ ਸੀ, ਉਹ ਸੁਣਾਉਣ, ਬਾਤਾਂ ਪਾਉਣ ਵਾਲੇ ਦੇ ਅੰਦਰ ਇੱਕ ਭਾਵਨਾ ਹੁੰਦੀ ਸੀ ਕਿ ਕੁਝ ਗੁਣ ਨੇ ਜਿਹੜੇ ਮੈਂ ਇਸ ਬੱਚੇ ਅੰਦਰ ਭਰਨੇ ਨੇ। ਉਹ ਜਿਹੜੇ ਗੁਣ ਭਰਨੇ ਹੁੰਦੇ ਸੀ, ਉਹ ਗੁਣਾਂ ਵਾਲੀ ਚਿੜੀ ਉਹਦੇ ਸਾਹਮਣੇ ਪੇਸ਼ ਕਰ ਦਿੱਤੀ ਜਾਂਦੀ ਸੀ, ਗੁਣਾਂ ਵਾਲੀ ਤਿਤਲੀ ਉਹਦੇ ਸਾਹਮਣੇ ਪੇਸ਼ ਕਰ ਦਿੱਤੀ ਜਾਂਦੀ ਸੀ। ਜੇ ਬਾਤਾਂ ਪਾਉਣ ਵਾਲੇ ਦੀ ਭਾਵਨਾ ਦੇ ਨਾਲ ਇੱਕ ਗੁਣ ਸੁਣਨ ਵਾਲੇ ਦੇ ਅੰਦਰ ਪ੍ਰਵੇਸ਼ ਹੋ ਸਕਦੇ ਨੇ, ਤਾਂ ਫਿਰ ਗੁਰੂ ਕੀਆਂ ਬਾਤਾਂ ਦਾ ਵੀ ਕੋਈ ਅਸਰ ਨਹੀਂ। ਗੁਰੂ ਕੀਆਂ ਬਾਤਾਂ ਅਸੀਂ ਜਿੰਨੇ ਵੀ ਸਬਜੈਕਟ ਵਿਚਾਰਾਂਗੇ ਜ਼ਿੰਦਗੀ ਵਿੱਚ, ਜਿੰਨੇ ਵੀ ਸਬਜੈਕਟ ਵਿਚਾਰਾਂਗੇ, ਉਸ ਸਬਜੈਕਟ ਨੂੰ ਬਹੁਤ ਵਾਈਡ ਰੂਪ ਦੇ ਵਿੱਚ ਮੇਰੇ ਗੁਰੂ ਪਾਤਸ਼ਾਹ ਨੇ ਸਾਡੇ ਸਾਹਮਣੇ ਰੱਖਿਆ। ਜੇ ਖੇਤੀ ਦੀ ਗੱਲ ਹੁੰਦੀ ਸੀ
ਤਾਂ ਖੇਤੀ ਦਾ ਬੜਾ ਵਾਈਡ ਰੂਪ ਮੇਰੇ ਗੁਰੂ ਪਾਤਸ਼ਾਹ ਨੇ ਸਾਹਮਣੇ ਰੱਖਿਆ। ਇੱਕ ਤੇ ਧਰਤੀ ਵਿੱਚ ਕੀਤੀ ਜਾਣ ਵਾਲੀ ਖੇਤੀ, ਇੱਕ ਸਮਾਜ ਵਿੱਚ ਬੀਜੇ ਜਾਣ ਵਾਲੇ ਬੀਜਾਂ ਦੀ ਖੇਤੀ, ਇੱਕ ਜੀਵਨ ਦੇ ਅੰਦਰ ਬੀਜੇ ਜਾਣ ਵਾਲੇ ਬੀਜਾਂ ਦੀ ਖੇਤੀ, ਇੱਕ ਆਉਣ ਵਾਲੀ ਪੀੜ੍ਹੀ ਦੇ ਅੰਦਰ ਬੀਜੇ ਜਾਣ ਵਾਲੇ ਬੀਜਾਂ ਦੀ ਖੇਤੀ। ਇਹ ਸਾਰੀ ਖੇਤੀ ਦਾ ਜ਼ਿਕਰ ਬਹੁਤ ਵਾਈਡ ਸਬਜੈਕਟ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਕੇਵਲ ਗੁਰੂ ਨਾਨਕ ਪਾਤਸ਼ਾਹ ਨੇ ਸਾਹਮਣੇ ਰੱਖਿਆ। ਜੇ ਕਿਰਸਾਨ ਦੀ ਗੱਲ ਕਰੀਏ ਤੇ ਗੁਰੂ ਪਾਤਸ਼ਾਹ ਨੇ ਰੱਬ ਨੂੰ ਐਸਾ ਕਿਰਸਾਨ ਬਣਾਇਆ ਕਿ ਦੁਨੀਆ ਦਾ ਕੋਈ ਵੀ ਕਿਰਸਾਨ ਬੀਜ ਕੇ ਉਗਣ ਤੋਂ ਪਹਿਲਾਂ ਨਹੀਂ ਲਾ ਸਕਦਾ ਅੰਦਾਜ਼ਾ ਕਿ ਇਹ ਪੱਕਾ ਹੀ ਉਗੇਗਾ। ਪਰ ਗੁਰੂ ਪਾਤਸ਼ਾਹ ਕਹਿੰਦੇ ਰੱਬ ਇੱਕ ਐਸਾ ਕਿਰਸਾਨ ਹੈ, ਉਹ ਪਹਿਲਾਂ ਧਰਤੀ ਸਾਧਦਾ ਹੈ, ਫਿਰ ਬੀਜ ਰੱਖਦਾ ਹੈ। ਜੇ ਧਰਤੀ ਨਹੀਂ ਸਾਧੀ ਗਈ, ਬੀਜ ਰੱਖਦਾ ਹੀ ਨਹੀਂ। ਇਹ ਉਹਦਾ ਰੱਖਿਆ ਹੋਇਆ ਬੀਜ ਕਦੀ ਸੁੱਕਦਾ ਨਹੀਂ। ਜੇ ਸਿਹਤ ਦੀ ਗੱਲ ਕਰੀਏ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਬੜੀ ਕਮਾਲ ਦਾ ਵਾਈਡ ਸਬਜੈਕਟ ਦਿੱਤਾ ਗਿਆ, ਕੰਚਨ ਸੀ ਕਾਇਆ ਕਹਿ ਕੇ। ਤੰਦਰੁਸਤੀ ਸਰੀਰ ਦੀ ਵੀ ਹੈ, ਤੰਦਰੁਸਤੀ ਵਿਚਾਰਾਂ ਦੀ ਵੀ ਹੈ। ਬਿਮਾਰ ਵਿਚਾਰ ਸਮਾਜ ਨੂੰ ਬਿਮਾਰ ਕਰ ਦੇਣਗੇ ਔਰ ਕਰ ਦਿੱਤਾ ਹੈ। ਬਿਮਾਰ ਸੋਚ ਸਮੁੱਚੇ ਸਟਰਕਚਰ ਨੂੰ ਕਮਜ਼ੋਰ ਕਰ ਦੇਵੇਗੀ। ਜਿਨ੍ਹਾਂ ਦੇਸ਼ਾਂ ਵਿੱਚ ਆਪਾਂ ਰਹਿ ਰਹੇ ਹਾਂ, ਇੱਥੋਂ ਦੀਆਂ ਸਰਕਾਰਾਂ, ਇੱਥੋਂ ਦੀ ਇੰਟੈਲੀਜੈਂਸੀਜ਼, ਇੱਥੋਂ ਦੀਆਂ ਜੋ ਇਹਨਾਂ ਦੀਆਂ ਉੱਚ ਪੱਧਰੀ ਸੰਸਥਾਵਾਂ ਨੇ, ਉਹਨਾਂ ਨੂੰ ਇੱਕ ਤੁਰੀ ਫਿਰਦੀ ਕੀੜੀ ਵੀ ਦਿਸਦੀ ਹੈ। ਪਰ ਬਿਮਾਰ ਸੋਚ ਵਾਲਿਆਂ ਦਾ ਨਸ਼ਿਆਂ ਦਾ ਨੈਕਸਸ ਇੱਥੇ ਵੀ ਕੀੜੀ ਤੋਂ ਛੁਪ ਕੇ ਤੁਰਿਆ ਫਿਰ ਰਿਹਾ, ਅਮਰੀਕਾ ਵਿੱਚ ਵੀ ਤੁਰਿਆ ਫਿਰ ਰਿਹਾ। ਉਹਦਾ ਇਲਾਜ ਜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਗੁਰੂ ਸਾਹਿਬ ਦੀ ਵਿਚਾਰਧਾਰਾ ਵਿੱਚੋਂ ਕੱਢੀਏ ਤਾਂ ਪਹਿਲਾਂ ਉਹ ਗੁਰੂ ਕੀਆਂ ਬਾਤਾਂ ਨੇ ਅੰਦਰੋਂ ਕੱਢਿਆ, ਸਭ ਕੁਝ ਅੰਦਰੋਂ ਕੱਢਿਆ ਤੇ ਬਚ ਗਿਆ, ਨਹੀਂ ਤੇ ਫਸ ਗਿਆ। ਅੱਜ ਜਿਹੜੀ ਗੁਰੂ ਕੀ ਬਾਤ, ਮੈਂ ਸਭ ਤੋਂ ਪਹਿਲਾਂ ਧੰਨਵਾਦੀ ਹਾਂ ਸਰਦਾਰ ਅਜੈਬ ਸਿੰਘ ਜੀ ਪੰਗੂਰਾਂ ਦਾ, ਜਿਨ੍ਹਾਂ ਨੇ ਅੱਜ ਤੀਜੀ ਵਾਰ ਮੌਕਾ ਦਿੱਤਾ ਤੁਹਾਡੇ ਨਾਲ ਗੁਰੂ ਕੀਆਂ ਬਾਤਾਂ ਪਾਉਣ ਦਾ। ਤੇ ਦੂਜਾ ਧੰਨਵਾਦ ਤੁਹਾਡਾ ਸਾਰਿਆਂ ਦਾ। ਮੈਂ ਕੋਈ ਗਿਆਨ ਨਹੀਂ ਵੰਡਣ ਆਇਆ, ਮੈਂ ਤਾਂ ਸਿਰਫ ਸ਼ੇਅਰ ਕਰਨ ਆਇਆ ਆਪਣਿਆਂ ਦੇ ਨਾਲ, ਕਿਉਂਕਿ ਸਾਡੀਆਂ ਦਸਤਾਰਾਂ ਦੱਸਦੀਆਂ ਨੇ ਅਸੀਂ ਗੁਰੂ ਕੇ ਹਾਂ, ਸਾਡਾ ਪੰਜਾਬ ਤੋਂ ਹੋਣਾ ਦੱਸਦਾ ਕਿ ਅਸੀਂ ਗੁਰੂ ਕੇ ਹਾਂ। ਤੇ ਗੁਰੂ ਕੀ ਬਾਤ ਇੱਕ ਸ਼ੇਅਰ ਕਰਨ ਵਾਸਤੇ ਮੈਂ ਪਹੁੰਚਣਾ ਹਾਂ। ਪਰ ਐਸਾ ਜ਼ਰੂਰ ਹੈ, ਜਿਨ੍ਹਾਂ ਦੇ ਅੰਦਰ ਸੁਣਨ ਦਾ ਰਸ ਹੁੰਦਾ ਹੈ, ਇਹ ਬਾਤਾਂ ਉਹਨਾਂ ਦੇ ਅੰਦਰ ਪ੍ਰਕਿਰਿਆ ਕਰਦੀਆਂ। ਤੁਸੀਂ ਜਿੰਨੇ ਵੀ ਇਕੱਠ ਹੁੰਦੇ ਨੇ, ਉਹਨਾਂ ਇਕੱਠਾਂ ਵਿੱਚ ਜਿੰਨੇ ਵੀ ਬੁਲਾਰੇ ਬੋਲਦੇ ਨੇ, ਤੁਸੀਂ ਬਾਅਦ ਵਿੱਚ ਉਹਦੀ ਫੋਟੋ ਜਾਂ ਵੀਡੀਓ ਚੁੱਕ ਕੇ ਦੇਖਿਓ, ਕਦੇ ਐਕਸਪੈਰੀਮੈਂਟ ਕਰਕੇ ਦੇਖਿਓ। ਕੋਈ ਵੀ ਇਕੱਠ ਕਿਸੇ ਵੀ ਕਿਸਮ ਦਾ ਹੋਵੇ, ਜਿੱਥੇ ਵੀ ਕੋਈ ਬੁਲਾਰਾ ਬੋਲਦਾ, ਉਸ ਫੋਟੋ ਦੇ ਵਿੱਚੋਂ ਤੁਹਾਨੂੰ ਪਤਾ ਲੱਗ ਜਾਏਗਾ ਕੌਣ ਕੌਣ ਭਿੱਜ ਕੇ ਸੁਣ ਰਹੇ ਸੀ ਤੇ ਕੌਣ ਕੌਣ ਅੰਦਰੋਂ ਕੁੜੇ ਹੋਏ ਸੀ। ਜਿਹੜੇ ਭਿੱਜ ਕੇ ਸੁਣ ਰਹੇ ਹੁੰਦੇ ਨੇ, ਬਾਤਾਂ ਦਾ ਅਸਰ ਉਹਨਾਂ ਤੇ ਰਹਿ ਜਾਂਦਾ ਹੈ, ਉਹਨਾਂ ਦੇ ਮਨ ਨੂੰ ਇੱਕ ਸਕੂਨ ਮਿਲਦਾ ਹੈ। ਜਿਹੜੇ ਅੰਦਰੋਂ ਕੁੜੇ ਹੁੰਦੇ ਨੇ, ਉਹ ਸਕੂਨ ਤੋਂ ਖਾਲੀ ਰਹਿ ਜਾਂਦੇ ਨੇ। ਗੁਰੂ ਪਾਤਸ਼ਾਹ ਨਿੱਕੀ ਜੀ ਗੱਲ ਕਹਿੰਦੇ ਨੇ, ਮਰੀ ਹੋਈ ਚੂਹੀ ਸੁੱਟ ਕੇ ਆ। ਸ੍ਰੀ ਚੰਦ ਦੇ ਅੰਦਰ ਸੋਚ ਵਰਗੀ ਲੋਕ ਕੀ ਕਹਿਣਗੇ, ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਮਰਿਆ ਹੋਇਆ ਕੋਈ ਵੀ ਜੀਵ, ਜਿਹਨੂੰ ਅਸੀਂ ਅਖੌਤੀ ਨੀਵੀਂ ਜਾਤ ਵਾਲੇ ਕਹਿੰਦੇ, ਉਹੀ ਚੁੱਕਦੇ ਹੁੰਦੇ ਸੀ, ਬੰਦਾ ਨਹੀਂ ਸੀ ਹੱਥ ਲਾਉਣਾ ਹੁੰਦਾ, ਕਿਉਂਕਿ ਛੂਤ ਛਾਤ ਵਹਿਮ ਭਰਮ ਵਿੱਚ ਫਸਾਇਆ ਹੋਇਆ ਸੀ ਚੰਗੀ ਤਰ੍ਹਾਂ ਉਸ ਵੇਲੇ ਦਾ ਸਮਾਜ। ਲੋਕ ਕੀ ਕਹਿਣਗੇ? ਜਦੋਂ ਭਾਈ ਲਹਿਣਾ ਜੀ ਨੂੰ ਕਹਿੰਦੇ ਨੇ, ਲੈਣਿਆ ਇੰਨੇ ਕਿਹਾ ਚੂਹੀ ਚੁੱਕਦੇ ਨੇ, ਰਸ ਕੌਣ ਲੈ ਗਿਆ? ਗੁਰੂ ਦੀਆਂ ਬਾਤਾਂ ਦਾ ਸਵਾਦ ਕੌਣ ਲੈ ਗਿਆ? ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿੰਦੇ ਨੇ, ਪੁੱਤਰ ਤੁਹਾਡੇ ਤਾਇਆ ਜੀ ਦੇ ਬੇਟੇ ਦਾ ਵਿਆਹ ਹੈ, ਲਾਹੌਰ ਜਾਣਾ ਹੈ। ਪ੍ਰਿਥੀ ਚੰਦ ਸੋਚਦੇ ਨੇ, ਮੈਂ ਲਾਹੌਰ ਚਲਿਆ ਗਿਆ ਤੇ ਪਿੱਛੋਂ ਕਿਤੇ ਗੁਰਗੱਦੀ ਕਿਸੇ ਹੋਰ ਦੇ ਹੱਥ ਨਾਲ ਲੱਗ ਜਾਵੇ। ਜਵਾਬ ਦੇ ਦਿੱਤਾ। ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਕਹਿੰਦੇ ਨੇ, ਪੁੱਤਰ ਇੰਨਾ ਹੀ ਸ਼ਬਦ ਬੋਲਿਆ, ਕਹਿੰਦੇ ਸਤਿ। ਸਵਾਦ ਕੌਣ ਲੈ ਗਿਆ? ਰਸ ਕੌਣ ਲੈ ਗਿਆ? ਆਨੰਦ ਕੌਣ ਲੈ ਗਿਆ? ਇਹ ਗੁਰੂ ਕੀਆਂ ਬਾਤਾਂ ਦੇ ਵਿੱਚ ਮੈਂ ਨਹੀਂ ਮੰਨਦਾ ਕਿ ਸਾਰੇ ਕਿਤੇ ਹੀ ਨਹੀਂ ਹੋਏਗਾ। ਸਾਰੇ ਤਾਂ ਗੁਰੂ ਪਾਤਸ਼ਾਹ ਦੇ ਘਰ ਵਿੱਚ ਵੀ ਇਹ ਆਨੰਦ ਨਹੀਂ ਲੈ ਸਕੇ, ਮਹਿਤਾ ਕਾਲੂ ਨਹੀਂ ਆਨੰਦ ਲੈ ਸਕੇ। ਉਹ ਤਾਂ ਨੁਕਸ ਲੱਭਦਾ ਰਿਹਾ, ਚਪੇੜਾਂ ਵੀ ਮਾਰ ਜਾਂਦਾ ਸੀ, ਝਿੜਕਾਂ ਵੀ ਮਾਰੀ ਜਾਂਦਾ ਸੀ,
ਨਾ ਤਾਂ ਉਹਨੂੰ ਮੱਝਾਂ ਚਾਰਨੀਆਂ ਪਸੰਦ ਆਈਆਂ, ਨਾ ਖੇਤੀ ਕਰਨੀ ਪਸੰਦ ਆਈ, ਨਾ ਕਿਸੇ ਤੇ ਪਰਉਪਕਾਰ, ਜਿਹੜਾ ਪਰਉਪਕਾਰ ਅੱਜ ਸਿੱਖ ਕੌਮ ਜਿਸ ਪਰਉਪਕਾਰ ਦੇ ਆਸਰੇ ਅੱਜ ਦੁਨੀਆ ਤੇ ਛਾ ਗਈ ਹੈ, ਜਿਹਨੂੰ ਕਹਿੰਦੇ ਭੁੱਖਿਆਂ ਨੂੰ ਭੋਜਨ ਛਕਾਉਣਾ, ਨਾ ਉਹ ਪਸੰਦ ਆਇਆ। ਕਦੀ 100% ਰਿਜ਼ਲਟ ਨਹੀਂ ਆਉਂਦਾ। 100% ਤਾਂ ਰੱਬ ਨੂੰ ਵੀ ਨਹੀਂ ਮੰਨਦੇ, 100% ਕੁਦਰਤ ਨੂੰ ਵੀ ਨਹੀਂ ਮੰਨਦੇ। ਹਾਂ, ਜਿਨ੍ਹਾਂ ਨੂੰ ਰਸ ਆਉਂਦਾ ਹੈ, ਜਿਹੜੇ ਭਿੱਜਦੇ ਨੇ, ਉਹਨਾਂ ਤੇ ਗੁਰੂ ਕੀਆਂ ਬਾਤਾਂ ਦਾ ਅਸਰ ਹੁੰਦਾ। ਤੇ ਮੈਂ ਇੱਕ ਚੀਜ਼ ਲੈ ਕੇ ਜਾਂਦਾ, ਤੀਜੀ ਵਾਰ ਫੇਰ ਆਇਆ, ਫਿਰ ਲੈ ਕੇ ਜਾਵਾਂ। ਉਹ ਦਿਸਦੀ ਨਹੀਂ, ਉਹ ਅਸੀਸਾਂ ਲੈ ਕੇ ਜਾਂਦਾ। ਮੈਂ ਬਾਅਦ ਦੇ ਵਿੱਚ ਵੀਡੀਓ ਨੂੰ ਬੜੇ ਧਿਆਨ ਨਾਲ ਦੇਖਦਾ ਹੁੰਦਾ ਵੀ ਕੌਣ ਕੌਣ ਭਿੱਜ ਕੇ ਸੁਣ ਰਹੇ ਨੇ। ਫਿਰ ਪਤਾ ਲੱਗ ਜਾਂਦਾ ਇਹਨਾਂ ਦੀਆਂ ਅਸੀਸਾਂ, ਜਿਹੜੀਆਂ ਮੈਂ ਅਸੀਸਾਂ ਲੈ ਕੇ ਜਾਂਦਾ, ਆ ਜਿਹੜੀਆਂ ਗੁਰੂ ਕੀਆਂ ਬਾਤਾਂ ਦਾ ਅਸਰ ਤੁਹਾਡੇ ਅੰਦਰ ਜਾਏਗਾ, ਉਹਨੂੰ ਤੁਹਾਡੇ ਤੇ ਨਿਰਭਰ ਹੈ। ਤੁਸੀਂ ਕਿੱਥੋਂ ਤੱਕ ਵਰਤੋਗੇ ਉਹਨੂੰ? ਕਿ ਆਪਣੀ ਜ਼ਿੰਦਗੀ ਤੱਕ ਵਰਤੋਗੇ, ਆਪਣੇ ਪਰਿਵਾਰ ਵਿੱਚ ਵਰਤੋਗੇ, ਆਪਣੇ ਬੱਚਿਆਂ ਵਿੱਚ ਵਰਤੋਗੇ, ਤੁਹਾਡੇ ਤੇ ਨਿਰਭਰ ਕਰਦਾ ਹੈ। ਪਰ ਜਿਹੜੀਆਂ ਅਸੀਸਾਂ ਤੁਹਾਡੇ ਤੋਂ ਮੈਨੂੰ ਮਿਲਣੀਆਂ ਨੇ ਨਾ, ਇਹ ਮੇਰੀਆਂ ਪੀੜ੍ਹੀ ਦਰ ਪੀੜ੍ਹੀ ਚੱਲਦੀ, ਬਿਨਾਂ ਯਤਨ ਕੀਤੇ। ਅਸੀਸ ਹੈ ਹੀ ਇੱਕ ਐਸੀ। ਅੱਜ ਗੁਰੂ ਕੀ ਬਾਤ ਪਾਉਣੀ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 470। ਕਿੰਨਾ ਜੀ? 400। ਆਸਾ ਰਾਗ ਦੀ ਬਾਤ, ਜਿਹੜੀ ਹਰ ਗੁਰਦੁਆਰਾ ਸਾਹਿਬਾਨਾਂ ਵਿੱਚ ਅੰਮ੍ਰਿਤ ਵੇਲੇ ਗਾਈ ਜਾਂਦੀ ਹੈ। 13ਵੀਂ ਪੌੜੀ, ਉਹਦੇ ਨਾਲ ਪਹਿਲਾ ਇੱਕ ਸ਼ਲੋਕ। ਉਸ ਵਿੱਚ ਗੁਰੂ ਪਾਤਸ਼ਾਹ ਸਾਡੇ ਸਾਹਮਣੇ ਇੱਕ ਸੀਨ ਪੇਸ਼ ਰੱਖਦੇ ਨੇ, ਆ ਤੇਰਾ ਸਰੀਰ ਤੇ ਤੇਰੇ ਸਰੀਰ ਦੇ ਅੰਦਰ ਜੋ ਤੈਨੂੰ ਦਿਸਦਾ ਨਹੀਂ, ਆ ਮੈਂ ਤੈਨੂੰ ਦਿਖਾਵਾਂ। ਆ ਇੱਕ ਮਨੁੱਖੀ ਫਿਤਰਤ ਹੈ, ਐਜ ਏ ਹਿਊਮਨ ਨੇਚਰ। ਕਦੀ ਨੋਟ ਕਰਿਓ, ਬੰਦਾ ਸਭ ਤੋਂ ਵੱਧ, ਸਭ ਤੋਂ ਘੱਟ ਆਪਣੇ ਬਾਰੇ ਪੜਚੋਲ ਕਰਦਾ। ਲੋਕਾਂ ਬਾਰੇ ਪੜਚੋਲ ਕਰਦਿਆਂ ਕਰਪਟ ਲੀਡਰਾਂ ਬਾਰੇ ਵੀ ਕਰਨ ਲੱਗ ਜਾਂਦਾ, ਬੜੀ ਦੂਰ ਤੱਕ ਪਹੁੰਚਦਾ ਹੈ। ਨਹੀਂ ਪਹੁੰਚਦਾ ਤਾਂ ਆਪਣੇ ਤੱਕ ਨਹੀਂ ਪਹੁੰਚਦਾ। ਦੂਜਿਆਂ ਦੇ ਘਰਾਂ ਵਿੱਚ ਕੀ ਹੋ ਰਿਹਾ, ਉਹਦੀਆਂ ਗੱਲਾਂ ਬੜੀਆਂ ਕਰਦਾ ਹੈ। ਆਪਣੇ ਘਰ ਵਿੱਚ ਕੀ ਹੋ ਰਿਹਾ, ਇਸ ਨੂੰ ਪੜਚੋਲਣ ਤੋਂ ਮਾਰ ਖਾ ਜਾਂਦਾ। ਇਹਦੀਆਂ ਕੁਝ ਨਿਸ਼ਾਨੀਆਂ ਨੇ, ਯਾਦ ਰੱਖਿਓ। ਬੰਦਾ ਰੇਲਵੇ ਸਟੇਸ਼ਨ ਤੇ ਬੈਠਾ ਹੈ, ਟ੍ਰੇਨ ਨੂੰ ਉਡੀਕਦਾ। ਥੋੜਾ ਧਿਆਨ ਨਾਲ ਸੁਣਿਓ, ਬੈਠਾ ਕਿੱਥੇ ਹੈ ਜੀ? ਸਟੇਸ਼ਨ। ਧਿਆਨ ਕਿੱਥੇ ਹੈ? ਟ੍ਰੇਨ ਵੱਲ। ਟ੍ਰੇਨ ਹਾਲੇ ਆਈ ਨਹੀਂ। ਜਦੋਂ ਟ੍ਰੇਨ ਵਿੱਚ ਬੈਠ ਜਾਂਦਾ ਹੈ ਤਾਂ ਫਿਰ ਵਿੰਡੋ ਵਿੱਚ ਬੈਠ ਕੇ ਧਿਆਨ ਕਿੱਧਰ ਹੁੰਦਾ ਹੈ? ਬਾਹਰ। ਮੈਂ ਇੱਕ ਹੋਰ ਉਦਾਹਰਨ ਪਿੱਛੇ ਜਿਹਾ ਵਿਚਾਰੀ ਕਲਾਸਾਂ ਦੇ ਵਿੱਚ, ਮੈਂ ਕਿਹਾ ਮੰਨ ਲਓ ਕਦੀ ਤੁਸੀਂ ਏਸ਼ੀਆ ਵਾਲੇ ਪਾਸੇ ਜਾਓ, ਗੁਰੂ ਪਾਤਸ਼ਾਹ ਨੇ ਤੁਹਾਡੇ ਚੜ੍ਹ ਤੂੜੀ ਤੇ ਗੁਰਸ਼ਬਦ ਆਸਰੇ 25 ਦੇਸ਼ਾਂ ਦੇ ਵਿੱਚ ਘੁੰਮਣ ਦਾ ਮੌਕਾ ਦਿੱਤਾ। ਸਭ ਤੋਂ ਪਹਿਲੀ ਕਿਰਨ ਜਿਹੜੀ ਹੈ ਉਹ ਨਿਊਜ਼ੀਲੈਂਡ ਦੇ ਕ੍ਰਾਈਸਟ ਚਰਚ ਤੋਂ ਜਾਂਦੀ ਹੈ। ਉਸ ਕ੍ਰਾਈਸਟ ਚਰਚ ਤੋਂ ਲੈ ਕੇ ਲਾਸ ਐਂਜਲਸ ਦੇ ਆਖਰੀ ਕਿਰਨ ਜਾਂਦੀ ਹੈ ਨਿਊਜ਼ੀਲੈਂਡ ਤੋਂ ਅਮਰੀਕਾ ਤੱਕ। ਇੱਧਰੋਂ ਇਹ ਅਰਬ ਕੰਟਰੀ ਵਿੱਚ 70 ਦੇਸ਼ਾਂ ਦੇ ਵਿੱਚ ਕਹਿ ਲਈਏ ਨਿਸ਼ਾਨ ਸਾਹਿਬ ਝੂਲਦਾ ਤੇ ਤਹਿਰਾਨ ਦੇ ਵਿੱਚ। ਤਹਿਰਾਨ ਤੋਂ ਲੈ ਕੇ ਕੇਨੀਆ, ਤੰਜ਼ਾਨੀਆ, ਯੁਗਾਂਡਾ ਤੱਕ 25 ਦੇਸ਼ਾਂ ਤੋਂ ਘੁੰਮਣ ਦਾ ਮੌਕਾ ਮਿਲਿਆ। ਤੇ ਏਸ਼ੀਆ ਦੇ ਵਿੱਚ ਕੁਝ ਫਲਾਈਟਸ ਨੇ, ਵਿਸ਼ੇਸ਼ ਤੌਰ ਤੇ ਮਲੇਸ਼ੀਆ ਤੋਂ, ਇੰਡੋਨੇਸ਼ੀਆ, ਮਲੇਸ਼ੀਆ ਤੋਂ ਇਹ ਜਿਹੜੀਆਂ ਫਲਾਈਟਸ ਨੇ ਨਾ, ਉਹਦੇ 'ਚ 2 ਫਲਾਈਟਸ ਨੇ ਜਿਹੜੀਆਂ ਫ੍ਰੀ ਸੀਟਿੰਗ ਨੇ। ਫ੍ਰੀ ਸੀਟਿੰਗ ਭਾਵ ਤੁਹਾਡੇ ਬੋਰਡਿੰਗ ਪਾਸ ਤੇ ਸੀਟ ਨੰਬਰ ਨਹੀਂ ਹੁੰਦਾ, ਜਿਹੜੀ ਤੁਹਾਨੂੰ ਖਾਲੀ ਦਿਸਦੀ ਹੈ ਬੈਠ। ਤੇ ਮੈਂ ਉਦਾਹਰਨ ਦਿੱਤੀ ਸੀ, ਤੁਸੀਂ ਸੋਚ ਕੇ ਦੇਖੋ, ਸਾਰੇ ਆਪਣੇ ਤੇ ਲਾ ਕੇ ਦੇਖੋ। ਫ੍ਰੀ ਸੀਟਿੰਗ ਹੋਵੇ, ਚਾਹੇ ਉਹ 232 ਹੋਵੇ, ਚਾਹੇ 343 ਹੋਵੇ, ਚਾਹੇ 2x2 ਹੋਵੇ, ਤਿੰਨੋਂ ਤਰ੍ਹਾਂ ਦੇ ਜਿਹੜੇ ਜਹਾਜ਼ ਮਿਲਦੇ ਨੇ। ਪਰ ਤੁਹਾਡੀ ਜਿਹੜੀ ਸੀਟ ਹੈ ਉਹ ਸਾਈਡ ਵਾਲੀਆਂ ਚਾਹੇ 3 ਨੇ ਚਾਹੇ 2 ਨੇ, ਠੀਕ ਹੈ ਜੀ। ਤੁਹਾਡੀ ਇੱਧਰਲੇ ਪਾਸੇ ਹੈ, ਆਇਲ ਵਾਲੇ ਪਾਸੇ, ਸ਼ੀਸ਼ੇ ਤੋਂ ਬਾਹਰ, ਪਰ ਨਾਲ ਦਾ ਬੰਦਾ ਆਇਆ ਨਹੀਂ, ਤਾਂ ਤੁਸੀਂ ਕਿੱਥੇ ਬੈਠੋਗੇ? ਸ਼ੀਸ਼ੇ ਤੋਂ। ਕਿਉਂਕਿ ਮਨੁੱਖੀ ਫਿਤਰਤ ਹੈ, ਇਹਨੇ ਦੂਰ ਦੇਖਣਾ, ਦੂਜੇ ਵੱਲ ਦੇਖਣਾ। ਗੁਰੂ ਪਾਤਸ਼ਾਹ ਕਹਿੰਦੇ ਆਓ ਇਸ ਸਰੀਰ ਦੇ ਅੰਦਰ ਕੀ ਹੈ ਮੈਂ ਉਹ ਦਿਖਾਵਾਂ। ਇੱਥੇ ਮੈਂ ਬੇਨਤੀ ਕਰਾਂ, ਹਾਂ ਹੋ ਸਕਦਾ ਹੈ ਕਿ ਅਸੀਂ ਕਮਜ਼ੋਰ ਹੋਈਏ, ਅਸੀਂ ਦੁਨੀਆ ਦੇ ਸਾਹਮਣੇ ਨਾ ਰੱਖ ਸਕੀਏ, ਪਰ ਗੁਰਬਾਣੀ ਦੇ ਸਿਧਾਂਤ ਇਕੱਲੇ ਸਿੱਖਾਂ ਵਾਸਤੇ ਨਹੀਂ ਹੈ, ਇਹ ਮਨੁੱਖਾਂ ਵਾਸਤੇ। ਇਹ ਗੱਲ ਵੱਖਰੀ ਹੈ। ਅਗਰ ਮਨੁੱਖਾਂ ਵਾਸਤੇ ਤੁਸੀਂ ਕਰਨਾਟਕ ਜਾ ਕੇ ਦੱਸਣੇ ਆ ਤਾਂ ਸਾਨੂੰ ਕੰਨੜ ਭਾਸ਼ਾ ਆਉਣੀ ਚਾਹੀਦੀ ਹੈ, ਸਾਨੂੰ ਆਉਂਦੀ ਨਹੀਂ, ਦੱਸਣ ਤੋਂ ਸਮਰੱਥ ਰਹਿ ਜਾਵਾਂਗੇ।
ਅਗਰ ਅਸੀਂ ਚਾਈਨਾ 'ਚ ਜਾਣਾ ਹੈ ਤਾਂ ਉੱਥੇ ਚਾਈਨੀਜ਼ ਭਾਸ਼ਾ ਸਾਨੂੰ ਆਉਣੀ ਚਾਹੀਦੀ ਹੈ। ਤਾਂ ਸਮੁੱਚੀ ਦੁਨੀਆ ਵਾਸਤੇ ਜਦੋਂ ਅਸੀਂ ਕਹਿੰਦੇ ਹਾਂ ਨਾ, ਉਹਦੇ 'ਚ ਕਿਸੇ ਤਰ੍ਹਾਂ ਦਾ ਵਿਤਕਰਾ ਨਹੀਂ ਹੈ। ਸਰੀਰ ਹਰ ਇੱਕ ਕੋਲੇ ਹੈ ਤੇ ਸਰੀਰ ਦੇ ਅੰਦਰ ਕੀ ਹੋ ਰਿਹਾ ਹੈ? 99% ਮਨੁੱਖ ਪੜਚੋਲਣ ਤੋਂ ਮਾਰ ਖਾ ਰਿਹਾ। ਮੈਂ ਇੱਕ ਉਦਾਹਰਨ ਦੇਵਾਂ, ਆਪਾਂ ਸਾਰੇ ਉੱਥੇ ਜੀ ਪਹੁੰਚ ਚੁੱਕੇ ਹਾਂ। ਮੈਂ ਵੀ 60 ਸਾਲ ਦੀ ਉਮਰ ਬਿਤਾ ਚੁੱਕਿਆ ਤੇ ਆਪਾਂ ਉੱਥੇ ਜੇ ਪਹੁੰਚ ਚੁੱਕੇ ਹਾਂ ਕਿ ਆਪਾਂ ਬੱਚੇ ਪਾਲ ਪਲੋਸ ਕੇ ਵੱਡੇ ਕਰ ਚੁੱਕੇ ਹਾਂ। ਜਦੋਂ ਬੱਚੇ ਵੱਡੇ ਹੋ ਜਾਂਦੇ ਨੇ, ਉਹ ਨੇੜਤਾ, ਉਹ ਖਿੱਚ ਬੱਚੇ ਦੇ ਅੰਦਰ ਨਹੀਂ ਰਹਿੰਦੀ ਹੁੰਦੀ ਜਿਹੜੀ ਬਚਪਨ 'ਚ ਹੁੰਦੀ ਹੈ। ਪਰ ਅਸੀਂ ਆਪਣੀ ਪੜਚੋਲ ਤੋਂ ਮਾਰ ਖਾ ਜਾਂਦੇ ਹਾਂ। ਕਿਤੇ ਮੇਰੇ ਰੁੱਖੇ ਬੋਲਾਂ ਨੇ ਮੇਰੇ ਪੁੱਤ ਤੇ ਮੇਰੀ ਧੀ ਨੂੰ ਦੂਰ ਤਾਂ ਨਹੀਂ ਕਰਦੇ। ਬਹੁਤ ਬਿਰਲੇ ਹੋਣਗੇ ਜਿਹੜੇ ਪੜਚੋਲਦੇ ਨਹੀਂ। ਪੜਚੋਲਾਂਗੇ ਅਸੀਂ, ਆਪਣੇ ਪੁੱਤ ਨੂੰ ਸਿਖਾ ਨਹੀਂ ਸਕਾਂਗੇ, ਉਹੀ ਮਾਰ ਉਹ ਖਾ ਜਾਏਗੀ। ਜਦੋਂ ਬੱਚੇ ਵੱਡੇ ਹੋ ਜਾਂਦੇ ਨੇ ਨਾ, ਇਹ ਵੀ ਪਤਾ ਲੱਗਣ ਲੱਗ ਜਾਂਦਾ ਕਿ ਆਹ ਆਦਤ ਮੇਰੇ ਤੋਂ ਚਲੀ ਗਈ। ਮੈਂ ਇੱਕ ਛੋਟੀ ਜਿਹੀ ਉਦਾਹਰਨ ਦੇ ਦੇਵਾਂ। ਅਗਰ ਕੋਈ ਬੰਦਾ ਆਪਣੇ ਘਰ ਵਾਲੀ, ਕਿਉਂਕਿ ਆਪਾਂ ਮਰਦ ਪ੍ਰਧਾਨ ਸਮਾਜ 'ਚ ਰਹੇ ਹਾਂ, ਇਸ ਗੱਲ ਦਾ ਗੁੱਸਾ ਨਾ ਕਰਿਓ, ਆਪਾਂ ਮਰਦ ਪ੍ਰਧਾਨ ਸਮਾਜ 'ਚ ਰਹੇ ਹਾਂ। ਸਾਡੇ ਜਿੰਨੇ ਵੀ ਵਿਦਵਾਨ ਹੋਏ ਨੇ, ਉੱਥੇ ਘੱਟ ਗੱਲਾਂ ਮਾਤਾ ਗੰਗਾ ਜੀ ਦੀ ਕੁਰਬਾਨੀ ਦੀਆਂ ਘੱਟ ਹੋਈਆਂ ਨੇ, ਚਾਹੇ ਲਿਖਤ ਵਿੱਚ ਚਾਹੇ ਬੋਲਾਂ ਵਿੱਚ, ਬਹੁਤ ਘੱਟ ਗੱਲਾਂ ਹੋਈਆਂ। ਮਾਤਾ ਗੁਜਰੀ ਜੀ ਦੀ ਕੁਰਬਾਨੀ ਦੀਆਂ ਬਹੁਤ ਘੱਟ ਗੱਲਾਂ ਹੋਈਆਂ ਨੇ। ਵਿਆਹ ਹੁੰਦਾ, ਵਿਆਹ ਹੋਣ ਤੋਂ ਬਾਅਦ 6ਵੇਂ ਪਾਤਸ਼ਾਹ ਦਾ ਜਨਮ ਹੋ ਜਾਂਦਾ। ਸਭ ਤੋਂ ਵੱਡਾ ਸੰਘਰਸ਼ ਗੁਰੂ ਤੇਗ ਬਹਾਦਰ ਸਾਹਿਬ ਤੇ ਗੁਰੂ ਕਲਗੀਧਰ ਪਾਤਸ਼ਾਹ ਦੇ ਘਰ ਵਿੱਚ ਕਿਸੇ ਨੇ ਕੀਤਾ ਤੇ ਮਾਤਾ ਗੁਜਰੀ ਜੀ ਨੇ ਕੀਤਾ। ਸਭ ਤੋਂ ਘੱਟ ਗੱਲਾਂ ਹੋਈਆਂ, ਕਿਉਂਕਿ ਮਰਦ ਪ੍ਰਧਾਨ ਸਮਾਜ 'ਚ ਆਪਾਂ ਰਹੇ ਹਾਂ। ਮੰਨ ਲਓ ਮਰਦ ਪ੍ਰਧਾਨ ਸਮਾਜ ਦੇ ਵਿੱਚ ਕੋਈ ਬੰਦਾ ਆਪਣੀ ਘਰ ਵਾਲੀ ਨੂੰ ਛੋਟੀ ਜੀ ਗੱਲ ਤੇ ਵੱਡੂ ਖਾਉ ਪੈਂਦਾ, ਤੇ ਮੈਂ ਪੁੱਛ ਲਵਾਂ ਕਦੀ ਏਦਾਂ ਹੋ ਜਾਂਦਾ ਨਾ? ਏਦਾਂ ਹੁੰਦਾ ਹੋਇਆ ਨਾ? ਪਿੰਡਾਂ ਦੇ ਵਿੱਚ ਆਮ ਹੀ ਹੁੰਦਾ ਨਾ। ਤਾਂ ਜਦੋਂ ਉਹਦਾ ਬੇਟਾ, ਜਦੋਂ ਬੇਟਾ ਵਿਆਹਿਆ ਜਾਂਦਾ ਤੇ ਬੇਟਾ ਆਪਣੀ ਜਾਣੀ ਸਾਡੀ ਨੂੰਹ ਨੂੰ ਵੱਡੂ ਖਾਉ ਪੈਂਦਾ ਹੈ ਨਾ, ਤੇ ਉਹਨੂੰ ਪਤਾ ਲੱਗ ਜਾਂਦਾ ਵੀ ਕਹਾਣੀ ਵਿਗੜੂ। ਤੇ ਜਦੋਂ ਆਪ ਪੈਂਦਾ ਉਦੋਂ ਨਹੀਂ ਸੀ ਪੈਂਦੀ। ਪਰ ਹੁਣ ਜੇ ਉਹ ਆਪਣੇ ਆਪ ਦੀ ਪੜਚੋਲ ਕਰੇ ਨਾ, ਤਾਂ ਉਸ ਨੂੰ ਕਦੀ ਸਮਾਂ ਪਾ ਕੇ ਪਾਸੇ ਬਿਠਾ ਲਵੇ, ਉਹਦੇ ਕੋਲੇ ਐਕਸੈਪਟ ਕਰ ਲਵੇ, ਪੁੱਤਰਾ ਮੈਂ ਇੱਥੇ ਮਾਰ ਖਾ ਲਈ, ਮੈਨੂੰ ਨਹੀਂ ਸੀ ਪਤਾ, ਤੂੰ ਛੋਟਾ ਹੁੰਦਾ ਸੀ, ਮੈਂ ਤੇਰੇ ਸਾਹਮਣੇ ਤੇਰੀ ਮੰਮੀ ਨੂੰ ਝਿੜਕ ਦਿੰਦਾ ਸੀ, ਪੁੱਤਰਾ ਮੇਰੀ ਗਲਤੀ ਸੀ, ਪੁੱਤ ਤੂੰ ਨਾ ਇਹ ਕਰ। ਆਪੇ ਦੀ ਪੜਚੋਲ ਕਰਨ ਵਾਲੇ ਕੋਲ ਬਹੁਤ ਸਾਰੀਆਂ ਐਸੀਆਂ ਗੱਲਾਂ ਹੁੰਦੀਆਂ ਨੇ ਜਿਹੜੀਆਂ ਦੂਜਿਆਂ ਨੂੰ ਦੱਸਦੇ ਨੇ। ਪਰ ਪੜਚੋਲ ਕਰਨ ਦੀ ਬੁੱਕ ਕਿੱਥੋਂ ਲਈਏ? ਕਿਤਾਬ ਕਿੱਥੋਂ ਲਈਏ? ਜਿੱਥੋਂ ਪੜ੍ਹ ਲਈਏ? ਕਿਸ ਤੋਂ ਪੁੱਛੀਏ? ਤਾਂ ਸਾਡੇ ਕੋਲ ਇੱਕੋ ਇੱਕ ਹੈ ਖਜ਼ਾਨਾ, ਉਹ ਹੈ ਗੁਰਬਾਣੀ। ਉਸ ਸ਼ਲੋਕ ਦੇ ਵਿੱਚ ਗੁਰੂ ਪਾਤਸ਼ਾਹ ਕਹਿੰਦੇ ਨੇ, ਆ ਜਿਹੜਾ ਸਰੀਰ ਹੈ ਨਾ, ਇਹ ਸਰੀਰ ਆਪੇ ਨਹੀਂ ਚੱਲਦਾ, ਇਹਦੇ ਅੰਦਰ ਇੱਕ ਰੱਥ ਹੈ, ਇੱਕ ਰਥਵਾਨ ਹੈ। ਯਾਨੀ ਇਦਾਂ ਕਹਿ ਲਓ, ਇੱਕ ਵਹੀਕਲ ਹੈ, ਇੱਕ ਡਰਾਈਵਰ ਹੈ। ਤੇ ਉਹ ਜਿਹੜਾ ਵਹੀਕਲ ਤੇ ਡਰਾਈਵਰ ਹੈ ਨਾ, ਉਹ ਸੈਂਟਰ ਹੈ। ਸਾਰੀ ਕਹਾਣੀ ਦਾ ਧੁਰਾ ਉਹ ਹੈ। ਤੇ ਧੁਰਾ ਦੱਸਣ ਵਾਸਤੇ ਇਸ ਜੀਵਨ ਨੂੰ, ਇਸ ਸਰੀਰ ਨੂੰ ਸ਼ਬਦ ਕੀ ਲਿਆ? ਮੇਰ। ਮੇਰ ਸ਼ਬਦ ਦੋ ਤਰ੍ਹਾਂ ਨਾਲ ਵਰਤਿਆ। ਇੱਕ ਤੇ ਪਰਬਤ ਦਾ ਨਾਮ ਸੁਮੇਰ ਪਰਬਤ, ਇਹ ਇੱਕ ਹਿੰਦੁਸਤਾਨ ਦੀ, ਏਸ਼ੀਆ ਦੀ ਸੰਸਕ੍ਰਿਤੀ ਦੇ ਵਿੱਚ ਇਹ ਗੱਲ ਲੋਕਾਂ ਦੇ ਗੱਲ ਵਿੱਚ ਘਰ ਕਰ ਗਈ ਸੀ ਕਿ ਉਸ ਪਹਾੜ ਦੇ ਚਾਰ ਸਵੇਰੇ ਕੁਝ ਐਸੇ ਪਹਾੜ ਨੇ ਜਿਨ੍ਹਾਂ ਵਿੱਚ ਹੀਰੇ ਜਵਾਹਰਾਤ ਛੁਪੇ ਹੋਏ ਨੇ, ਇਸ ਲਈ ਉਸ ਪਹਾੜ ਨੂੰ ਸਭ ਤੋਂ ਉੱਤਮ ਮੰਨਿਆ ਗਿਆ ਸੀ। ਮੇਰੂ, ਸੁਮੇਰ, ਸ੍ਰੇਸ਼ਟ ਪਹਾੜ। ਮੇਰ ਪਹਾੜ ਹੁੰਦਾ ਸ੍ਰੇਸ਼ਟ ਪਹਾੜ। ਦੂਸਰਾ ਸ਼ਬਦ ਵਰਤਿਆ ਜਾਂਦਾ ਸੀ ਜਿਹੜੇ ਮਾਲਾ ਫੇਰਦੇ ਸਨ ਹਿੰਦੂਇਜ਼ਮ ਦੇ ਵਿੱਚ ਔਰ ਇਸਲਾਮ ਦੇ ਵਿੱਚ। ਸਿੱਖ ਜਗਤ ਦੇ ਵਿੱਚ ਮਾਲਾ ਦਾ ਕਨਸੈਪਟ ਨਹੀਂ ਹੈ। ਤਾਂ ਮਾਲਾ ਦੇ ਵਿੱਚ ਇੱਕ ਮਣਕਾ ਆਉਂਦਾ ਸੀ ਜਿੱਥੋਂ ਉਹ ਗਿਣਤੀ ਕਰ ਲੈਂਦਾ ਸੀ, ਤੇ ਗੁਰਮਤ ਵਿੱਚ ਗਿਣਤੀ ਦਾ ਕਨਸੈਪਟ ਨਹੀਂ। ਖੇਤੀ ਦੇ ਵਿੱਚ ਵੀ ਗਿਣਤੀ ਦਾ ਕਨਸੈਪਟ ਨਹੀਂ ਹੈ ਜੀ। ਖੇਤੀ ਦੇ ਵਿੱਚ ਕਿੰਨੇ ਘੰਟੇ ਮਿਹਨਤ ਕੀਤੀ ਹੈ ਕਨਸੈਪਟ ਨਹੀਂ ਹੈ, ਕਿੰਨਾ ਝਾੜ ਆਇਆ ਇਹ ਕਨਸੈਪਟ ਹੈ। ਖੇਤੀ ਦੇ ਵਿੱਚ ਝਾੜ ਮੈਨੇ ਰੱਖਦਾ ਹੈ, ਗਿਣਤੀ ਨਹੀਂ। ਪੜ੍ਹਾਈ ਦੇ ਐਜੂਕੇਸ਼ਨ ਦੇ ਵਿੱਚ ਵੀ ਗਿਣਤੀ ਕੋਈ ਮੈਨੇ ਨਹੀਂ ਰੱਖਦਾ। 8 ਘੰਟੇ ਪੜ੍ਹਿਆ, 10 ਘੰਟੇ ਪੜ੍ਹਿਆ, ਕੀਤਾ ਕੀ ਹੈ, ਰਿਜ਼ਲਟ ਕੀ ਹੈ? ਤਾਂ ਇਹ ਜਿਹੜਾ ਸਰੀਰ ਹੈ, ਤੇ ਉਹ ਜਿਹੜੀ ਮਾਲਾ ਦਾ ਮਣਕਾ ਹੈ ਨਾ, ਉਹਨੂੰ ਮੇਰੂ ਮਣਕਾ ਕਹਿੰਦੇ ਸੀ। ਉਹਦੇ ਤੋਂ ਬਿਨਾਂ ਗਿਣਤੀ ਨਹੀਂ ਹੁੰਦੀ, ਜੇ ਉਹ ਨਾ ਹੋਵੇ ਤਾਂ ਗਿਣਤੀ ਨਹੀਂ ਹੋ ਸਕਦੀ। ਤੇ ਗੁਰੂ ਪਾਤਸ਼ਾਹ ਕਹਿੰਦੇ ਤੇਰੇ ਸਰੀਰ ਦੇ ਅੰਦਰ ਜਿਹੜਾ ਮੇਰੂ ਹੈ ਨਾ, ਜਿਹੜਾ ਧੁਰਾ ਹੈਗਾ, ਉਹ ਹੈ ਦੋ ਚੀਜ਼ਾਂ, ਇੱਕ ਰੱਥ ਤੇ ਇੱਕ ਰਥਵਾਨ।
ਅਗਲੀ ਗੱਲ ਆਪਾਂ ਪਹਿਲਾਂ ਕਨਸੈਪਟ ਦੇਖ ਲਈਏ, ਫਿਰ ਪੰਕਤੀਆਂ ਬਹੁਤ ਸੌਖੀਆਂ ਸਮਝ ਆ ਜਾਣਗੀਆਂ। ਜਦੋਂ ਕਨਸੈਪਟ ਪਤਾ ਲੱਗ ਜੇ ਨਾ, ਫਿਰ ਨਹੀਂ ਅਰਥਾਂ ਦੀ ਕੋਈ ਖੇਡ ਬਣਦੀ, ਫਿਰ ਤੇ ਬੜਾ ਸੌਖਾ ਸਮਝਾ। ਗੁਰੂ ਪਾਤਸ਼ਾਹ ਕਹਿੰਦੇ ਇਹ ਅੰਦਰੋਂ ਜਦੋਂ ਬਦਲਦਾ ਹੈ ਨਾ, ਇਕੱਲਾ ਨਹੀਂ ਬਦਲਦਾ, ਦੋਨੋਂ ਇਕੱਠੇ ਬਦਲਦੇ। ਰਥ ਵੀ ਬਦਲ ਜਾਂਦਾ ਤੇ ਰਥਵਾਨ ਵੀ ਬਦਲ ਜਾਂਦਾ। ਯਾਨੀ ਤੁਸੀਂ ਕਦੀ ਡਰਾਈਵਰ ਰੱਖਿਆ ਹੋਵੇ, ਗੱਡੀ ਵੀ ਬਦਲ ਗਈ, ਡਰਾਈਵਰ ਵੀ ਬਦਲ ਗਿਆ, ਤੇ ਫਿਰ ਇਹ ਵੀ ਦੇਖਣਾ ਪਏ ਕਿ ਗੱਡੀ 'ਚ ਬੈਠਣਾ ਕਿਵੇਂ ਜੇ ਹੈ, ਕਿਵੇਂ ਜੇ ਸਿਸਟਮ ਹੈ ਇਹਦਾ, ਟੈਂਕੀ ਕਿਹੜੇ ਪਾਸੇ ਹੈ, ਉਹ ਸਭ ਕੁਝ ਹੈ, ਤੇ ਡਰਾਈਵਰ ਦੀਆਂ ਆਦਤਾਂ ਕਿਵੇਂ ਦੀਆਂ ਨੇ। ਹੁਣ ਪੰਕਤੀਆਂ ਪੜ੍ਹ ਕੇ ਦੇਖੋ, ਨਾਨਕ ਯਾਨੀ ਹੈ ਨਾਨਕ, ਜਿਵੇਂ ਕਵੀ ਆਪਣਾ ਨਾਮ ਵਰਤਦੇ ਨੇ, ਇੱਥੇ ਹਰ ਗੁਰੂ ਸਾਹਿਬ ਨੇ ਨਾਨਕ ਸ਼ਬਦ ਵਰਤੇ, ਔਰ ਆਮ ਤੌਰ ਤੇ ਸ਼ਬਦਾਂ ਦੇ ਵਿੱਚ 95% ਸ਼ਬਦਾਂ ਦੇ ਵਿੱਚ ਨਾਨਕ ਸ਼ਬਦ ਅਖੀਰ ਤੇ ਆਇਆ। ਇੱਥੇ ਸਭ ਤੋਂ ਪਹਿਲਾ ਸ਼ਬਦ ਹੀ ਨਾਨਕ ਹੈ। ਸ਼ਲੋਕ ਮਹੱਲਾ ਪਹਿਲਾ, ਨਾਨਕ ਮੇਰ ਸਰੀਰ ਕਾ, ਇਸ ਸਰੀਰ ਦੇ ਅੰਦਰ ਜੋ ਮੇਨ ਧੁਰਾ ਹੈ ਨਾ, ਨਾਨਕ ਮੇਰ ਸਰੀਰ ਕਾ ਇੱਕ ਰਥ ਇੱਕ ਰਥਵਾ, ਜੁਗ ਜੁਗ ਫੇਰ ਬਟਾਈ ਹੈ। ਜੁਗ ਜੁਗ ਦੇ ਅਰਥ ਹੈ ਦੋਨੋਂ ਹੀ, ਦੋਨੋਂ ਇਕੱਠੇ, ਫੇਰ ਦੇ ਅਰਥ ਹੈ ਵਾਰੀ ਵਾਰੀ ਨਾਲ ਬਦਲਦੇ ਨੇ ਅੰਦਰ। ਜੁਗ ਜੁਗ ਫੇਰ ਬਟਾਈ ਹੈ, ਗਿਆਨੀ ਬੁੱਝੈ। ਜੇ ਤੂੰ ਗਿਆਨਵਾਨ ਕਹਾਉਣਾ ਨਾ ਆਪਣੇ ਆਪ ਨੂੰ, ਜੇ ਤੂੰ ਆਪਣੇ ਆਪ ਨੂੰ ਸਿਆਣਾ ਕਹਾਉਣਾ ਨਾ, ਤਾਂ ਬੁੱਝ ਇਸ ਨੂੰ। ਜਦੋਂ ਤੇਰੇ ਅੰਦਰ ਰਥ ਤੇ ਰਥਵਾਨ ਬਦਲ ਗਿਆ ਨਾ, ਤੂੰ ਬਦਲ ਗਿਆ। ਤੁਸੀਂ ਸੋਚ ਕੇ ਦੇਖੋ, ਜਦੋਂ ਵਿਆਹ ਹੁੰਦਾ, ਬੇਟੇ ਦਾ ਵਿਆਹ ਹੁੰਦਾ, ਬੇਟੇ ਦੀ ਮਾਂ ਜ਼ਿਆਦਾ ਗੱਲਾਂ ਨੂੰਹ ਦੀਆਂ ਕਰਦੀ ਹੈ, ਤੇ ਉਹ ਨੂੰਹ ਵੀ ਪਰਿਵਾਰ ਛੱਡ ਕੇ ਆਈ ਹੁੰਦੀ ਹੈ, ਤੇ ਜ਼ਿਆਦਾ ਗੱਲਾਂ ਸਹੁਰੇ ਪਰਿਵਾਰ ਦੀਆਂ ਕਰਦੀ ਹੈ। ਤੇ 7-8 ਮਹੀਨਿਆਂ ਬਾਅਦ ਕੀ ਹੁੰਦਾ ਹੈ, ਜਿੰਨੀਆਂ ਮਰਜ਼ੀ ਅੱਖਾਂ ਮੀਟ ਲਓ, ਅੱਖਾਂ ਮੀਟਣ ਦੇ ਨਾਲ ਕਦੀ ਬਿੱਲੀ ਵਾਲਾ ਖਤਰਾ ਨਹੀਂ ਟਲਦਾ ਹੁੰਦਾ। ਪਰ ਇਹ ਕੌੜਾ ਸੱਚ ਹੈ, ਕੋਈ 1% ਬਚਿਆ ਹੋਏਗਾ, ਨਹੀਂ ਤੇ 7-8 ਮਹੀਨਿਆਂ ਬਾਅਦ ਕੁਝ ਨਾ ਕੁਝ ਬਦਲ ਗਿਆ। ਤੇ ਜਿੱਥੇ ਦੋ ਰਿਸ਼ਤਿਆਂ ਵਿੱਚ ਘਰ ਵਿੱਚ ਬਦਲ ਗਿਆ ਨਾ, ਯਾਦ ਰੱਖਿਓ, ਜੇ ਤਾਂ ਬਾਹਰ ਦੋ ਰਿਸ਼ਤਿਆਂ 'ਚ ਬਦਲ ਗਿਆ ਸ਼ਾਇਦ ਬਹੁਤਾ ਅਸਰ ਨਾ ਪਵੇ। ਜੇ ਘਰ ਦੇ ਵਿੱਚ ਦੋ ਰਿਸ਼ਤਿਆਂ 'ਚ ਕੁਝ ਬਦਲ ਗਿਆ ਨਾ, ਤੇ ਘਰ ਹੀ ਬਦਲ ਗਿਆ। ਐਮ ਆਈ ਰਾਈਟ? ਤਾਂ ਘਰ ਹੀ ਬਦਲ ਗਿਆ ਜੀ। ਤੇ ਗੁਰੂ ਪਾਤਸ਼ਾਹ ਕਹਿੰਦੇ ਆ ਮੈਂ ਤੈਨੂੰ ਦੱਸਾਂ, ਤੇਰੀ ਪੜਚੋਲ ਕਰਾਵਾਂ, ਜਦੋਂ ਤੇਰੇ ਅੰਦਰ ਬਦਲ ਗਿਆ ਤਾਂ ਤੂੰ ਬਦਲ ਗਿਆ। ਮੇਰੇ ਗੱਲ ਯਾਦ ਆਈ, ਕਹਿੰਦੇ ਇੱਕ ਮੇਲੇ 'ਚ ਗਿਆ ਬੰਦਾ, ਪੈਸੇ ਥੋੜੇ ਸੀ, ਉਹਨਾਂ ਜ਼ਮਾਨੇ ਟਕਾ ਚੱਲਦਾ ਹੁੰਦਾ ਸੀ, ਸੋਚਦਾ ਵੀ ਜਾਵਾਂਗਾ ਤਾਂ ਰਾਤ ਨੂੰ, ਚਲੋ ਕੱਲ ਨੂੰ ਬੇਟਾ ਪੁੱਛੇਗਾ ਪਾਪਾ ਮੇਲੇ 'ਚ ਗਿਆ ਸੀ, ਵੀ ਕੋਈ ਖਿਡੌਣਾ ਤੇ ਲੈ ਚੱਲੀਏ। ਉਹ ਤੁਰਿਆ ਫਿਰਦਾ, ਦੇਖਦਾ ਕਿਹੜਾ ਖਿਡੌਣਾ ਲਵਾਂ, ਤੇ ਦੇਖਦਾ ਵੀ ਉਹ ਜਿਹੜਾ ਮੇਰੇ ਪੈਸਿਆਂ ਦੇ ਹਿਸਾਬ ਤੇ ਉਹਨੇ ਕਿ ਮੇਰੇ ਕੋਲ ਵੀ ਹੁਣ। ਤਾਂ ਇੱਕ ਉੱਲੂ ਬੈਠਾ ਦੇਖਿਆ, ਅੱਧੀ ਰਾਤ ਹੈ, ਬਹੁਤ ਵਧੀਆ, ਕਿਉਂਕਿ ਅੱਧੀ ਰਾਤ ਨੂੰ ਵਾਪਸ ਮੁੜਨਾ ਸੀ, ਤੇ ਦੇਖਦਾ ਬੜਾ ਸੋਹਣਾ ਲੱਗਦਾ, ਉਹਨੇ ਉੱਲੂ ਖਰੀਦ ਲਿਆ, ਖਰੀਦ ਕੇ ਘਰ ਲੈ ਗਿਆ। ਕੱਲ ਨੂੰ ਬੇਟਾ ਉੱਠੇਗਾ ਤੇ ਉਹਨੂੰ ਦਿਖਾਵਾਂਗੇ ਖਿਡੌਣਾ। ਆਪ ਲੇਟ ਉੱਠਿਆ, ਬੇਟਾ ਕਹਿਣ ਲੱਗਾ ਪਾਪਾ ਮੇਲੇ ਤੇ ਗਿਆ ਸੀ, ਕੀ ਲੈ ਕੇ ਆਇਆ? ਉਹ ਲੈ ਗਿਆ, ਉਹਨੂੰ ਸਰਪ੍ਰਾਈਜ਼ ਦਿੰਦਾ, ਕਹਿੰਦਾ ਆ ਲੈ ਕੇ ਆਇਆ। ਉਹ ਅੱਖਾਂ ਮੀਟੀ ਬੈਠਾ। ਹੁਣ ਬੇਟੇ ਨੂੰ ਚੰਗਾ ਨਾ ਲੱਗੇ, ਉਹ ਰਾਤ ਬਹੁਤ ਸੋਹਣਾ ਲੱਗਦਾ ਸੀ, ਤੇ ਉਹ ਕਹਿੰਦਾ ਕਸੌਦਿਆ ਤੈਨੂੰ ਇੱਕ ਟਕੇ 'ਚ ਖਰੀਦ ਕੇ ਲਿਆ, ਉਨੀ ਅੱਖੀ ਤੇ ਰਹਿ। ਜਿਹੜਾ ਉਨੀ ਅੱਖੀ ਨਹੀਂ ਰਿਹਾ, ਉਹ ਆਪਣੇ ਆਪ ਨਾਲ ਅੱਖਾਂ ਨਹੀਂ ਮਿਲਾ ਸਕਦਾ। ਜਿਹੜਾ ਉਨੀ ਅੱਖੀ ਪੁੱਤ ਨਹੀਂ ਰਿਹਾ, ਉਹ ਮਾਂ-ਬਾਪ ਨਾਲ ਅੱਖਾਂ ਨਹੀਂ ਮਿਲਾ ਸਕੇਗਾ। ਜੇ ਪਤੀ ਪਤਨੀ ਦੇ ਵਿੱਚੋਂ ਕੋਈ ਇੱਕ ਵੀ ਉਨੀ ਅੱਖੀ ਨਹੀਂ ਰਿਹਾ, ਉਹ ਇੱਕ ਦੂਜੇ ਨਾਲ ਅੱਖਾਂ ਮਿਲਾਉਣ ਜੋਗਾ ਨਹੀਂ ਰਿਹਾ। ਸਭ ਤੋਂ ਵੱਡਾ ਘਰ ਵਿੱਚ ਨੁਕਸਾਨ ਹੁੰਦਾ। ਅਸੀਂ ਕਹਿੰਦੇ ਪਏ ਹਾਂ ਦਮਗਜੇ ਮਾਰਦੇ ਹਾਂ, ਗੁਰਬਾਣੀ ਗ੍ਰਸਤ ਮਾਰਗ ਦੀ ਹੈ, ਤੇ ਗੁੱਸਾ ਨਾ ਕਰਿਓ, ਗ੍ਰਸਤ ਮਾਰਗ ਦੀਆਂ ਗੱਲਾਂ ਸੁਣਨ ਤੋਂ ਅਸੀਂ ਡਰਦੇ ਪਏ। ਸਭ ਤੋਂ ਘੱਟ ਚਰਚਾ ਤੁਸੀਂ ਕਦੀ ਇੱਥੇ ਦੇਖ ਲਿਓ, ਦੂਜਿਆਂ ਬਾਰੇ ਬਹੁਤ ਹੋ ਜਾਂਦੀ ਹੈ, ਆਪਣੇ ਪਰਿਵਾਰਾਂ ਬਾਰੇ ਤੇ ਆਪਣੇ ਬੱਚਿਆਂ ਬਾਰੇ। ਇੱਥੇ ਬਹੁਤ ਵੱਡਾ ਖਤਰਾ ਹੈ ਜੀ। ਮੈਂ ਤੁਹਾਨੂੰ ਪਰਸਨਲ ਨਹੀਂ ਜਾਣਦਾ, ਪਰ ਜਿਹੜੇ ਵੀ ਇੱਥੇ ਤੀਜੀ ਚੌਥੀ ਪੀੜ੍ਹੀ, ਮੈਨੂੰ ਤੁਹਾਡੀ ਬੋਡੀ ਲੈਂਗੁਏਜ ਤੋਂ ਲੱਗਦਾ ਕਿ ਸਾਰੇ ਤਕਰੀਬਨ ਨਵਿਆਂ ਚੋਂ ਵੀ ਚੌਥੀ ਪੀੜ੍ਹੀ ਵਾਲਿਆਂ ਚੋਂ ਸ਼ਾਇਦ ਕੋਈ ਦਿੱਕਤ ਹੀ ਹੋਵੇ, ਪਰ ਜਿਹੜਾ ਚੌਥੀ ਪੀੜ੍ਹੀ ਵਾਲਿਆਂ ਚੋਂ ਹੈ, ਉਹਦੇ ਘਰ ਵਿੱਚੋਂ ਜੀ ਵਿਰਸਾ ਗਵਾਚ ਰਿਹਾ, ਖੰਭ ਲਾ ਕੇ ਉਤਰਿਆ। ਆ ਪਿੱਛੇ ਜੇ ਅਸੀਂ ਜਦੋਂ ਨਵੀਂ ਲੋਕੇਸ਼ਨ ਲਈ, ਤੇ ਇਹਨੇ ਮਾਰਕੀਟ ਪਲੇਸ ਤੋਂ ਮੈਂ ਦੇਖਿਆ ਇੱਕ ਕਿਸੇ ਨੇ ਡੈਸਕ ਲਾਇਆ ਸੀ, ਚਲੋ ਆਪਾਂ ਵੀ ਚੱਲ ਕੰਮ ਦੇਗਾ, ਤੇ ਮੈਂ ਉਹਦੇ ਨਾਲ ਕੰਟੈਕਟ ਕੀਤਾ, ਮੈਂ ਲੈਣ ਗਿਆ, ਤੇ ਚਲੋ ਪਹਿਲਾਂ ਫੋਨ ਤੇ ਗੱਲਬਾਤ ਹੋਈ, ਤੇ ਮੈਂ ਉਹਨੂੰ ਜਦੋਂ ਚੱਕਣ ਗਿਆ, ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਵੀ ਕੈਨ ਆਈ ਸਪੀਕ ਇਨ ਪੰਜਾਬੀ? ਕਹਿੰਦਾ ਜੀ ਬੋਲ ਸਕਦੇ ਹੋ, ਪਰ ਮੈਂ
ਤਾਂ ਮੈਂ ਪੰਜਾਬੀ 'ਚ ਗੱਲ ਕਰਦਾ ਰਿਹਾ, ਉਹ ਇੰਗਲਿਸ਼ 'ਚ ਬੋਲਦਾ ਰਿਹਾ, ਪੰਜਾਬੀ ਉਹਦੀ ਵਿਚਾਰੇ ਦੀ ਅਟਕਦੀ ਸੀ। ਤੇ ਮੈਂ ਜਦੋਂ ਉਹ ਲਿਆ ਡੈਸਕ ਉਹਨੂੰ ਪੇ ਕੀਤਾ, ਮੈਨੂੰ ਕਹਿਣ ਲੱਗਾ ਜੀ ਅਸੀਂ ਅੱਜ ਤੀਜੀ ਪੀੜ੍ਹੀ ਹੈ ਇੱਥੇ ਤੇ ਬਹੁਤ ਕੁਝ ਗਵਾਚ ਗਿਆ ਜੀ, ਕਹਿ ਕੇ ਅੱਖਾਂ ਭਰਿਆ। ਬਸ ਮੇਰਾ ਸੁਪਨਾ ਇਹ ਆ, ਦੇਖਿਓ ਕਿਤੇ ਸਾਡੀਆਂ ਅਗਲੀਆਂ ਪੀੜ੍ਹੀਆਂ 'ਚ ਕੁਝ ਗਵਾਚ ਨਾ ਜਾਵੇ। ਅਗਰ ਉਹ ਗਵਾਚ ਗਿਆ ਫਿਰ ਅਸੀਂ ਤਾਂ ਨਹੀਂ ਕੁਝ ਖੱਟਿਆ, ਉਹ ਕੀ ਖੱਟਣਗੇ ਰੱਬ ਜਾਣੇ। ਤਾਂ ਮੇਰੇ ਗੁਰੂ ਪਾਤਸ਼ਾਹ ਸਾਨੂੰ ਆਪਣੇ ਆਪ ਦੀ ਪੜਚੋਲ ਕਰਾਉਂਦਿਆਂ ਦੱਸਦੇ ਨੇ ਕਿ ਜੇ ਤੂੰ ਕੁਝ ਖੱਟਣਾ ਚਾਹੁੰਦਾ ਪਿਆਰਿਆ ਤਾਂ ਦੇਖ ਇਸ ਸਰੀਰ ਦੇ ਅੰਦਰ ਰਥ ਤੇ ਰਥਵਾਨ ਕਿਵੇਂ ਬਦਲਦੇ ਨੇ। 4 ਤਰ੍ਹਾਂ ਦੇ ਰਥ ਤੇ 4 ਤਰ੍ਹਾਂ ਦੇ ਰਥਵਾਨ ਉਸ ਵਿੱਚ ਸਮਝਾਏ ਗਏ। ਨਾਨਕ ਮੇਰ ਸਰੀਰ ਕਾ ਇੱਕ ਰਥ ਇੱਕ ਰਥਵਾਨ, ਜੁਗ ਜੁਗ ਫੇਰ ਪਟਾਈਆਂ ਹੈ ਗਿਆਨੀ ਬੁਝੈ ਤਾਂ ਪਹਿਲਾ, ਸਤਜੁਗ ਰਥ ਸੰਤੋਖ ਕਾ। ਦੋ ਹੀ ਚੀਜ਼ਾਂ ਨੇ ਜੀ, ਜਾਂ ਤਾਂ ਸਵਾਰਥੀ ਹੋ ਕੇ ਜਿਉ ਲੋ ਜਾਂ ਫਿਰ ਸਬਰ ਸੰਤੋਖ ਵਿੱਚ ਜਿਉ ਲੋ। ਸਵਾਰਥੀ ਮਨੁੱਖ ਨੂੰ ਅਗਰ ਪਿੰਡ ਦੀ ਸਰਪੰਚੀ ਦੀ ਜ਼ਿੰਮੇਵਾਰੀ ਦੇ ਦਿੱਤੀ ਤੇ ਬੜੀਆਂ ਚੁਸਤ ਚਲਾਕੀਆਂ ਨਾਲ ਪਿੰਡ ਦੇ ਪੈਸੇ ਹੀ ਖਾ ਜਾਏਗਾ, ਆਪਣੇ ਆਪ ਨਾਲ ਨਜ਼ਰਾਂ ਨਹੀਂ ਮਿਲਾ ਸਕੇਗਾ। ਜਿੱਥੇ ਸਬਜੈਕਟ ਚੱਲੇਗਾ, ਜਿੱਥੇ ਸਬਜੈਕਟ ਚੱਲੇਗਾ ਉੱਥੇ ਨਜ਼ਰਾਂ ਨਹੀਂ ਮਿਲਾ ਸਕੇਗਾ। ਜਦੋਂ ਇਹ ਸਬਜੈਕਟ ਅੱਜ ਤੁਸੀਂ ਦੇਖੋਗੇ, ਅੱਜ ਥੋੜਾ ਥੋੜਾ ਸਬਜੈਕਟ ਚੱਲਣ ਲੱਗ ਪਿਆ ਹੈ ਪੰਜਾਬ ਵਿੱਚ। ਰਿਸ਼ਵਤ ਦਾ ਸਬਜੈਕਟ ਥੱਲੇ ਤੋਂ ਚੱਲਣ ਲੱਗ ਪਿਆ। ਜੇ ਉੱਪਰੋਂ ਕੰਟਰੋਲ ਹੋ ਜਾਵੇ ਤਾਂ ਸ਼ਾਇਦ ਇਹਦਾ ਕੁਝ ਬਣ ਜਾਵੇ। ਥੱਲੇ ਚੱਲਣ ਲੱਗ ਪਿਆ। ਜਿਸ ਬੰਦੇ ਨੇ ਸਵਾਰਥ ਵਿੱਚ ਕੋਠੀ ਹੀ ਗਰਾਂਟਾਂ ਖਾ ਕੇ ਬਣਾਈ ਹੁੰਦੀ ਹੈ ਨਾ, ਤੇ ਲੋਕ ਉਸ ਕੋਠੀ ਵੱਲ ਦੇਖਦੇ ਨੇ। ਮੈਂ ਸਵਾਲ ਪੁੱਛਾਂ, ਕਿਸੇ ਦੀਆਂ ਅਸੀਸਾਂ ਮਿਲਦੀਆਂ ਹੋਣਗੀਆਂ? ਤੇ ਜਦੋਂ ਅੰਦਰ ਸਬਰ ਸੰਤੋਖ ਹੈ, ਸਤਜੁਗ ਰਥ ਸੰਤੋਖ ਦਾ ਇਹ ਰਥ ਹੈ। ਜਦੋਂ ਇਹਦੇ 'ਚ ਬੈਠ ਕੇ ਕੋਈ ਜੀਵਨ ਜਿਉਂਦਾ ਹੈ ਨਾ, ਸਤਜੁਗ ਰਥ ਸੰਤੋਖ ਦਾ। ਧਰਮ ਅੱਗੇ, ਧਰਮ ਕੀ ਹੈ? ਧਰਮ ਦੇ ਜੇ ਅੱਖਰ ਹੀ ਅਰਥ ਕਰਨੇ ਨੇ ਤਾਂ ਜ਼ਿੰਮੇਵਾਰੀ। ਸਭ ਤੋਂ ਪਹਿਲੀ ਜ਼ਿੰਮੇਵਾਰੀ ਹੈ ਪੁੱਤ ਜਾਂ ਧੀ। ਜਿਵੇਂ ਮੈਂ ਤੁਹਾਡੇ ਮੇਰੇ ਮਿੱਤਰ ਨੇ, ਕਿਉਂਕਿ ਮੈਂ ਪਹਿਲਾਂ 6 ਸਾਲ ਪਹਿਲਾਂ ਮੈਂ ਰੋਜ਼ਾਨਾ ਰਹਿ ਕੇ ਆਇਆ ਤੇ ਰੋਜ਼ਾਨਾ ਤੋਂ ਅਸੀਂ ਪਿਛਲੇ ਸਾਲ ਨੂੰ ਤੇ ਰੋਜ਼ਾਨਾ ਮੇਰੇ ਮਿੱਤਰ ਨੇ MLA ਨੇ ਫਿਆਜ਼ ਹੋਈ, ਮੁਹੰਮਦ ਫਿਆਜ਼, ਤੇ ਮੈਨੂੰ ਉਹਨਾਂ ਦਾ ਫੋਨ ਆਉਂਦਾ ਪਿਛਲੇ ਹਫ਼ਤੇ। ਤੁਸੀਂ ਧਿਆਨ ਨਾਲ ਸੁਣਿਓ, ਬੜੀ ਚਿੰਤਾ ਦੀ ਗੱਲ ਹੈ। ਉਹ ਕਹਿਣ ਲੱਗੇ, ਕਿਉਂਕਿ ਚਲੋ ਹਰ ਇੱਕ ਦਾ ਆਪਣਾ ਆਪਣਾ ਹੁੰਦਾ ਹੈਗਾ ਇਸਲਾਮਿਕ ਵਕਤ ਦੇ ਵਿੱਚ, ਤੇ ਮੈਨੂੰ ਰਾਮ ਜੀ ਕਹਿ ਕੇ ਬੁਲਾਉਂਦਾ ਤੇ ਬੜਾ ਪਿਆਰਾ ਲੱਗਦਾ। ਜਦੋਂ ਦੂਸਰੀ ਕੌਮ ਵਾਲਾ ਕੁਝ ਵੀ ਕਹਿ ਕੇ ਬੁਲਾਵੇ ਬੜਾ ਪਿਆਰਾ ਲੱਗਦਾ। ਮਾਂ ਵੀ ਤੇ ਕਿਹੜਾ ਪੂਰਾ ਨਾਮ ਲੈਂਦੀ ਹੁੰਦੀ ਸੀ, ਹੈ ਨਾ। ਤੇ ਜਦੋਂ ਪਿਆਰ ਵਿੱਚ ਨਾਮ ਹੁੰਦਾ ਤੇ ਮੈਨੂੰ ਕਹਿੰਦਾ, ਰਾਮ ਜੀ ਤੁਹਾਨੂੰ ਆਉਣਾ ਪਏਗਾ ਇੱਕ ਦਿਨ ਵਾਸਤੇ। ਮੈਂ ਕਿਹਾ ਕੋਈ ਗੱਲ ਨਹੀਂ, ਦੱਸੋ। ਕਹਿੰਦਾ ਇੱਕ ਮਸਲਾ ਕਾਫੀ ਉਲਝ ਗਿਆ। ਸਾਡੇ ਹੈਲਥ ਮਿਨਿਸਟਰ ਨੇ ਮੈਨੂੰ ਸੈਕਟਰੀ ਲਿਆ ਤੇ ਹੈਲਥ ਮਿਨਿਸਟਰ ਦੇ ਸਾਹਮਣੇ ਇੱਕ ਗੱਲ ਰੱਖਣੀ ਹੈ। ਏਸ਼ੀਆ ਦੀਆਂ ਕਮਿਊਨਿਟੀਜ਼ ਉਸ ਪ੍ਰਤੀ ਬੜੀਆਂ ਚਿੰਤਤ ਨੇ। ਉਹ ਸੁਣ ਲਿਓ ਮਸਲਾ ਕੀ ਹੈ। ਉਹ ਮਸਲਾ ਇਹ ਹੈ ਜੀ, ਇੱਥੇ ਤੀਜੀ ਕਲਾਸ ਤੋਂ ਇੱਕ ਸਬਜੈਕਟ ਸ਼ੁਰੂ ਹੋਣ ਜਾ ਰਿਹਾ ਕੈਨੇਡਾ ਦੇ ਵਿੱਚ। ਉਸ ਦੇ ਵਿੱਚ ਜਿਹੜੀਆਂ ਨਗਨ ਫੋਟੋਆਂ ਰਾਹੀਂ ਔਰਤ ਤੇ ਮਰਦ ਦੇ ਪ੍ਰਾਈਵੇਟ ਪਾਰਟਾਂ ਬਾਰੇ ਜਾਣਕਾਰੀ ਤੀਜੀ ਕਲਾਸ ਤੋਂ ਵੰਡਣੀ ਸ਼ੁਰੂ ਕਰ ਦਿੱਤੀ। ਚਿੰਤਾ ਦਾ ਵਿਸ਼ਾ। ਅਗਲੀ ਗੱਲ ਜਿਹੜੀ ਉਹਨਾਂ ਨੂੰ ਦੱਸੀ ਤੇ ਪਹਿਲਾਂ ਕਮੇਟੀ ਨੂੰ, ਉਹ ਕਹਿੰਦੇ ਅਗਰ ਤੀਜੀ ਕਲਾਸ ਦਾ ਬੱਚਾ, ਉਹਨਾਂ ਨੂੰ ਜੈਂਡਰ ਬਾਰੇ ਦੱਸਿਆ ਜਾਏਗਾ, ਠੀਕ ਹੈ, ਤਾਂ ਅਗਰ ਉਹ ਕਹਿੰਦਾ ਕਿ ਮੈਂ ਤਾਂ ਕੁੜੀ ਬਣਨਾ, ਉਹਦੇ ਲਈ ਜਿਹੜੀ ਸਟੇਟਮੈਂਟ ਮੈਨੂੰ ਉਸ ਹੈਲਥ ਮਿਨਿਸਟਰ ਤੋਂ, ਆਪਣੇ ਐਜੂਕੇਸ਼ਨਲ ਮਿਨਿਸਟਰ ਤੋਂ ਪਤਾ ਲੱਗੀ, ਉਹ ਬੜੀ ਖਤਰਨਾਕ ਹੈ। ਉਹ ਕਹਿੰਦੇ ਵੀ ਉਹ ਜੇ ਨਾਮ ਰੱਖਣਾ ਚਾਹੇਗਾ, ਨਾਮ ਵੀ ਤੇ ਉਹਦਾ ਜੈਂਡਰ ਵੀ ਯੂਨੀਵਰਸਿਟੀ ਪਾਸ ਹੋਣ ਤੱਕ ਉਹਦੇ ਪੇਰੈਂਟਸ ਨੂੰ ਨਹੀਂ ਦੱਸਿਆ ਜਾਏਗਾ। ਦਿਸ ਇਜ਼ ਵੈਰੀ ਡੇਂਜਰਸ, ਬਹੁਤ ਖਤਰਨਾਕ। ਉਹ ਕਹਿੰਦੇ ਵੀ ਅਸੀਂ ਸਸਕੈਚੁਅਨ ਦੇ ਵਿੱਚ ਮੀਟਿੰਗਾਂ ਲਈਆਂ ਤੇ ਉਹਨਾਂ ਸਾਰਿਆਂ ਨੇ ਹੁਣ ਤੁਹਾਡੇ ਤੇ ਸੁੱਟਿਆ ਕਿ ਉਹਦੀ ਸਕ੍ਰਿਪਟ ਤਿਆਰ ਕਰੋ। ਸਕ੍ਰਿਪਟ ਤਿਆਰ ਕਰਕੇ ਆਪਾਂ ਇਹ ਮਸਲਾ ਅੱਗੇ ਰੱਖੀਏ ਤੇ ਸ਼ਾਇਦ ਮੈਂ 2 ਹਫ਼ਤਿਆਂ ਬਾਅਦ ਜਾ ਰਿਹਾ, ਮੀਟਿੰਗ ਕਰ ਰਹੇ ਨੇ, ਉੱਥੇ ਇਹ ਚੀਜ਼ ਰੱਖਣੀ ਹੈ। ਜੇ ਕੋਈ ਰੱਬ ਨੂੰ ਨਹੀਂ ਮੰਨਦਾ ਤਾਂ ਜੈਂਡਰ ਕੁਦਰਤ ਨੇ ਦਿੱਤਾ ਹੈ, ਜੇ ਰੱਬ ਨੂੰ ਮੰਨਦਾ ਹੈ ਤਾਂ ਜੈਂਡਰ ਰੱਬ ਨੇ ਦਿੱਤਾ ਹੈ, ਮਾਂ ਦੇ ਅੰਦਰ ਬੈਠ ਕੇ ਦਿੱਤਾ। ਇੱਕ ਅੰਡੇ ਵਿੱਚੋਂ ਨਿਕਲਿਆ, ਚਾਹੇ ਕੁਦਰਤ ਦੇ ਕ੍ਰਿਸ਼ਮਿਆਂ ਨੂੰ ਕਹਿ ਲਓ, ਚਾਹੇ ਰੱਬ ਨੂੰ ਕਹਿ ਲਓ, ਜੈਂਡਰ ਉਹਨੇ ਦਿੱਤਾ, ਕੁਕੜੀ ਕੇ ਮੁਰਗਾ। ਧੀ ਹੋਣ ਦੀਆਂ ਜ਼ਿੰਮੇਵਾਰੀਆਂ ਉਦੋਂ ਆ ਜਦੋਂ ਜੈਂਡਰ ਫੀਮੇਲ ਦਾ ਮਿਲਦਾ। ਨੂੰਹ ਹੋਣ ਦੀਆਂ ਜ਼ਿੰਮੇਵਾਰੀਆਂ, ਮਾਂ ਹੋਣ ਦੀਆਂ ਜ਼ਿੰਮੇਵਾਰੀਆਂ, ਤੇ ਜੇ ਕੋਈ ਬੱਚੀ ਧੀ
ਕੱਲ ਨੂੰ ਪੁੱਤ ਬਣ ਕੇ ਕੀ ਕਰੇ? ਜੈਂਡਰ ਚੇਂਜ ਕਰਕੇ ਕਿੱਥੇ ਜ਼ਿੰਮੇਵਾਰੀਆਂ ਨਿਭਾਈਆਂ? ਦਿਸ ਇਜ਼ ਵੈਰੀ ਡੇਂਜਰਸ। ਤੇ ਸਾਡੇ ਧਰਮ ਸਾਡੇ ਧਰਮ ਸਿਖਾਉਂਦੇ ਨੇ ਅਗਰ ਔਰਤ ਦੀਆਂ ਜ਼ਿੰਮੇਵਾਰੀਆਂ ਕੀ ਨੇ, ਤੂੰ ਆਪਣੀ ਮੱਤ ਨੂੰ ਔਰਤ ਬਣਾ ਕੇ ਕਦੀ ਰੱਬ ਤੱਕ ਰੱਬ ਦੀ ਬਖਸ਼ਿਸ਼ ਤੱਕ ਪਹੁੰਚਣ। ਕਦੀ ਮਨ ਨੂੰ ਇੱਥੇ ਮੈਂ ਇੱਕ ਨੁਕਤਾ ਤੁਹਾਡੇ ਨਾਲ ਵਿਚਾਰ ਲਵਾਂ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜਿੰਨੀਆਂ ਉਦਾਹਰਨਾਂ ਨੇ, ਜਿੰਨੀਆਂ ਵੀ ਉਦਾਹਰਨਾਂ ਨੇ, ਉਹਨੂੰ ਦੋ ਹਿੱਸਿਆਂ 'ਚ ਵੰਡ ਲਿਆ, ਪੁਰਸ਼ਵਾਚਕ ਤੇ ਇਸਤਰੀਵਾਚਕ। ਜਿੰਨੀਆਂ ਪੁਰਸ਼ਵਾਚਕ ਨੇ ਮਨ ਨਾਲ ਸੰਬੰਧਿਤ ਹੈ ਜੀ, ਜਿੰਨੇ ਵਾਹਿਗੁਰੂ ਮਨ ਨਾਲ ਸੰਬੰਧਿਤ ਹੈ, ਜਿਤਨੀਆਂ ਇਸਤਰੀਵਾਚਕ ਨੇ ਉਹ ਮਤ ਨਾਲ ਸੰਬੰਧਿਤ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਉੱਪਰ ਜੋ ਤਾਣਿਆ ਹੁੰਦਾ ਹੈ, ਉਹਦਾ ਨਾਮ ਲਓਗੇ? ਉੱਪਰ ਕੀ ਹੁੰਦਾ ਜੀ? ਉੱਪਰ ਕੱਪੜੇ ਦਾ ਕੀ ਹੁੰਦਾ ਜੀ? ਚਾਂਦਨੀ। ਹੋਰ ਕੋਈ ਨਾਮ ਜੀ? ਓਕੇ, ਚਾਨਣੀ ਪੁਰਸ਼ਵਾਚਕ ਹੈ ਕਿ ਇਸਤਰੀਵਾਚਕ? ਚੰਦੋਆ। ਜਿੱਥੇ ਚੰਦੋਆ ਸ਼ਬਦ ਆਏਗਾ ਉੱਥੇ ਮਨ ਨਾਲ ਸੰਬੰਧਿਤ ਹੈ ਜੀ, ਜਿੱਥੇ ਚਾਨਣੀ ਸ਼ਬਦ ਆਏਗਾ ਉੱਥੇ ਮਤ ਨਾਲ। ਇਹ ਸਾਰੀਆਂ ਉਦਾਹਰਨਾਂ ਦੇ ਵਿੱਚੋਂ ਸਿਖਾਇਆ। ਠੀਕ ਹੈ ਜੀ, ਇਹ ਇੱਕ ਸਾਡੇ ਸਾਹਮਣੇ ਮਿਸਾਲ ਹੈ ਗੁਰੂ ਪਾਤਸ਼ਾਹ ਦੇ ਉੱਪਰ ਝੁਲਦਾ ਹੋਇਆ। ਉਹ ਜਿਹੜਾ ਚੰਦੋਆ ਹੈ ਉਹ ਪੁਰਸ਼ਵਾਚਕ ਤੇ ਇਸਤਰੀਵਾਚਕ ਦੋਨਾਂ ਦਾ। ਤਾਂ ਗੁਰੂ ਪਾਤਸ਼ਾਹ ਨੇ ਸਾਡੇ ਸਾਹਮਣੇ ਇਹ ਜੋ ਰੱਖਿਆ, ਤੂੰ ਜੀਵਨ ਦੀ ਪੜਚੋਲ ਕਰ। ਜੇ ਸਬਰ ਸੰਤੋਖ ਵਿੱਚ ਜੀਵਨ ਚੱਲਦਾ ਹੈ ਤਾਂ ਤੇਰੇ ਜੀਵਨ ਨੂੰ ਚਲਾਉਣ ਵਾਸਤੇ ਜ਼ਿੰਮੇਵਾਰੀਆਂ ਨਿਭਾਉਣ ਵਾਲਾ ਧਰਮ। ਜ਼ਿੰਮੇਵਾਰੀਆਂ ਕਿੱਥੋਂ ਸ਼ੁਰੂ ਹੋਣਗੀਆਂ ਜੀ? ਆਪਣਾ ਗੱਲ ਚੱਲੀ ਸੀ ਜਨਮ ਤੋਂ। ਅਗਰ ਤਾਂ ਪੁੱਤਰ ਰੂਪ ਵਿੱਚ ਜਨਮ ਲਿਆ ਤੇ ਸਭ ਤੋਂ ਪਹਿਲੀ ਜ਼ਿੰਮੇਵਾਰੀ ਹੀ ਪੁੱਤਰ ਹੈ। ਰੱਬੀ ਪੁੱਤਰ ਕਿਵੇਂ ਬਣੇ? ਨਿਸ਼ਾਨੀਆਂ ਦੇਖ ਲਿਓ। ਰੱਬੀ ਪੁੱਤਰ ਮਾਂ-ਬਾਪ ਨਾਲ ਖਿਜੇਗਾ ਜੀ। ਰੱਬੀ ਪੁੱਤਰ ਦਾ ਅਹਿਸਾਸ ਹੋਣ ਵਾਲਾ ਆਪਣੇ ਮਾਂ-ਬਾਪ ਨਾਲ ਲੜੇਗਾ ਜੀ, ਜਿੱਦ ਕਰੇਗਾ, ਕੀ ਉਹਨਾਂ ਨੂੰ ਦੁਖੀ ਕਰੇਗਾ? ਬਸ ਆਹ ਗੱਲਾਂ ਅਸੀਂ ਸਿੱਖ ਵੈਲਿਊ ਲਰਨਿੰਗ ਸੈਂਟਰ ਵਿੱਚ ਬੱਚਿਆਂ ਅੰਦਰ ਭਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਸਾਡੀ ਤਾਂ ਕੋਸ਼ਿਸ਼ ਹੈ। ਇੱਕ ਜੰਗਲ ਨੂੰ ਅੱਗ ਲੱਗੀ, ਜਿਹੜੀ ਵਿਚਾਰੀ ਇੱਕ ਚੁੰਝ ਭਰੇ, ਚੁੰਝ ਦੇ ਵਿੱਚੋਂ ਇੱਕ ਤੁਸਕਾ ਜਾ ਕੇ ਉੱਪਰ ਪਾ ਦੇ। ਸਾਰੇ ਹੱਸਣ ਉਹਦੇ ਤੇ, ਕਹਿਣ ਲੱਗੇ ਚਿੜੀਏ ਤੇਰੀ ਇਸ ਚੁੰਝ ਦੇ ਨਾਲ ਇਹ ਜੰਗਲ ਦੀ ਅੱਗ ਬੁਝੇਗੀ? ਕਹਿੰਦੀ ਮੈਨੂੰ ਪਤਾ ਹੈ ਮੇਰੀ ਇਸ ਬੂੰਦ ਨਾਲ ਨਹੀਂ ਬੁਝਣੀ, ਪਰ ਮੈਨੂੰ ਇਹ ਵੀ ਪਤਾ ਇੱਕ ਦਿਨ ਬੁਝੇਗੀ। ਲਗਾਤਾਰ ਨਹੀਂ ਚੱਲਦੀ। ਜਦੋਂ ਬੁਝੇਗੀ ਇਤਿਹਾਸ ਜੰਗਲ ਦਾ ਵੀ ਬਣੇਗਾ, ਇਤਿਹਾਸ ਅੱਗ ਦਾ ਵੀ ਬਣੇਗਾ, ਇਤਿਹਾਸ ਅੱਗ ਦੇ ਨੁਕਸਾਨ ਦਾ ਵੀ ਬਣੇਗਾ, ਇਤਿਹਾਸ ਤੁਹਾਡਾ ਵੀ ਬਣੇਗਾ ਤੇ ਇਤਿਹਾਸ ਮੇਰਾ ਵੀ ਬਣੇਗਾ। ਤੁਸੀਂ ਤਿੰਨ ਤਰ੍ਹਾਂ ਦੇ ਹੋ। ਇੱਕ ਉਹ ਨੇ ਜਿਨ੍ਹਾਂ ਨੇ ਕਦੀ ਉਸ ਦੀ ਗੱਲ ਹੀ ਨਹੀਂ ਕੀਤੀ, ਇੱਕ ਉਹ ਨੇ ਜਿਹੜੇ ਕੇਵਲ ਗੱਲਾਂ ਹੀ ਕਰਦੇ ਨਹੀਂ, ਕਰਦੇ ਕੁਛ ਨਹੀਂ, ਇੱਕ ਉਹ ਜਿਹੜੇ ਕਰਨ ਤਾਂ ਚਾਹੁੰਦੇ ਸੀ ਪਰ ਡਰ ਗਏ ਕਿ ਅੱਗ ਬਹੁਤ ਵੱਡੀ ਹੈ। ਕਹਿਣ ਲੱਗੇ ਮੇਰਾ ਇਤਿਹਾਸ ਇੰਜ ਬਣੇਗਾ ਕਿ ਉਹ ਡਰੀ ਵੀ ਨਹੀਂ, ਕੁਛ ਤਾਂ ਕਰਦੀ ਰਹੀ। ਬਸ ਆਹ ਸਾਡੇ ਸਿੱਖ ਵੈਲਿਊ ਲਰਨਿੰਗ ਸੈਂਟਰ ਦਾ ਇੱਕ ਮੇਨ ਕਨਸੈਪਟ ਹੈ। ਕੀ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬੱਚੇ, ਤੁਹਾਡੇ ਪੋਤਰੇ ਪੋਤਰੀਆਂ, ਤੁਹਾਡੇ ਬੇਟੇ ਤੇ ਨੂੰਹ ਨੂੰ ਖਿੱਚ ਕੇ ਪੈਣ? ਜੇ ਉਹ ਖਿੱਚ ਕੇ ਪੈਣਗੇ, ਤੁਹਾਨੂੰ ਘਰ, ਆਪਣੇ ਘਰ ਵਿੱਚ ਸਵਰਗ ਲੱਗੇਗਾ? ਆਪਣੇ ਘਰ ਵਿੱਚ ਆਨੰਦ ਦਿਸੇਗਾ? ਨਹੀਂ ਦਿਸੇਗਾ, ਰੁੱਖਾ ਲੱਗੇਗਾ। ਬੰਦੇ ਨੂੰ ਲੱਗੇਗਾ ਮੈਂ ਆਪਣੇ ਘਰ ਵਿੱਚ ਹੀ ਇਕੱਲਾ ਹੋ ਕੇ ਰਹਿ ਗਿਆ। ਇਹਨੂੰ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਪ੍ਰੇਤ ਸ਼ਬਦ ਕਿਹਾ ਜੀ। ਪ੍ਰੇਤ ਹੁੰਦਾ ਜਦੋਂ ਬੰਦਾ ਆਪਣੇ ਆਪ ਵਿੱਚ ਹੀ ਸਭ ਪਾਸੇ ਤੋਂ ਇਕੱਲਾ ਰਹਿ ਗਿਆ, ਪਰੇ ਹੋ ਗਿਆ ਸਭ ਕੁਝ। ਤਾਂ ਗੁਰੂ ਪਾਤਸ਼ਾਹ ਕਹਿੰਦੇ ਜੇ ਧਰਮ ਜ਼ਿੰਮੇਵਾਰੀਆਂ, ਫਿਰ ਜ਼ਿੰਮੇਵਾਰੀ ਅਗਲੀ ਆ ਗਈ ਹੈ ਭਰਾ ਜਾਂ ਭੈਣ ਹੋਣ ਦੀ। ਉਸ ਤੋਂ ਬਾਅਦ ਜ਼ਿੰਮੇਵਾਰੀ ਆ ਗਈ ਹੈ ਮਾਂ ਜਾਂ ਬਾਪ ਬਣਨ ਦੀ, ਪਤੀ ਜਾਂ ਪਤਨੀ ਦੀ, ਦਾਦਾ ਜਾਂ ਦਾਦੀ ਦੀ, ਪੜਦਾਦਾ ਪੜਦਾਦੀ ਦਾ ਬਿਰਲਿਆਂ ਕੋਲ ਹੈ। ਆਪਾਂ ਕਹਿੰਦੇ ਤਾਂ ਭਾਗਾਂ ਵਾਲਾ ਤੀਜੀ ਪੀੜ੍ਹੀ ਹੈ। ਕੁਝ ਲਗੜ ਦਾਦੇ ਲਗੜ ਪੜਦਾਦੇ ਹੀ ਬਣ ਜਾਂਦੇ ਨੇ, ਚੌਥੀ ਪੰਜਵੀਂ ਪੀੜ੍ਹੀ ਹੈ, ਭਾਗਾਂ ਵਾਲੇ ਨੇ। ਇਹ ਜ਼ਿੰਮੇਵਾਰੀਆਂ ਨਿਭਾਉਣੀਆਂ ਸਿਖਾਉਂਦਾ ਹੈ ਸਾਡਾ ਧਰਮ। ਅਸੀਂ ਤਾਂ ਸੱਚੀ ਦੱਸ ਨਹੀਂ ਸਕੇ ਜੀ ਆਪਣੇ ਬੱਚਿਆਂ ਨੂੰ, ਜਾਂ ਇਹ ਕਹਿ ਲਓ ਆਪਣੇ ਬੱਚਿਆਂ ਅੰਦਰ ਪਾ ਨਹੀਂ ਸਕੇ। ਕਿੱਡੀ ਕਮਾਲ ਦੀ ਪੰਕਤੀ, ਤੁਹਾਨੂੰ ਮੈਨੂੰ ਸਾਰਿਆਂ ਨੂੰ ਲੋੜ ਹੈ। ਜੇ ਅਸੀਂ ਇਹਨਾਂ ਦੀ ਭਾਸ਼ਾ 'ਚ ਦੱਸ ਦਈਏ ਤਾਂ ਗੋਰਿਆਂ ਨੂੰ, ਸਾਰੇ ਮਨੁੱਖਾਂ ਨੂੰ ਲੋੜ ਹੈ। ਉਹ ਪੰਕਤੀ ਹੈ ਕਿ ਜਿਨ ਕੇ ਜਣੇ ਵਡੀਰੇ ਤੁਮ ਹੋ। ਜਿਨ੍ਹਾਂ ਮਾਪਿਆਂ ਨੇ ਤੁਹਾਨੂੰ ਜਨਮ ਦਿੱਤਾ, ਜਿਨ ਕੇ ਜਣੇ ਵਡੀਰੇ ਤੁਮ ਹੋ। 300 ਝਗਰਤ, ਕੋਈ ਕਹਿੰਦਾ ਜੀ ਸ਼ਰਾਬ ਪੀਣੀ ਪਾਪ ਹੈ, ਕੋਈ ਕਹਿੰਦਾ ਜੀ ਆਹ ਪਾਪ ਹੈ ਜੀ, ਕੋਈ ਕਹਿੰਦਾ ਆਹ ਪਾਪ ਹੈ। ਗੁਰੂ ਸਾਹਿਬ ਕਹਿੰਦੇ ਮਾਪਿਆਂ ਨਾਲ ਝਗੜਾ ਕਰਨਾ ਪਾਪ ਹੈ। ਤੇ ਇੱਥੇ ਕਿਉਂਕਿ ਮੈਂ ਬੱਚਿਆਂ ਨਾਲ ਵਿਚਰਦਾ, ਕੋਈ ਮਾਣ ਨਹੀਂ, ਕੋਈ ਹੰਕਾਰ ਨਹੀਂ, ਗੁੱਸਾ ਨਾ ਕਰਿਓ। ਤੁਸੀਂ ਉਹਨਾਂ ਆਪਣੇ ਬੱਚਿਆਂ ਨਾਲ ਨਹੀਂ ਵਿਚਰਦੇ ਜਿੰਨਾ ਮੈਂ ਵਿਚਰਦਾ।
ਤੇ ਅੱਜ ਦਾ ਬੱਚਾ ਜਿਹੜਾ ਜੀ 5-6 ਸਾਲ ਦਾ ਜਿੱਦੀ ਹੋ ਰਿਹਾ, ਨੋਟ ਕਰਿਓ। ਮੇਰਾ ਸੁਪਨਾ ਹੈ ਜੇ ਤੁਹਾਡੇ ਚੋਂ ਕੋਈ ਸਹਿਯੋਗ ਦੇਵੇ ਕਿ ਜਿਹੜੇ ਨੌਜਵਾਨ ਨੇ ਨਾ ਅੱਜ, ਜਿਨ੍ਹਾਂ ਘਰਾਂ ਵਿੱਚ ਬੱਚੇ ਛੋਟੇ ਨੇ, ਨੌਜਵਾਨ ਕਪਲ, ਆਪਣੇ ਤੋਂ ਅਗਲੀ ਪੀੜ੍ਹੀ, ਉਹਨਾਂ ਨੂੰ ਇੱਕ ਗੱਲ ਸਿਖਾਉਣ ਦੀ ਲੋੜ ਹੈ ਜੀ। ਉਹ ਮਾਰ ਕਿੱਥੇ ਖਾ ਰਹੇ ਨੇ? ਬੱਚੇ ਨੂੰ ਵਿਰਾਉਣ ਵਾਸਤੇ ਫੋਨ ਫੜਾ ਰਹੇ ਨੇ। ਜਿਸ ਬੱਚੇ ਨੂੰ ਵਿਰਾਉਣ ਵਾਸਤੇ ਫੋਨ ਫੜਾਤਾ ਨਾ, ਉਹ ਤੁਸੀਂ ਦੇਖੋਗੇ ਉਹ ਕਿਸੇ ਆਫਿਸ ਦੇ ਵਿੱਚ, ਉਹਦੀ ਨਿਸ਼ਾਨੀ ਮੈਂ ਦੱਸ ਦਿੰਦਾ ਤੁਹਾਨੂੰ, ਹਰ ਥਾਂ ਤੇ ਮਿਲੇਗੀ। ਉਹ ਮਾਂ-ਬਾਪ ਆਫਿਸ 'ਚ ਕੋਈ ਕੰਮ ਕਰਨ ਗਏ, ਉਹਨਾਂ ਨੇ ਫੋਨ ਫੜਾਇਆ, ਉਹ ਤੁਸੀਂ ਦੇਖੋਗੇ ਇਦਾਂ ਜਿਹੜਾ ਬੱਚਾ ਇਦਾਂ ਦਾ ਕਰਨ ਲੱਗ ਗਿਆ ਨਾ, ਸਮਝ ਲਓ ਲਾਸਟ ਸਟੇਜ ਤੇ ਹੈ ਜੀ। ਜਿਸ ਦਿਨ ਬੋਡੀ ਥਰਾਟ ਵਾਲੀ ਇਹਦੇ ਅੰਦਰ ਹੋ ਗਈ ਨਾ ਬਿਮਾਰੀ ਇੰਸਟਾਲ, ਉਸ ਦਿਨ ਡਾਕਟਰਾਂ ਕੋਲ ਭੱਜੇ ਤੇ ਉਹ ਬੱਚਾ ਚਿੜਚਿੜਾ ਹੋਏਗਾ ਜੀ, ਯਾਦ ਰੱਖਿਓ। ਇਸ ਤੇ ਵਰਕ ਕਰਨ ਦੀ ਲੋੜ ਹੈ। ਮੈਂ ਉਹ ਨਹੀਂ ਕਰ ਸਕਦਾ ਜੋ ਤੁਸੀਂ ਕਰ ਸਕਦੇ ਹੋ। ਤੁਸੀਂ ਇੱਕ ਗੈਦਰਿੰਗ ਕਰ ਸਕਦੇ ਹੋ ਤੇ ਮੈਨੂੰ ਜੋ ਗੁਰੂ ਪਾਤਸ਼ਾਹ ਨੇ ਦਿੱਤਾ ਹੈ ਤੇ ਮੈਂ ਉਹ ਸ਼ੇਅਰ ਕਰ ਸਕਦਾ। ਇਸ ਤੇ ਆਪਾਂ ਵਰਕ ਕਰੀਏ। ਉਹ ਜ਼ਿੰਮੇਵਾਰੀਆਂ ਤੋਂ ਭੱਜ ਜਾਏਗਾ ਬੱਚਾ, ਨਹੀਂ ਜ਼ਿੰਮੇਵਾਰੀਆਂ ਨਿਭਾ ਸਕੇਗਾ। ਜਿਸ ਬੱਚੇ ਦੀ ਨੀਂਹ ਬਚਪਨ ਤੋਂ ਕਮਜ਼ੋਰ ਹੋ ਗਈ, ਤੇ ਬਚਪਨ ਤੋਂ ਕਮਜ਼ੋਰ ਕਰਨ ਵਾਸਤੇ ਕਿੰਨਾ ਕਮਾਲ ਦਾ ਨੁਕਤਾ, ਜਿਨ ਕੇ ਜਣੇ ਵਡੀਰੇ ਤੁਮ ਹੋ ਤਿੰਨ ਸਿਓ ਝਗਰਤ। ਆਹ ਧਰਮ ਹੈ ਜੀ, ਆਹ ਧਰਮ ਹੈ। ਇਮਾਨਦਾਰੀ ਧਰਮ ਹੈ, ਪਰਉਪਕਾਰ ਧਰਮ ਹੈ। ਮੱਥਾ ਟੇਕ ਕੇ ਕਹਿਣਾ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੇ ਸਰਬੱਤ ਦਾ ਭਲਾ। ਇਹ ਤਾਂ ਕਹਿਣਾ ਹੈ, ਇਹ ਤਾਂ ਕਹਿਣਾ ਹੈ ਜੀ। ਇਹ ਆਪਾਂ ਨੂੰ ਮੇਰੇ ਖਿਆਲ ਹੈ 1 ਮਹੀਨੇ ਬਾਅਦ ਮਿਲਦੇ ਆ। 1 ਮਹੀਨੇ ਬਾਅਦ ਮਿਲ ਰਹੇ ਆ। 1 ਮਹੀਨੇ ਦੇ ਵਿੱਚ ਆਪਾਂ ਸਾਰੇ ਪੜਚੋਲ ਕਰੀਏ, ਮੈਂ ਵੀ ਪੜਚੋਲ ਕਰਾਂ ਵੀ ਆਪਣੇ ਵਾਸਤੇ, ਆਪਣੇ ਪਰਿਵਾਰ ਲਈ ਕੀ ਕੀਤਾ ਤੇ ਕਿਸੇ ਲਈ ਕੀ ਕੀਤਾ। ਤਾਂ ਜਿਹੜਾ ਮੱਥਾ ਟੇਕ ਕੇ ਕਿਹਾ ਸੀ ਨਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਤੇ ਸਵਾਰਥ ਵਿੱਚ ਨਹੀਂ ਹੋ ਸਕੇਗਾ ਜੀ, ਇਹ ਯਾਦ ਰੱਖਿਓ। ਲੋਭ ਵਿੱਚ ਨਹੀਂ ਹੋ ਸਕੇਗਾ। ਜਦੋਂ ਤੇਰੇ ਅੰਦਰ ਗੁਰੂ ਪਾਤਸ਼ਾਹ ਕਹਿੰਦੇ ਜਿਹੜਾ ਧਰਮ ਹੈ ਨਾ, ਸਤਜੁਗ ਰਥ ਸੰਤੋਖ ਦਾ, ਸੰਤੋਖ ਤਾਂ ਬਣ ਗਿਆ ਧਰਮ। ਸੰਤੋਖ ਦੇ ਗੁਣ ਦੇ ਵਿੱਚ ਬੈਠ ਕੇ ਤੇਰਾ ਜੀਵਨ ਚੱਲਦਾ ਹੈ। ਤੇ ਜ਼ਿੰਮੇਵਾਰੀਆਂ ਇਹ ਸੋਚ ਕੇ ਮੈਂ ਜੋ ਬੱਚਿਆਂ ਅੰਦਰ ਭਰ ਰਿਹਾ ਅੰਕਲ ਜੀ, ਇੱਕੋ ਹੀ ਨੁਕਤਾ ਉਹਨਾਂ ਨੂੰ ਹਿਲਾ ਕੇ ਰੱਖ ਦਿੰਦਾ ਹੈ। ਪੁੱਤ ਬਸ ਤੂੰ ਇਹ ਸਮਝ ਲੈ ਕਿ ਤੂੰ ਰੱਬ ਦਾ ਪੁੱਤਰ ਹੈ, ਤੇ ਧੀਏ ਤੂੰ ਇਹ ਸਮਝ ਲੈ ਮੈਂ ਰੱਬ ਦੀ ਧੀ ਹਾਂ। ਤੂੰ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਣ ਜੋਗੇ ਹੋਵੇ। ਤੇ ਮੇਰਾ ਫੋਕਸ ਹੀ ਹੈ ਕਿ ਰੱਬੀ ਪੁੱਤਰ ਬਣੋ, ਰੱਬੀ ਧੀਆਂ ਬਣੋ। ਤੇ ਜਿਹੜਾ ਅਗਲਾ ਪੁਆਇੰਟ ਜਿਹੜਾ ਉਹਨਾਂ ਨੂੰ ਲਿਖਾਇਆ ਜਾਂਦਾ ਹੈ, ਫਿਰ ਉਹਨੂੰ ਯਾਦ ਕਰਾਇਆ ਜਾਂਦਾ ਹੈ ਕਿ ਜੇ ਤੁਸੀਂ ਰੱਬ ਦੇ ਪੁੱਤਰ, ਰੱਬ ਦੀ ਧੀ ਬਣ ਗਏ ਨਾ, ਤੇ ਤੁਹਾਨੂੰ ਇੱਦਾਂ ਲੱਗੇਗਾ ਮੇਰੀ ਮਾਂ ਤਾਂ ਰੱਬ ਬਣ ਗਈ। ਜਦੋਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਤੁਸੀਂ ਰੱਬ ਦੀਆਂ ਨਿਸ਼ਾਨੀਆਂ ਦੇਖੋਗੇ ਨਾ, ਤੇ ਆਪਣੇ ਘਰ ਵਿੱਚੋਂ ਮਾਂ-ਬਾਪ ਨੂੰ ਦੇਖੋਗੇ, ਸੱਚੇ ਆ ਬੱਚਾ ਦੇਖ ਹੀ ਨਹੀਂ ਰਿਹਾ ਮਾਂ-ਬਾਪ ਨੂੰ। ਮਾਂ ਦੀਆਂ ਕੁਰਬਾਨੀਆਂ, ਦਾਦੇ ਦੀਆਂ ਕੁਰਬਾਨੀਆਂ, ਪੜਦਾਦੇ ਦੀਆਂ ਕੁਰਬਾਨੀਆਂ ਦੇਖ ਨਹੀਂ ਰਿਹਾ। ਤੇ ਜਦੋਂ ਇਹ ਧਰਮ ਗੁਰੂ ਸਾਹਿਬ ਦਾ ਸਿਖਾਇਆ ਹੋਇਆ ਧਰਮ ਜ਼ਿੰਦਗੀ ਵਿੱਚ ਰਥਵਾਨ ਬਣ ਗਿਆ ਨਾ, ਤਾਂ ਤੇਰੇ ਅੰਦਰ ਸਤਜੁਗ ਹੈ। ਤੂੰ ਜਿੱਥੇ ਬੈਠ ਕੇ ਵਿਚਾਰਾਂ ਕਰੇਗਾ, ਸਤਜੁਗੀ ਮਾਹੌਲ ਸੱਚ ਲੱਭੇਗਾ। ਸਤਜੁਗ ਰਥ ਸੰਤੋਖ ਦਾ ਧਰਮ ਅਗੈ ਰਥਵਾਨ, ਤ੍ਰੇਤੈ ਰਥ ਜਤੈ ਕਾ ਜਾਤ। ਇੱਕ ਹਿੰਦੂਇਜ਼ਮ ਵਾਲੇ ਮੰਨਦੇ ਸੀ ਕਿ ਜਾਤ ਜੇ ਪ੍ਰਾਈਵੇਟ ਪਾਰਟ ਨੂੰ ਕੰਟਰੋਲ ਕਰਕੇ ਰੱਖਿਆ ਤਾਂ ਜਾਤ ਹੈ। ਵਿਆਹ ਨਹੀਂ ਕਰਾਇਆ, ਸੈਕਸ ਨਹੀਂ ਕੀਤਾ ਤਾਂ ਇਹ ਜਾਤ ਹੈ। ਪਰ ਗੁਰਮਤਿ ਨੇ ਜਾਤ ਦਾ ਬਹੁਤ ਵਾਈਡ ਕਨਸੈਪਟ ਦਿੱਤਾ ਹੈ। ਘਰ ਦੇ ਵਿੱਚ ਕੋਈ ਗੱਲ ਹੋ ਗਈ, ਬੱਚੇ ਨੇ ਡਿਸਰਿਸਪੈਕਟ ਕੀਤੀ, ਬਜ਼ੁਰਗ ਸਿਆਣਾ ਹੈ, ਬਜ਼ੁਰਗ ਨੂੰ ਪਤਾ ਹੈ ਜੇ ਮੈਂ ਹੁਣ ਇੱਥੇ ਬੋਲਿਆ ਨਾ, ਇਹ ਕਹਾਣੀ ਹੋਰ ਵਧੇਗੀ। ਕੋਈ ਗੱਲ ਨਹੀਂ, ਮੈਂ ਇਹਨੂੰ ਕੱਲ ਨੂੰ ਸਮਝਾ ਦੂੰ, ਪਰਸੋਂ ਸਮਝਾ ਦੂੰ, ਤੇ ਮੈਂ ਇੱਥੇ ਮੈਨੂੰ ਚੁੱਪ ਚੰਗੀ ਹੈ। ਇਹ ਵੀ ਇੱਕ ਜਾਤ ਹੈ, ਸੰਜਮ ਕਹਿੰਦੇ ਆ, ਇਹ ਵੀ ਜਾਤ ਹੈ। ਤੇ ਗੁਰੂ ਪਾਤਸ਼ਾਹ ਨੇ ਇਹਦੇ ਬਾਰੇ ਵੀ ਕਮਾਲ ਦੀਆਂ ਗੱਲਾਂ ਸਿਖਾ ਦਿੱਤੀਆਂ। 2 ਚੀਜ਼ਾਂ ਤਾਂ ਬੜੀਆਂ ਕਮਾਲ ਦੇ ਛੋਟੇ ਛੋਟੇ ਨੁਕਤੇ। ਪਹਿਲਾ, ਜਿੱਥੇ ਬੋਲਣ ਹਾਰੀ ਹੈ ਤਿੱਥੇ ਚੰਗੀ ਚੁੱਪ। ਜਦੋਂ ਸਾਡੇ ਬੋਲਾਂ ਦਾ ਅਸਰ ਨਾ ਹੋਵੇ, ਚਾਹੇ ਸਾਡੇ ਆਪਣੇ ਪੁੱਤ ਤੇ ਨਾ ਹੋਵੇ, ਚਾਹੇ ਸਾਡੀ ਆਪਣੀ ਧੀ ਤੇ ਨਾ ਹੋਵੇ, ਉੱਥੇ ਜੇ ਬੋਲੀ ਜਾਵਾਂਗੇ ਨਾ ਤੇ ਘਰ ਦਾ ਮਾਹੌਲ ਖਰਾਬ ਕਰ ਲਵਾਂਗੇ। ਆਪੇ ਘਰ ਬਣਾਇਆ ਤੇ ਆਪੇ ਪੱਟਿਆ ਵਾਲੀ ਗੱਲ ਹੋ ਜਾਏਗੀ। ਇਹ ਪਛਤਾਵਾ ਜ਼ਿੰਦਗੀ ਵਿੱਚੋਂ ਲੱਥੇਗਾ ਨਹੀਂ। ਤਾਂ ਦੇਖਣਾ ਮੇਰੇ ਬੋਲਾਂ ਦਾ ਅਸਰ ਹੁੰਦਾ ਤਾਂ ਬੋਲਣਾ, ਨਹੀਂ ਤਾਂ ਜਿੱਥੇ ਬੋਲਣ ਹਾਰੀਏ, ਜਿੱਥੇ ਬੋਲ ਹੀ ਹਾਰ ਗਏ ਉੱਥੇ ਚੁੱਪ ਚੰਗੀ ਹੈ। ਤੇ ਦੂਸਰਾ ਨੁਕਤਾ ਸਿਖਾਇਆ, ਜਬ ਲਗ ਦੁਨੀਆ ਰਹੀਐ ਨਾਨਕ, ਕਿਛ ਸੁਣੀਐ ਕਿਛ, ਯਾਨੀ ਸਾਰਾ ਕੁਝ ਨਹੀਂ ਸੁਣਨਾ, ਕਿਛ ਸੁਣੀਐ ਤੇ ਸਾਰਾ ਕੁਝ ਨਹੀਂ ਕਹਿਣਾ। ਤੇ ਇੱਥੇ ਮੈਂ ਇੱਕ ਸੁਝਾਅ ਵੀ ਦੇ ਕੇ ਜਾਵਾਂਗਾ, ਐਸ ਸਭਾ ਨੂੰ ਸਭ ਕੁਝ ਕਹਿਣ ਵਾਲੇ ਪਾਸੇ ਨਾ ਲੈ ਜਾਇਓ, ਫਿਰ ਅਗਰੈਸਿਵਨੈਸ ਪੈਦਾ ਹੋ ਜਾਏਗੀ। ਇੱਕ ਨੇ ਕਿਹਾ ਦੂਜਾ ਅਗਰੈਸਿਵ ਹੋ ਜਾਏਗਾ, ਦੂਜਾ ਉਦੋਂ ਚਿੜ ਕੇ ਪਏਗਾ।
ਫਿਰ ਜਿਹੜੇ ਚਿੰਤਾਵਾਨ ਹੁੰਦੇ ਉਹਨਾਂ ਨੂੰ ਫਿਕਰ ਪੈਦਾ ਲੜੀ ਨਾ ਪੈਣ, ਇਹਨਾਂ ਨੂੰ ਹਸਪਤਾਲ ਗੱਲ ਕਰਾਓ, ਗੱਲ ਛੱਡੋ, ਇਹਨਾਂ ਦੀ ਟੌਪਿਕ ਬਦਲੋ। ਇਸ ਲਈ ਸਭ ਕੁਝ ਨਹੀਂ ਕਹਿਣਾ, ਸਭ ਕੁਝ ਤਾਂ ਘਰ ਵਿੱਚ ਵੀ ਨਹੀਂ ਕਹਿਣਾ। ਇਹ ਜਾਤ ਹੈ, ਇਹ ਸੰਜਮ ਹੈ। ਇੱਕ ਪਾਸੇ ਆਪਸ਼ਨ ਹੋਣ ਵੀ ਆਹ ਕੰਮ ਕਰਨੇ ਨੇ ਤਾਂ ਬਹੁਤ ਸਾਰਾ ਪੈਸਾ ਕਮਾਇਆ ਜਾ ਸਕਦਾ ਹੈ। ਇੱਕ ਪਾਸੇ ਆਪਸ਼ਨ ਹੈ ਆਹ ਕੰਮ ਕੀਤੇ ਜਾਣ, ਉਹ ਕਮਾਈ ਤੇ ਨਹੀਂ ਮਿਲੇਗੀ ਪਰ ਅਸੀਸਾਂ ਮਿਲਣਗੀਆਂ। ਇੱਥੇ ਮਨ ਤਾਂ ਕਦੀ ਨਹੀਂ ਕਹੇਗਾ ਕਿ ਇੱਧਰ ਤੁਰ, ਮਨ ਤਾਂ ਉਧਰਲੇ ਪਾਸੇ ਜਾਣ ਨੂੰ ਕਹੇਗਾ, ਪਰ ਮਨ ਨੂੰ ਮੈਨੇਜ ਕਰਕੇ ਕਹਿਣਾ ਨਹੀਂ ਨਹੀਂ, ਇਹਨਾਂ ਅਸੀਸਾਂ ਨੇ ਮੇਰੇ ਪੁੱਤ ਤੇ ਧੀ ਦਾ ਜੀਵਨ ਸੰਵਾਰ ਦੇਣਾ ਹੈ, ਮੇਰੀਆਂ ਅਗਲੀਆਂ ਪੀੜ੍ਹੀਆਂ ਦਾ ਸੰਵਾਰ ਦੇਣਾ ਹੈ। ਇਹ ਪੈਸਾ ਤਾਂ ਪਤਾ ਨਹੀਂ ਅਗਲੀ ਪੀੜ੍ਹੀ ਤੱਕ ਚੱਲੇ ਕਿ ਨਾ ਚੱਲੇ। ਪ੍ਰਾਪਰਟੀ ਦੀ ਖੇਡ ਤਾਂ ਅੱਜ ਇੱਦਾਂ ਬਣਦੀ ਜਾ ਰਹੀ ਹੈ ਕਿ ਬਾਪੂ ਸਾਰੀ ਜ਼ਿੰਦਗੀ ਕਹਿੰਦਾ ਹੈ ਕਿ ਤਾਂ ਬੱਚਿਆਂ ਲਈ ਹੈ, ਬੱਚਿਆਂ ਲਈ ਮੁੱਠੀ ਖੋਲਦਾ ਨਹੀਂ, ਮੁੱਠੀ ਜਿਉਂਦੇ ਜੀ ਖੋਲਦਾ ਨਹੀਂ। ਕੋਈ ਬਦਲਾ ਜਿਹੜਾ ਜਿਉਂਦੇ ਜੀ ਖੋਲ ਕੇ ਬੱਚਿਆਂ ਨੂੰ ਦੇ ਜਾਂਦਾ ਹੈ, ਤੇ ਉਧਰ ਬੱਚੇ ਵੀ ਇਸੇ ਗੱਲ ਦੀ ਚਿੜਦੇ ਨੇ ਵੀ ਸਾਡੇ ਲਈ ਕਾਹਦਾ ਫਿਰ ਅਸੈਮੀ ਹੰਕਾਰ ਚੁੱਕੀ ਬੈਠੇ। ਜਦੋਂ ਲੋੜਾਂ ਸੀ ਉਦੋਂ ਕੰਮ ਨਹੀਂ ਦਿੱਤਾ, ਜਦੋਂ ਐਜੂਕੇਸ਼ਨ ਦੀਆਂ ਲੋੜਾਂ ਸੀ ਕੰਮ ਨਹੀਂ ਦਿੱਤਾ, ਤੇ ਘਰ ਵਿੱਚ ਕਈ ਵਾਰੀ ਸਟ੍ਰੈਸ ਹੀ ਬਟਵਾਰੇ 'ਤੇ ਪੈ ਜਾਂਦਾ। ਮੈਂ ਇਸ ਅਮਰੀਕਾ ਦੇ ਵਿੱਚ ਕੁਝ ਵਾਹਿਗੁਰੂ ਇਸ ਕੈਨੇਡਾ ਦੇ ਵਿੱਚ ਵੀ 2 ਪਰਿਵਾਰ ਨਾਮ ਨਹੀਂ ਲੈਣਾ ਚਾਹਾਂਗਾ, ਸ਼ਹਿਰ ਦਾ ਨਾਮ ਵੀ ਨਹੀਂ ਲੈਣਾ ਚਾਹਾਂਗਾ, ਜਿੱਥੇ ਇਸ ਡਿਪਰੈਸ਼ਨ ਨੇ ਮੌਤਾਂ ਵੀ ਕਰਵਾ ਦਿੱਤੀਆਂ। ਇਹ ਡਿਪਰੈਸ਼ਨ ਨਸ਼ਿਆਂ ਵੱਲ ਵੀ ਲੈ ਗਿਆ ਵੀ ਸਾਡੀ ਇਸ ਜ਼ਮੀਨ, ਸਾਡੇ ਹਿੱਸੇ ਦੀ ਜ਼ਮੀਨ ਨਹੀਂ ਮਿਲ ਰਹੀ। ਇਹਦਾ ਮਤਲਬ ਅੰਦਰ ਸੰਤੋਖ ਨਹੀਂ, ਅੰਦਰ ਸਬਰ ਨਹੀਂ, ਅੰਦਰ ਸੰਜਮ ਨਹੀਂ। ਤੇ ਜਦੋਂ ਇਹ ਸੰਜਮ ਆ ਗਿਆ ਨਾ, ਤ੍ਰੇਤਾ ਰਥ ਜਤੈ ਦਾ ਜੋਰ ਅਗੈ ਰਥਵਾ, ਤੇ ਉਹਦੇ ਕੋਲ ਇੱਕ ਕੈਪੇਬਿਲਿਟੀ ਹੁੰਦੀ ਹੈ, ਉਹਦੇ ਕੋਲ ਇੱਕ ਸਟਰੈਂਥ ਹੁੰਦੀ ਹੈ, ਉਹਦੇ ਅੰਦਰ ਸਮਰੱਥਾ ਹੁੰਦੀ ਹੈ। ਸਮਰੱਥਾ ਦੀ ਗੱਲ ਦੱਸਾਂ, ਆਪਾਂ ਬੈਠੇ ਗੱਲਾਂ ਕਰਦੇ ਹਾਂ, ਤੇ ਮੈਂ ਇਹ ਵੀ ਇੱਕ ਸੁਝਾਅ ਦੇਵਾਂਗਾ, ਜੇ ਤੁਸੀਂ ਇਸ ਸਭਾ ਨੂੰ ਵਧੀਆ ਸਭਾ ਬਣਾਉਣੀ ਚਾਹੁੰਦੇ ਨਾ, ਤੇ ਕੋਸ਼ਿਸ਼ ਕਰੋ ਜਿਹੜੇ ਨੇ ਵੀ ਬੋਲਣਾ ਖੜ ਕੇ ਬੋਲੇ, ਕਿਉਂਕਿ ਖੜ ਕੇ ਬੋਲਣ ਨਾਲ ਬੜਾ ਸੰਜਮ ਆ ਜਾਂਦਾ, ਸੰਜਮ ਵੀ ਆ ਜਾਂਦਾ ਹੈ। ਤੇ ਸਟਰੈਂਥ ਤੋਂ ਬਿਨਾਂ ਆਪਾਂ ਦੇਖਦੇ ਜਿਹੜਾ ਸਾਥ ਦੇ ਵਿੱਚ ਮੈਨ ਆਫ ਦਾ ਮੈਚ ਹੁੰਦਾ ਸੀ ਨਾ, ਵੀ ਇਹ ਤਾਂ ਕਿਸੇ ਦੀ ਗੱਲ ਡਿੱਗਣ ਨਹੀਂ ਦਿੰਦਾ, ਤੇ ਕੋਈ ਅਨਾਉਂਸਮੈਂਟ ਕਰਨੀ ਹੁੰਦੀ, ਅਨਾਉਂਸਮੈਂਟ ਕਰ ਦੋ, ਕਹਿੰਦਾ ਮੈਥੋਂ ਨਹੀਂ ਹੁੰਦੀ, ਸਪੀਕਰ 'ਚ ਅਨਾਉਂਸਮੈਂਟ ਨਹੀਂ ਹੁੰਦੀ, ਬੰਦਾ ਸਟੇਜ ਤੇ ਖੜੇ ਕੰਬਦਾ। ਇਹਦਾ ਮਤਲਬ ਹਰ ਚੀਜ਼ ਦੀ ਇੱਕ ਸਟਰੈਂਥ ਹੈ। ਬਹੁਤ ਐਸੇ ਨੇ ਜਿਹੜੇ ਪੜ੍ਹੇ ਨੇ ਪਰ ਪੜ੍ਹਾ ਨਹੀਂ ਸਕਦੇ, ਪੜ੍ਹਾ ਨਹੀਂ ਸਕਦੇ। ਬਹੁਤ ਐਸੇ ਨੇ ਜਿਹੜੇ ਸਕੂਲ ਦੀਆਂ ਕਿਤਾਬਾਂ ਪੜ੍ਹਾ ਸਕਦੇ ਨੇ, ਘਰ ਦੇ ਵਿੱਚ ਬੱਚਿਆਂ ਨੂੰ ਮੈਨਰਸ ਨਹੀਂ ਪੜ੍ਹਾ ਸਕਦੇ। ਇਸ ਲਈ ਸਮਰੱਥਾ ਚਾਹੀਦੀ ਹਰ ਚੀਜ਼ ਦੀ। ਉਹ ਸਟਰੈਂਥ ਜਿਹੜਾ ਜ਼ੋਰ ਹੈ ਜੀ, ਉਹ ਤਾਕਤ ਹੈ। ਜਦੋਂ ਤੇਰੇ ਅੰਦਰ ਆ 2 ਚੀਜ਼ਾਂ ਆ ਗਈਆਂ, ਤੇਰੇ ਅੰਦਰ ਤ੍ਰੇਤਾ ਆ ਗਿਆ, ਤਾਂ ਤੂੰ ਸਤਜੁਗੀ ਮਾਹੌਲ ਬਣਾ ਸਕਦਾ ਹੈ, ਆਪਣੇ ਘਰ ਵਿੱਚ ਵੀ, ਆਪਣੇ ਅੰਦਰ ਵੀ, ਆਪਣੇ ਬਾਹਰ ਵੀ। ਦੁਆਪਰ ਰਥ ਤਪੈ ਕਾ ਤਪ, ਸਾਡਾ ਤਪ ਉਹ ਨਹੀਂ ਜੀ ਜਿਹੜਾ ਦੂਜੀਆਂ ਕੌਮਾਂ ਦਾ ਤਪ। ਖੇਤੀ ਦੀ ਗੱਲ ਚੱਲੀ, ਖੇਤੀ ਵਾਸਤੇ ਜਿਹੜੇ ਵੀ ਸੱਜਣ ਆ ਕੇ ਇੱਥੇ ਖੇਤੀ ਦੀਆਂ ਬਾਤਾਂ ਤੁਹਾਡੇ ਨਾਲ ਕਰਦੇ ਨੇ ਨਾ ਜੀ, ਉਹਨਾਂ ਦਾ ਇਸ ਪਾਸੇ ਤਿਆਰੀ ਕਰਨੀ ਹੈ, ਸਭ ਕੁਝ ਕਰਨਾ ਤਪ ਹੈ ਜੀ, ਉਹਨਾਂ ਦਾ ਤਪ ਹੈ। ਜਦੋਂ ਤੁਸੀਂ ਦੂਜਿਆਂ ਲਈ ਕੁਝ ਕਰਨ ਤੁਰੋਗੇ ਨਾ, ਤਾਂ ਤੁਹਾਨੂੰ ਆਪਣਾ ਛੱਡ ਕੇ ਕੁਝ ਮੁਸ਼ਕਲਾਂ ਵੀ ਝੱਲਣੀਆਂ ਪੈ ਸਕਦੀਆਂ ਨੇ, ਤੁਹਾਨੂੰ ਵਿਰੋਧ ਵੀ ਝੱਲਣਾ ਪੈ ਸਕਦਾ ਹੈ, ਤੁਹਾਨੂੰ ਨਿੰਦਾ ਵੀ ਝੱਲਣੀ ਪੈ ਸਕਦੀ ਹੈ। ਕਦੀ ਲੋਕਾਂ ਨੇ ਨਿੰਦਾ ਇੰਨੀ ਸਿਖਰ ਦੀ ਕੀਤੀ, ਵਿਰੋਧ ਇੰਨਾ ਸਿਖਰ ਦਾ ਕੀਤਾ, ਗੁਰੂ ਪਾਤਸ਼ਾਹ ਭਾਈ ਮਰਦਾਨੇ ਕੋਲੇ ਕੁਝ ਗੱਲਾਂ ਕਰਦੇ ਨੇ, ਲੱਗਦਾ ਕਿ ਉਸ ਵੇਲੇ ਦਿਲ ਰੋਇਆ। ਉਹ ਗੱਲ ਅੱਜ ਗੁਰੂ ਗ੍ਰੰਥ ਸਾਹਿਬ 'ਚ ਅੰਕਿਤ ਹੈ। ਉਹ ਕਹੈ ਭੂਤਨਾ, ਉਹ ਕਹੈ ਬੇਤਾਲਾ, ਮਰਦਾਨਿਆਂ ਭੂਤਨਾ ਕਹਿੰਦੇ ਨੇ। ਮਰਦਾਨਾ ਕਹਿੰਦਾ ਸਤਿਗੁਰ ਸੱਚੇ ਪਾਤਸ਼ਾਹ ਜੀ, ਮੈਨੂੰ ਨਾ ਇਸ ਪਿੰਡ ਵਿੱਚ ਭੇਜੋ, ਕਿਉਂਕਿ ਗੁਰੂ ਪਾਤਸ਼ਾਹ ਬਾਹਰ ਬੈਠ ਜਾਂਦੇ ਸੀ। ਮਰਦਾਨਿਆਂ ਤੂੰ ਜਾ, ਮੰਗੀ ਨਾ, ਸਤਿਗੁਰੂ ਮੈਂ ਨਹੀਂ ਜਾਂਦਾ, ਮੈਨੂੰ ਨਾ ਭੇਜੋ। ਉਹ ਪਹਿਲਾਂ ਤਾਂ ਇਹ ਪੁੱਛਦੇ ਨੇ ਵੀ ਤੁਸੀਂ ਕਿਹੜੀ ਕੁੱਲ ਚੋਂ, ਤੁਹਾਡੇ ਨਾਮ ਨੂੰ ਲੈ ਕੇ ਤੁਹਾਡੀ ਕੁੱਲ ਪਛਾਣਦੇ ਪਏ ਨੇ, ਤੇ ਮੇਰੇ ਨਾਮ ਨੂੰ ਲੈ ਕੇ ਮੇਰੀ ਕੁੱਲ ਪਛਾਣਦੇ ਪਏ ਨੇ। ਤੇ ਜਦੋਂ ਕੁੱਲ ਪਛਾਣਦੇ ਨੇ ਤੇ ਉਹਨਾਂ ਨੂੰ ਇਦਾਂ ਲੱਗਦਾ ਕਿ ਤੁਸੀਂ ਹਿੰਦੂ ਕੁੱਲ ਦੇ ਵਿੱਚੋਂ ਤੇ ਮੈਂ ਮੁਸਲਮਾਨ ਕੁੱਲ ਦੇ ਵਿੱਚੋਂ ਹਾਂ। ਇਹ ਤਾਂ ਲੋਕ ਨਿੰਦਾ ਕਰਦੇ ਨੇ, ਬਾਬਾ ਮੈਂ ਨਹੀਂ ਜਾਣਾ। ਗੁਰੂ ਪਾਤਸ਼ਾਹ ਕਹਿੰਦੇ ਮਰਦਾਨਿਆਂ, ਨਫ਼ਰਤ ਨਹੀਂ ਕਰੀਦੀ, ਤਰਸ ਕਰ, ਇਹਨਾਂ ਨੂੰ ਪਤਾ ਹੀ ਕੁਛ। ਉਸ ਸ਼ਬਦ ਵਿੱਚ ਜੇ ਤਰਸ ਦੀ ਭਾਵਨਾ ਦੇਖਣੀ ਹੈ, ਕਦੀ ਉਸ ਸ਼ਬਦ ਨੂੰ ਵਿਚਾਰ ਕੀਤੀ। ਤੇ ਗੁਰੂ ਪਾਤਸ਼ਾਹ ਸਬਰ ਸੰਤੋਖ ਨੂੰ ਕਿਵੇਂ ਸਿਖਾਉਂਦੇ ਸਨ, ਉਹਦੀ ਵੀ ਇੱਕ ਬੜੀ ਸੋਹਣੀ ਕਹਾਵਤ ਹੈ। ਗੁਰੂ ਪਾਤਸ਼ਾਹ ਦੇ ਭਾਈ ਮਰਦਾਨਾ ਬੈਠੇ ਨੇ, ਤੇ ਸਾਹਮਣੇ ਇੱਕ ਗੰਨੇ ਦੇ ਖੇਤ ਵਾਲੇ ਨੇ ਘਲਾੜੀ ਲਾਈ ਹੋਈ,
ਆਪਣਾ ਹੀ ਖੇਤ ਹੈ ਤੇ ਆਪਣੀ ਘਲਾੜੀ ਤੇ ਉਹਦੇ ਤੇ ਗੁੜ ਨਾ ਉਬਲ ਰਿਹਾ ਉਹਦੇ 'ਚ ਤੇ ਉਹਦੀ ਬੜੀ ਸੋਹਣੀ ਸਮੈਲ ਆ ਰਹੀ, ਆਪਾਂ ਸਾਰੇ ਜਾਣਦੇ ਹਾਂ ਗੁੜ ਦੀ ਸਮੈਲ ਇੱਕ ਐਸੀ ਸਮੈਲ ਹੈ ਜਿਹੜੀ ਖਾਣ ਨੂੰ ਜੀ ਕਰ ਹੀ ਹੁੰਦਾ। ਗੱਲ ਦੇ ਵਿੱਚੋਂ ਇੱਕ ਹੋਰ ਗੱਲ, ਕਹਿੰਦੇ ਗੁੜ ਰੱਬ ਕੋਲੇ ਗਿਆ, ਕਹਿੰਦਾ ਜੀ ਮੇਰੀ ਇੱਕ ਫਰਿਆਦ ਹੈ ਕਿ ਮੈਨੂੰ ਜਿਹੜਾ ਦੇਖਦਾ ਉਹੀ ਖਾ ਲੈਂਦਾ, ਮੇਰਾ ਹੱਲ ਕਰੋ। ਕਹਿੰਦੇ ਰੱਬ ਚੁੱਪ। ਉਹ ਫਿਰ ਕਹਿੰਦਾ ਵੀ ਮੇਰੀ ਫਰਿਆਦ ਤਾਂ ਸੁਣ ਲਓ ਜੀ, ਮੇਰੇ ਬਾਰੇ ਚੁੱਪ ਹੋ ਗਏ। ਕਹਿੰਦੇ ਰੱਬ ਫਿਰ ਚੁੱਪ। ਜਦੋਂ ਤੀਜੀ ਵਾਰ ਗੁੜ ਨੇ ਕਿਹਾ ਨਾ, ਕਹਿੰਦਾ ਜੀ ਮੇਰੀ ਫਰਿਆਦ ਨਹੀਂ ਸੁਣਦੇ, ਤੇ ਕਹਿੰਦੇ ਰੱਬ ਕਹਿੰਦਾ ਚਲਿਆ ਜਾ, ਮੇਰਾ ਵੀ ਖਾਣ ਨੂੰ ਜੀ ਕਰ। ਜਾਨੀ ਇਹ ਗੁੜ ਦੀ ਇੱਕ ਦੱਸੀ ਜਾਨੀ ਇਹਦੇ ਵਿੱਚੋਂ ਕਿ ਗੁੜ ਇੱਕ ਐਸੀ ਚੀਜ਼ ਹੈ ਜੇ ਗਰਮ ਹੋਵੇ ਨਾ, ਉਹਦੀ ਸੁਗੰਧੀ ਹੋਵੇ, ਖਾਣ ਨੂੰ ਜੀ ਕਰਿਆ ਹੁੰਦਾ। ਤੇ ਜਦੋਂ ਸਮੈਲ ਆਈ ਤੇ ਗੁਰੂ ਪਾਤਸ਼ਾਹ ਕਹਿੰਦੇ ਬਾਬਾ ਜੇ ਤੂੰ ਇਜਾਜ਼ਤ ਦੇਵੇਂ, ਕਿਉਂਕਿ ਸੱਤ ਵਚਨ ਦਾ ਅਧਿਕਾਰੀ ਸੀ, ਜੇ ਤੂੰ ਇਜਾਜ਼ਤ ਦੇਵੇਂ ਤਾਂ ਮੈਂ ਗੁੜ ਖਾਇਆ ਮੈਂ। ਸਤਿਗੁਰੂ ਕਹਿੰਦੇ ਪਤਾ ਲਿਆ ਤੈਨੂੰ ਦੋ ਗੱਲਾਂ ਕਹਿੰਦਾ, ਨੰਬਰ ਇੱਕ ਤਾਂ ਮੰਗੀ ਗੁੜ ਚਲਾ ਜੀ ਆਪੇ ਚੁੱਕ ਕੇ ਦੇਗਾ ਤਾਂ ਲੈ ਖਾ ਲਓ। ਦੂਸਰੀ ਗੱਲ ਬੋਲੀ ਨਾ, ਕਈ ਵਾਰੀ ਬਿਨਾਂ ਬੋਲੇ ਪਤਾ ਨਹੀਂ ਕੀ ਨਿਕਲ ਜਾਂਦਾ। ਚਲਿਆ ਗਿਆ ਤਾਂ ਉਹਨੇ ਦੇਖ ਲਿਆ ਵੀ ਧਾਰਮਿਕ ਪੁਰਸ਼ ਨੇ, ਉਹਨੇ ਚੱਕ ਕੇ ਗੁੜ ਦਿੱਤਾ ਤੇ ਗੁੜ ਛਕ ਲਿਆ। ਉਹ ਘਲਾੜੀ ਵਾਲਾ ਕਹਿਣ ਲੱਗਾ ਜੀ ਤੁਸੀਂ ਰੱਬੀ ਬੰਦੇ ਲੱਗ ਰਹੇ ਹੋ ਤੇ ਉਹ ਮਹਾਂਪੁਰਸ਼ ਲੱਗ ਰਹੇ ਨੇ ਜਿਨ੍ਹਾਂ ਦੇ ਤੁਸੀਂ ਚੇਲੇ ਹੋ, ਤੇ ਮੈਂ ਜਿੰਨੀ ਕੁ ਜੋਗਾ ਸੀ ਮੈਂ ਸੇਵਾ ਕੀਤੀ ਹੈ, ਕੁਝ ਮੇਰੇ ਲਈ ਵੀ ਉਹ ਕਰ ਦਿਓ। ਤਾਂ ਉਸ ਤੋਂ ਪਹਿਲਾਂ ਕੀ ਸੀ, ਜਦੋਂ ਭਾਈ ਮਰਦਾਨਾ ਜਾ ਕੇ ਖੜ ਗਿਆ ਨਾ, ਤੇ ਭਾਈ ਮਰਦਾਨੇ ਨੇ ਇਹਨਾਂ ਪੁੱਛਿਆ ਜੀ ਕਿਵੇਂ ਹੈ ਜੀ ਤੁਹਾਡਾ ਕਾਰੋਬਾਰ ਦਾ ਹਾਲ? ਕਹਿੰਦਾ ਪੁੱਛੋ ਨਾ ਜੀ, ਬਸ ਬਚਦਾ ਕੁਝ ਨਹੀਂ ਜੀ ਇਹਦੇ 'ਚ। ਦੱਸੀ ਗਿਆ ਕਾਹਦੇ ਘਲਾੜੇ ਨੇ ਜੀ, ਕਾਹਦੇ ਗੁੜ ਹੈ ਜੀ, ਕਾਹਦਾ ਕਰਨਾ ਹੈ ਜੀ, ਇਹਦੇ ਸਾਰੀ ਮਿਹਨਤ ਕਰੋ ਜੀ, ਪੱਲੇ ਕੁਝ ਨਹੀਂ ਪੈਂਦਾ, ਰੋਂਦਾ ਪਿੱਟਦਾ। ਤੇ ਜਦੋਂ ਉਹ ਅਖੀਰ ਤੇ ਉਹ ਕਹਿੰਦਾ ਜੀ, ਕਹਿੰਦਾ ਕੋਈ ਅਸੀਸ ਦਿਓ, ਤੇ ਕਹਿਣ ਲੱਗਾ ਜੀ ਵੀ ਰੱਬ ਕਰੇ ਤੇਰਾ ਕਾਰੋਬਾਰ 10 ਗੁਣਾ। ਆ ਗਿਆ ਗੁਰੂ ਪਾਤਸ਼ਾਹ ਕੋਲ। ਗੁਰੂ ਪਾਤਸ਼ਾਹ ਕਹਿੰਦੇ ਮਰਦਾਨਿਆਂ ਕਿਵੇਂ ਰਿਹਾ? ਕਹਿੰਦਾ ਜੀ ਪਹਿਲੀ ਗੱਲ 'ਚ ਤਾਂ ਕਾਮਯਾਬ ਰਿਹਾ, ਮੈਂ ਨਹੀਂ ਮੰਗਿਆ ਆਪੇ ਦਿੱਤਾ। ਇਹ ਦੂਜੀ 'ਚ ਕਹਿੰਦੇ ਦੂਜੀ 'ਚ ਥੋੜਾ ਜਿਹਾ ਫੇਲ ਹੋ ਗਿਆ। ਕਹਿੰਦੇ ਕਿਵੇਂ? ਕਹਿੰਦੇ ਜੀ ਉਹਨੂੰ ਤਾਂ ਮੈਂ ਹੋਰ ਫਸਾਇਆ ਹੈ ਜੀ। ਜਦੋਂ ਮੈਂ ਗਿਆ ਸੀ ਉਹ ਕਹਿੰਦਾ ਇਹ ਤਾਂ ਬਚਦਾ ਕੁਝ ਨਹੀਂ ਜੀ, ਇਹ ਤਾਂ ਬੁਰਾ ਹਾਲ ਹੈ ਜੀ, ਏਦਾਂ ਇਹਦੀ ਸਾਰੀ ਜ਼ਿੰਦਗੀ ਇੱਥੇ ਲੱਗ ਗਈ, ਮੈਂ ਤਾਂ ਹੋਰ 10 ਗੁਣਾ ਹੋਰ ਫਸਾਇਆ ਹੈ। ਇਹ ਗੱਲਾਂ ਸਬਰ ਸੰਤੋਖ ਰੱਬੀ ਗੁਣਾਂ ਨੂੰ, ਰੱਬੀ ਸਿਧਾਂਤਾਂ ਨੂੰ ਸਮਝਾਉਣ ਵਾਸਤੇ ਸਾਖੀਆਂ ਦੇ ਵਿੱਚ ਸਾਡੇ ਸਾਹਮਣੇ ਪੇਸ਼ ਕੀਤੀਆਂ ਗਈਆਂ। ਤਾਂ ਜਿਹੜਾ ਤਪ ਹੈ ਜੀ, ਤਪ ਹੈ ਕਿ ਇੱਕ ਤਾਂ ਹੈ ਜੀ ਬੱਚੇ ਦਾ ਪਾਲਣ ਪੋਸ਼ਣ ਕਰਨਾ ਤੇ ਬੱਚੇ ਨੂੰ ਪੜਾਉਣਾ, ਇਹ ਪਹਿਲੀ ਜ਼ਿੰਮੇਵਾਰੀ ਹੈ। ਦੂਜੀ ਜ਼ਿੰਮੇਵਾਰੀ ਇਹਦੇ ਤੋਂ ਕੀਮਤੀ ਹੈ, ਜੇ ਉਹ ਨਾ ਨਿਭਾਈ ਤੇ ਪਹਿਲੀ ਵੀ ਫੇਲ ਹੈ। ਦੂਜੀ ਜ਼ਿੰਮੇਵਾਰੀ ਹੈ ਇਹਦੇ ਅੰਦਰ ਗੁਣ ਕਰਨੇ ਨੇ। ਇੱਥੇ ਆ ਕੇ ਜਿਹੜੇ ਘਰ ਨੇ ਨਾ ਜੀ, ਜਿਹਨੇ ਘਰ ਬਣਾਏ ਨੇ ਜੀ, ਪਹਿਲੀ ਪੀੜ੍ਹੀ ਤਾਂ ਘਰ ਹੀ ਬਣਾਉਂਦੀ ਹੈ, ਦੂਜੀ ਪੀੜ੍ਹੀ ਜਾ ਕੇ ਸੈਟਲ ਹੁੰਦੀ ਹੈ। ਜਿਹਨੇ ਘਰ ਬਣਾਇਆ ਨਾ ਜੀ, ਉਸ ਘਰ ਨੂੰ ਸਵਰਗ ਤਾਂ ਅਗਲੀ ਪੀੜ੍ਹੀ ਨੇ ਬਣਾਉਣਾ ਹੈ, ਯਾਦ ਰੱਖਿਓ। ਉਸ ਨੂੰ ਅਗਲੀ ਪੀੜ੍ਹੀ ਨੇ ਸਵਰਗ ਬਣਾਉਣਾ ਹੈਗਾ। ਜਿਸ ਨੂੰ ਬੰਦਾ ਕਹਿੰਦਾ ਨਾ ਮੇਰੀ ਜਾਇਦਾਦ ਵਧੇ, ਉਹ ਤਾਂ ਅਗਲੀ ਪੀੜ੍ਹੀ ਨੇ ਵਧਾਉਣੀ ਹੈ, ਜੇ ਪੁੱਤ ਤੋਂ ਸਪੁੱਤ ਬਣੇਗਾ। ਤੇ ਗੁਰੂ ਪਾਤਸ਼ਾਹ 'ਚ ਤਰੀਕਾ ਦੱਸਿਆ ਗਿਆ, ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ, ਇਹਨਾਂ ਨੂੰ ਸਪੁੱਤਰ ਬਣਾਉਣਗੀਆਂ। ਤਾਂ ਜੇ ਬੱਚੇ ਨੂੰ ਤੁਸੀਂ ਮੈਨਰਸ ਵੀ ਦੇਣੇ ਨੇ, ਤਾਂ ਇਹਨਾਂ ਦੇਸ਼ਾਂ ਦੇ ਵਿੱਚ ਸਭ ਤੋਂ ਵੱਡਾ ਤਪ, ਜੇ ਤੁਹਾਡੇ 'ਚੋਂ ਕੋਈ ਵੀ ਉਦਮ ਕਰੇ ਨਾ ਜੀ, ਜਿਹੜੇ ਨੌਜਵਾਨ ਨੇ ਉਹਨਾਂ ਨੂੰ ਕਿਤੇ ਮਹੀਨੇ 'ਚੋਂ ਇੱਕ ਦਿਨ, ਜਿਹੜੀ ਸਪੇਸ ਦੀ ਗੱਲ ਹੈ, ਕੋਈ ਸਾਡੇ ਲਰਨਿੰਗ ਸੈਂਟਰ 'ਚ ਆਪਾਂ ਇਕੱਠੇ ਹੋ ਸਕਦੇ ਹਾਂ, ਕੋਈ ਉਹਦੀ ਫੀਸ ਨਹੀਂ, ਠੀਕ ਹੈ। ਉੱਥੇ ਆਪਾਂ ਤੁਸੀਂ ਸਿਰਫ ਗੈਦਰਿੰਗ ਕਰਨ ਜੋਗੇ ਹੋਵੋ, ਇਹ ਵੀ ਕੋਈ ਨਹੀਂ, ਭਾਵੇਂ 5 ਹੋਣ 7 ਹੋਣ 10 ਹੋਣ, ਤੇ ਉੱਥੇ ਆਪਾਂ ਉਹਨਾਂ ਨੌਜਵਾਨਾਂ ਨੂੰ ਇੱਕ ਗੱਲ ਦੱਸੀਏ ਕਿ ਇੱਥੇ ਸਭ ਤੋਂ ਵੱਡਾ ਤਪ ਹੈ ਨੌਜਵਾਨ ਵੀਰੋ, ਇਹ ਨੌਜਵਾਨ ਧੀਓ, ਇੱਥੇ ਸਭ ਤੋਂ ਵੱਡਾ ਤਪ ਹੈ ਬੱਚਿਆਂ ਲਈ ਟਾਈਮ ਕੱਢਣਾ। ਨਹੀਂ ਨਿਕਲ ਪਾ ਰਿਹਾ, ਐਮ ਆਈ ਰਾਈਟ? ਮੇਰਾ ਖਿਆਲ ਹੈ ਸਾਡੇ ਜੋ ਅਗਲੀ ਪੀੜ੍ਹੀ ਉਹ ਵੀਰ ਖੜਾ ਹੈ ਜਿਹੜਾ ਫੋਟੋ ਬਣਾ ਰਿਹਾ, ਜੋ ਇਸ ਨਾਲ ਸਹਿਮਤ ਹੈ। ਤੁਸੀਂ ਕਿਸੇ ਵੀ ਇੱਥੇ ਬੱਚੀ ਨਾਲ, ਕਿਸੇ ਵੀ ਬੱਚੇ ਨਾਲ ਗੱਲ ਕਰਕੇ ਦੇਖੋ, ਜਿਨ੍ਹਾਂ ਦੇ ਛੋਟੇ ਬੱਚੇ ਨੇ, ਉਹ ਤਰਾ ਕਰਦੇ ਪਏ ਨੇ, ਕੀ ਕਰਨ ਕਿਸ਼ਤਾਂ ਨਹੀਂ ਉਤਰਦੀਆਂ ਟਾਈਮ ਕੱਢ ਕੇ। ਤਾਂ ਪਏ ਇਸ ਲਈ ਮੇਰਾ ਸੱਦਾ ਵੀ ਹੈ, ਬਰੋਸ਼ਰ ਦੇ ਉੱਪਰ ਵੀ ਲਿਖਿਆ ਹੋਇਆ, ਜੇ ਪੇਰੈਂਟਸ ਕੋਲੇ ਟਾਈਮ ਨਹੀਂ ਹੈ ਤੇ ਅਸੀਂ ਟਾਈਮ ਕੱਢਣ ਨੂੰ ਤਿਆਰ ਹਾਂ। ਬੱਚਿਆਂ ਦੇ ਅੰਦਰ ਇਹ ਬੀਜ ਬੀਜੀਏ, ਤੇ ਜ਼ਿੰਦਗੀ ਵਿੱਚ ਜੇ ਆਪਣੇ ਬੱਚਿਆਂ ਨੂੰ ਤੁਸੀਂ ਮਿਹਨਤ ਸਿਖਾ ਗਏ, ਜਿਹਨੇ ਘਰ ਸਵਰਗ ਬਣਾਉਣਾ ਹੈ, ਤੇ ਸਭ ਤੋਂ ਵੱਡਾ ਤਪ ਹੈ। ਤੇ ਇਸ ਤਪੱਸਿਆ ਦਾ ਜਿਹੜਾ ਫਲ ਹੈ, ਉਹ ਫਲ ਵੀ ਸਭ ਤੋਂ ਵੱਡਾ ਹੈ। ਇਸ ਲਈ ਅਸੀਂ ਆਪਣੇ ਲਈ ਹੀ ਨਹੀਂ ਜਿਉਣਾ, ਅਸੀਂ ਆਪਣੇ ਲਈ ਹੀ ਨਹੀਂ ਜਿਉਣਾ, ਅਸੀਂ ਦੂਜਿਆਂ ਲਈ ਵੀ
ਜਿਉਣਾ ਹੈ। ਕਿਉਂਕਿ ਸਾਰੀ ਅਰਦਾਸ ਕਰਨ ਤੋਂ ਬਾਅਦ ਅਰਦਾਸ ਵਿੱਚ 14 ਮੰਗਾਂ ਮੰਗੀਆਂ ਗਈਆਂ ਨੇ। 14 ਮੰਗਾਂ ਮੰਗਣ ਤੋਂ ਬਾਅਦ ਇੱਕ ਗੱਲ ਕਹਿਣ ਵਾਸਤੇ ਮੱਥਾ ਟੇਕਿਆ ਗਿਆ। ਇੱਕ ਗੱਲ ਕਹਿਣ ਵਾਸਤੇ ਮੱਥਾ ਟੇਕਿਆ ਗਿਆ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਤਾਂ ਜ਼ਿੰਦਗੀ ਦੇ ਵਿੱਚ ਆਪਣੇ ਘਰ ਦਾ ਮਾਹੌਲ ਬਣਾਉਣ ਵਾਸਤੇ ਤਪ ਕਰਨਾ ਪਵੇਗਾ। ਉਹ ਤਪ ਜ਼ੁਬਾਨ ਦਾ ਵੀ ਹੋਏਗਾ, ਉਹ ਤਪ ਕੰਨਾਂ ਦਾ ਵੀ ਹੋਏਗਾ। ਜੇ ਅਸੀਂ ਆਪਣੇ ਪੁੱਤਰਾਂ ਧੀਆਂ ਨੂੰਹਾਂ ਦੀ ਗੱਲ ਖੁੱਲ੍ਹ ਕੇ ਸੁਣ ਨਹੀਂ ਸਕਦੇ, ਤੇ ਮੇਰਾ ਨੌਜਵਾਨਾਂ ਨੂੰ ਆਮ ਸੱਦਾ ਹੁੰਦਾ ਹੈ ਕਿ ਜੇ ਬੱਚੇ ਨੂੰ ਸੁਣੋ ਪਹਿਲਾਂ। ਅਸੀਂ ਛੇਤੀ ਕਾਊਂਟਰ ਕਰਦੇ ਹਾਂ, ਛੇਤੀ ਕਾਉਂਸਲਿੰਗ ਕਰਦੇ ਹਾਂ। ਇਹ ਚੀਜ਼ ਸਾਨੂੰ ਆ ਸੱਥਾਂ 'ਚੋਂ ਮਿਲੀ ਹੋਈ ਆ। ਤੁਸੀਂ ਮਾੜੀ ਜਿਹੀ ਗੱਲ ਛੇੜ ਕੇ ਦੇਖੋ, ਇੱਥੇ ਕੋਈ ਵੀ ਗੱਲ ਛੇੜੋ ਉਸੇ ਨਾਲ ਸੰਬੰਧਿਤ ਹਰ ਬੰਦਾ ਵਿਚਾਰ ਦੇਣੇ ਚਾਹੇਗਾ। ਤੇ ਜਿਹੜਾ ਮੈਂ ਸੁਝਾਅ ਦਿੱਤਾ ਸੀ, ਜਦੋਂ ਖੜ ਕੇ ਕਰਾਂਗੇ ਨਾ, ਫਿਰ ਉਹਦੀ ਗੱਲ ਪੂਰੀ ਸੁਣੀ ਜਾਂਦੀ ਹੈ, ਉਹ ਗੱਲ ਪੂਰੀ ਕਹਿ ਸਕਦਾ ਹੈ। ਜੇ ਘਰਾਂ ਦੇ ਵਿੱਚ ਇੱਦਾਂ ਕਰਨਾ ਹੋਵੇ, ਜ਼ੁਬਾਨ ਤੇ ਕੰਨਾਂ ਦਾ ਵੀ ਸੁਣਨਾ, ਇਹ ਵੀ ਤਪ ਹੈ। ਅੱਖਾਂ ਦਾ ਵੀ ਤਪ ਹੈ, ਆਪਣੇ ਮਨ ਦੇ ਵਿਚਾਰਾਂ ਦਾ ਵੀ ਤਪ ਹੈ। ਵਿਚਾਰ ਤਾਂ ਬਹੁਤ ਉੱਠਦੇ ਨੇ, ਹਰ ਵਿਚਾਰ ਸਾਨੂੰ ਫਾਇਦਾ ਦੇਣ ਵਾਲਾ ਨਹੀਂ। ਸੋਚਾਂ ਬਹੁਤ ਉੱਠਦੀਆਂ ਨੇ, ਹਰ ਸੋਚ ਫਾਇਦਾ ਦੇਣ ਵਾਲੀ ਨਹੀਂ। ਤਪ ਦੁਆਪਰ ਰਥ ਤਪੈ ਕਾ ਸਤ ਹੈ ਰਥ। ਸਤ ਕੀ ਹੁੰਦਾ? ਦੋ ਸ਼ਬਦ ਨੇ ਜੀ, ਸਤ ਤੇ ਕੂੜ। ਕੂੜ ਹੁੰਦਾ ਜਿਹੜਾ ਸਦਾ ਨਹੀਂ ਰਹਿ ਸਕਦਾ, ਸਤ ਹੁੰਦਾ ਜਿਹੜਾ ਸਦਾ ਰਹਿ ਜਾਂਦਾ। ਆਹ ਜਿਹੜੀ ਸੰਸਾਰ ਅਸੀਂ ਦੇਖ ਰਹੇ ਹਾਂ ਸਦਾ ਨਹੀਂ ਰਹੇਗਾ, ਪਰ ਇਹਦੇ ਪਿੱਛੇ ਜਿਹੜਾ ਕੰਟਰੋਲਰ ਹੈ ਉਹ ਸਦਾ ਰਹੇਗਾ। ਔਗਣ ਸਦਾ ਨਹੀਂ ਰਹਿ ਸਕਦੇ, ਗੁਣ ਸਦਾ ਰਹਿ ਸਕਦੇ। ਮੈਂ ਇੱਕ ਉਦਾਹਰਨ ਦੇਵਾਂ। ਇੱਕ ਔਗਣ ਹੈ ਜੀ ਜਿਹੜਾ ਆਪਣੇ ਆਪ ਹੀ ਇੰਸਟਾਲ ਹੋ ਜਾਂਦਾ। ਮੈਨੂੰ ਲੱਗਦਾ 1% ਭਾਵੇਂ ਕੋਈ ਬਚਿਆ ਹੋਵੇ, ਉਹ ਹੈ ਮਨ ਦਾ ਖਿੱਚਣਾ। ਕਿਤੇ ਮੈਂ ਹੀ ਤਾਂ ਨਹੀਂ ਇਕੱਲਾ ਖਿੱਚਦਾ, ਬਾਕੀਆਂ ਨੂੰ ਵੀ ਆ ਜਾਂਦਾ। ਇੱਦਾਂ ਹੀ ਹੋ ਜਾਂਦਾ ਜੀ। ਜਦੋਂ ਖਿੱਚ ਜਾਂਦਾ ਹੈ ਤੇ ਗੁੱਸਾ ਬਾਹਰੋਂ ਆਉਂਦਾ ਕਿ ਅੰਦਰੋਂ ਉੱਠਦਾ ਜੀ? ਤੇ ਜਦੋਂ ਗੁੱਸਾ ਉੱਠਦਾ ਹੈਗਾ, ਉਦੋਂ ਜ਼ਿਆਦਾ ਇੱਥੇ ਕੁਝ ਕਰਦਾ ਜਾਂ ਕਿਤੇ ਹੋਰ? ਜਦੋਂ ਇੱਥੇ ਕਰਦਾ ਹੈ ਉਦੋਂ ਬਲੱਡ ਪ੍ਰੈਸ਼ਰ ਹਾਈ ਹੁੰਦਾ ਕਿ ਸਲੋ? ਹਾਈ ਹੁੰਦਾ। ਤੇ ਜੇ ਉਹ ਲਗਾਤਾਰ ਰਵੇ ਜੀ, ਕਿੰਨਾ ਕੁ ਚਿਰ ਜਿਉ ਸਕੇਗਾ? ਅੱਜ ਡਾਕਟਰੀ ਕਹਿ ਰਹੀ ਹੈ 72 ਘੰਟੇ ਨਹੀਂ ਜਿਉ ਸਕਦਾ। ਜੇ ਅੱਤ ਦਰਜੇ ਦਾ ਗੁੱਸਾ ਤੇ ਹਾਈ ਲੈਵਲ ਦਾ 180, ਜਦੋਂ ਗੁੱਸੇ ਨੇ, ਹੋਰ ਕਈ ਬਿਮਾਰੀਆਂ ਕਾਰਨ ਵੀ ਹੈ, ਬਿਮਾਰੀਆਂ ਕਾਰਨ ਵੀ ਹੈ। ਅਗਰ ਕ੍ਰੋਧ ਕਰਕੇ ਜਿਹੜਾ ਬਲੱਡ ਪ੍ਰੈਸ਼ਰ ਹੈ 170 ਤੋਂ ਉੱਪਰ ਗਿਆ ਹੈਗਾ, ਤਾਂ ਉਹ 72 ਘੰਟੇ ਨਹੀਂ ਕੱਟ ਸਕਦਾ, ਨਾਲੀ ਫਟ ਜਾਏਗੀ। ਤੇ ਕ੍ਰੋਧ ਦੇ ਆਪੋਜਿਟ ਕੀ ਹੈ ਜੀ? ਇਹਦੇ ਵਿਰੁੱਧ ਕੀ ਹੈ? ਹੁਣ ਕੀ ਹੈ ਇਹਦੇ ਦੂਜੇ ਪਾਸੇ? ਸਹਿਣਸ਼ੀਲਤਾ। ਤੇ ਸਹਿਣਸ਼ੀਲਤਾ ਕਿੰਨਾ ਚਿਰ ਰਹਿ ਸਕਦੀ ਹੈ? ਸਾਰੀ ਜ਼ਿੰਦਗੀ। ਮੈਂ ਨਾ ਵਰਤੀ ਕਿਸੇ ਹੋਰ ਕੋਲੇ ਰਹੇਗੀ, ਇਸ ਦੁਨੀਆ ਤੇ ਸਦਾ ਰਹੇਗੀ। ਗੁਣ ਸਦਾ ਰਹਿਣਗੇ। ਤੇ ਇਦਾਂ ਵੀ ਕਿਹਾ ਜਾਂਦਾ ਹੈ ਕਿ ਜੇ ਰੱਬ ਨੂੰ ਦੇਖਣਾ, ਰੱਬ ਗੁਣ ਬਣ ਕੇ ਆਉਂਦਾ ਹੈ, ਰੱਬ ਗਿਆਨ ਬਣ ਕੇ ਆਉਂਦਾ ਹੈ, ਰੱਬ ਸਲਾਹ ਬਣ ਕੇ ਆਉਂਦਾ ਹੈ, ਰੱਬ ਸ਼ਕਤੀ ਬਣ ਕੇ ਆਉਂਦਾ ਹੈ। ਉਹ ਜਿੱਤੇ ਉਹ ਨਿਰੰਕਾਰ ਆ, ਉਹ ਨਿਜ਼ਮ ਬਣ ਕੇ ਆਉਂਦਾ ਹੈ, ਉਹਦਾ ਆਕਾਰ ਹੀ ਕੋਈ ਨਹੀਂ। ਤੇ ਉਹ ਜਿਹੜਾ ਦੁਆਪਰ ਰਥ ਤਪੈਗਾ ਸਤ ਲੱਗਿਆ ਰਹੇਗਾ। ਤੇ ਜਦੋਂ ਗੁਣ ਜ਼ਿੰਦਗੀ ਨੂੰ ਚਲਾਉਣ ਲੱਗ ਜਾਣ, ਜਦੋਂ ਗਿਆਨ ਜ਼ਿੰਦਗੀ ਨੂੰ ਚਲਾਉਣ ਲੱਗ ਜਾਵੇ, ਗਿਆਨ ਵੰਡਣ ਦਾ ਵਿਸ਼ਾ ਨਹੀਂ। ਆਪਾਂ ਕਹਿ ਦਿੰਦੇ ਹਾਂ ਆਮ ਸ਼ਬਦਾਵਲੀ 'ਚ ਕਿ ਗਿਆਨ ਦੇ ਰਹੇ ਆ ਜਾਂ ਗਿਆਨ ਵੰਡ ਰਹੇ ਆ। ਐਕਚੁਅਲੀ ਗਿਆਨ ਸ਼ੇਅਰ ਕੀਤਾ ਜਾਂਦਾ, ਗਿਆਨ ਲੈਣ ਦੀ ਬਿਰਤੀ। ਦੇਖਣ ਵਾਲੇ ਨੂੰ ਲੱਗਦਾ ਹੋਏਗਾ ਕਿ ਮੈਂ ਇਕੱਲਾ ਬੋਲ ਰਿਹਾ, ਬਾਕੀ ਸੁਣ ਰਹੇ ਨੇ, ਤੇ ਸ਼ਾਇਦ ਇੱਧਰੋਂ ਕੋਈ ਵਿਚਾਰਧਾਰਾ ਜਾ ਰਹੀ। ਨਹੀਂ, ਮੈਨੂੰ ਤੁਹਾਡੇ ਵੱਲੋਂ ਵੀ ਬੜੀ ਮਿਲ ਰਹੀ ਹੈ ਵਿਚਾਰਧਾਰਾ। ਜਦੋਂ ਮੈਂ ਇਹ ਗੱਲ ਕਹੀ, ਇਹ ਵੀਰ ਨੇ ਸਿਰ ਹਿਲਾਇਆ, ਤੇ ਮੈਨੂੰ ਇੱਕ ਗਿਆਨ ਮਿਲ ਰਿਹਾ ਕਿ ਇਹ ਚੀਜ਼ ਸੋਲਿਡ ਹੈ। ਜਦੋਂ ਤੁਹਾਡੇ ਸਿਰ ਹਿਲਦੇ ਨੇ ਨਾ, ਤੁਹਾਡੇ ਹਿਲਦੇ ਹੋਏ ਸਿਰ ਮੈਨੂੰ ਇੱਕ ਗਿਆਨ ਦਿੰਦੇ ਨੇ ਕਿ ਆਹ ਗੱਲਾਂ, ਇਹਦਾ ਮਤਲਬ ਪੁਖਤਾ ਨੇ, ਸਮਾਜ ਵਿੱਚ ਕਰਨ ਵਾਲੀਆਂ ਨੇ। ਇਸ ਲਈ ਗਿਆਨ ਪੂਜਣ ਦਾ ਵਿਸ਼ਾ ਵੀ ਨਹੀਂ ਜੀ। ਅਸੀਂ ਇੱਥੇ ਵੀ ਮਾਰ ਖਾ ਗਏ। ਅਸੀਂ ਗਿਆਨ ਨੂੰ ਪੂਜਣ ਤੇ ਘਟਾ ਦਿੱਤਾ। ਗਿਆਨ ਤਾਂ ਜ਼ਿੰਦਗੀ 'ਚ ਜਿਉਣ ਦਾ ਵਿਸ਼ਾ ਸੀ, ਗਿਆਨ ਤਾਂ ਸਮਝਣ ਦਾ ਵਿਸ਼ਾ ਸੀ। ਤੇ ਉਸ ਵਾਸਤੇ ਇਹ ਸਾਰਾ ਕੁਝ ਗਿਆਨ ਨੇ ਦੱਸਣਾ ਤੇਰੇ ਲਈ ਸੱਤ ਕੀ ਹੈ। ਆਪਾਂ ਸਾਰੇ ਨੂਹਾਂ ਵਾਲੇ, ਮੈਨੂੰ ਲੱਗਦੀ ਹੈ ਵੀ ਆਪਾਂ 90% ਧੀਆਂ ਤੋਰ ਚੁੱਕੇ ਹਾਂ। ਨੂਹਾਂ ਕੀ ਕਦੀ ਧੀਆਂ ਨਹੀਂ ਸੀ ਖਿੱਚਦੀਆਂ? ਕੀ ਕਦੀ ਧੀਆਂ ਨਹੀਂ ਸੀ ਕੌੜਾ ਬੋਲਦੀਆਂ? ਕਿੰਨੀਆਂ ਚੰਗੀਆਂ ਲੱਗਦੀਆਂ ਸੀ। ਅੱਜ ਧੀਆਂ ਦਾ ਕੌੜਾ ਬੋਲਣਾ, ਧੀਆਂ ਦਾ ਖਿੱਚਣਾ ਅੱਜ ਵੀ ਘਰ ਵਿੱਚ ਅੱਜ
ਅੱਜ ਵੀ ਅੰਦਰੋਂ ਆਵਾਜ਼ ਕੱਢਦਾ ਧੀਆਂ ਨੂੰ ਯਾਦ ਕੇ ਮਰ ਜਾਣੀਏ, ਪਰ ਫਿਰ ਨੂੰ ਵੀ ਤਾਂ ਹੋ ਸਕਦੀ, ਨੂੰ ਵੀ ਤਾਂ ਏਦਾਂ ਬੋਲ ਸਕਦੀ। ਜਦੋਂ ਇਸ ਸੋਚ ਨਾਲ ਅਸੀਂ ਨੂੰ ਦੇਖਾਂਗੇ ਨਾ ਤਾਂ ਉਹ ਸੱਤ ਹੈ, ਉਹ ਸੱਤ ਹੈ ਜੀ, ਇਸ ਦੀ ਵੀ ਨਿਭਣ ਵਾਲਾ। ਮੈਂ ਹਾਂਜੀ, ਮੈਂ ਅਗਲਾ ਇਹਦਾ ਪੱਖ ਵੀ ਦੇਣ ਲੱਗਾ ਜੀ ਕਿ ਇੱਕ ਧੀ ਜ਼ਿੰਦਗੀ ਦਾ ਤੀਜਾ ਹਿੱਸਾ ਪਰਿਵਾਰ ਵਿੱਚ ਕੱਢ ਕੇ ਆਉਂਦੀ ਹੈ। ਜਿਸ ਪਰਿਵਾਰ ਨੂੰ ਸਭ ਕੁਝ ਜਾਣਦੀ ਸੀ ਉਹਨੂੰ ਛੱਡ ਕੇ ਉਸ ਪਰਿਵਾਰ ਵਿੱਚ ਚਲੀ ਹੈ ਜਿਸ ਪਰਿਵਾਰ ਬਾਰੇ ਪਤਾ ਨਹੀਂ, ਹੈ ਨਾ। ਤਾਂ ਮਾਂ ਰੁੱਸਦੀ ਸੀ, ਧੀ ਮਾਂ ਤੋਂ ਰੁੱਸਦੀ ਸੀ। ਜਦੋਂ ਧੀ ਮਾਂ ਤੋਂ ਰੁੱਸਦੀ ਸੀ, ਮਾਂ ਮਨਾ ਲੈਂਦੀ ਸੀ, ਪਰ ਧੀ ਨੂੰ ਸਿਖਾਉਣਾ ਪਵੇਗਾ ਧੀਏ ਹੈ ਤਾਂ ਸੱਸ ਮਾਂ, ਪਰ ਹੋ ਸਕਦਾ ਨਾ ਮਨਾਵੇ, ਹੋ ਸਕਦਾ ਨਾ ਮਨਾਵੇ। ਇਸ ਗੱਲ ਨੂੰ ਮੱਦੇ ਨਜ਼ਰ ਰੱਖੀ। ਹਰ ਬੱਚੀ ਛੋਟੀ ਉਮਰ ਤੋਂ, ਇੱਥੇ ਤਾਂ ਬਹੁਤਾ ਹੀ ਹੈ ਜੀ, ਬੱਚਾ ਬੱਚੀ ਆਪਣੀ ਗੱਲ ਮਨਾਉਣ ਵਾਸਤੇ, ਹੁਣ ਤੇ ਸਾਈਕੋਲੋਜੀ ਕਹਿੰਦੀ ਹੈ ਕਿ ਜਦੋਂ ਬੱਚਾ ਉੱਚੀ ਉੱਚੀ ਰੋਂਦਾ ਹੈ ਨਾ ਜੀ, ਰੋਂਦਾ ਹੈ ਜਾਂ ਚੀਜ਼ਾਂ ਖਿਲਾਰਦਾ, ਉਹ ਤੁਹਾਡਾ ਧਿਆਨ ਮੰਗ ਰਿਹਾ ਜੀ। ਸਾਈਕੋਲੋਜੀ ਇਹ ਕਹਿ ਰਹੀ ਹੈ ਤੁਹਾਡਾ ਧਿਆਨ ਮੰਗ, ਤੇ ਤੁਹਾਨੂੰ ਉਹਦੇ ਵੱਲ ਅਟਰੈਕਟ ਹੋ ਕੇ ਉਹਦੇ ਧਿਆਨ ਨੂੰ ਡਾਇਵਰਟ ਕਰਨ ਵਾਸਤੇ ਪਾਸੇ ਲਿਜਾਣਾ ਚਾਹੀਦਾ। ਉਹਨੂੰ ਝਿੜਕੋ ਨਾ ਉਸ ਵੇਲੇ ਨਾ ਝਿੜਕੋ, ਉਹ ਤੁਹਾਡਾ ਧਿਆਨ ਮੰਗਣ ਵਾਸਤੇ ਸਭ ਕੁਝ ਕਰਦਾ ਹੈ। ਤੇ ਜਦੋਂ ਬੱਚੀ ਧਿਆਨ ਮੰਗਣ ਵਾਸਤੇ ਰੁੱਸਦੀ ਹੈ, ਮਾਂ ਕਹਿੰਦੀ ਪੁੱਤ ਰੋਟੀ ਖਾ ਲੈ, ਤੇ ਕਹਿੰਦੇ ਮੈਨੂੰ ਭੁੱਖ ਨਹੀਂ, ਬੱਚਾ ਵੀ ਕਰਦਾ ਤੇ ਮਾਂ ਮਨਾ ਲੈਂਦੀ। ਤੇ ਧੀਆਂ ਨੂੰ ਸਮਝਾਉਣ ਦੀ ਲੋੜ ਹੈ ਕਿ ਇਹ ਫਾਰਮੂਲਾ ਸਿਰਫ ਮਾਂ ਦੇ ਕੋਲ ਹੀ ਚੱਲੇਗਾ, ਸਹੁਰੇ ਘਰ ਵਿੱਚ ਨਾ। ਬੜੀਆਂ ਗੱਲਾਂ ਨੇ, ਉਹ ਜਿਹੜੀਆਂ ਸਿੱਖਿਆਵਾਂ ਆਪਾਂ ਜਿਹਨੂੰ ਕਹਿੰਦੇ ਆ, ਉਹ ਜਿਹੜੀਆਂ ਸਿੱਖਿਆਵਾਂ ਨੇ ਉਹ ਸਦੀਵੀ ਚੱਲਣ ਵਾਲਾ ਸੱਤ ਹੈ। ਜਦੋਂ ਇਹ ਜ਼ਿੰਦਗੀ 'ਚ ਆ ਗਿਆ, ਇਹਦੇ ਅੰਦਰ ਦੁਆਪਰ, ਤ੍ਰੇਤਾ, ਸਤਯੁਗ ਤਿੰਨਾਂ ਦਾ ਗੁਣ ਆ ਗਿਆ। ਤੇ ਚੌਥਾ ਬੜਾ ਖਤਰਨਾਕ ਹੈ, ਕਲਯੁਗ ਰਥ ਅਗਨ ਕਾ, ਲੋਭ ਲਾਲਚ ਦੀ ਅੱਗ, ਹੰਕਾਰ ਦੀ ਅੱਗ, ਨਫ਼ਰਤ ਦੀ ਅੱਗ। ਇਹ ਤਿੰਨੋਂ ਪਤਾ ਕੀ ਕਰਾ ਦਿੰਦੀਆਂ ਨੇ? ਗੁਰਦੁਆਰੇ ਵਿੱਚ ਝਗੜਾ ਕਰਾ ਦਿੰਦੀਆਂ ਨੇ। ਦਰਬਾਰ ਸਾਹਿਬ 'ਚ ਅਨਾਉਂਸਮੈਂਟ ਹੋ ਜਾਂਦੀ ਹੈ ਜੀ, ਗੁਰੂ ਗ੍ਰੰਥ ਸਾਹਿਬ ਸੁਖਾਸਨ ਕਰ ਦਿਓ, ਕਿਤੇ ਬੇਅਦਬੀ ਨਾ ਹੋ ਜਾਵੇ। ਕਹਿਣਾ ਚਾਹੀਦਾ ਬੇਅਦਬੀ ਕਰ ਨਾ ਦੇਣ। ਕੌਣ? ਆਪਣੇ। ਕੌਣ ਹੁੰਦੇ? ਉਹਦੇ 'ਚ ਬੇਗਾਨੇ ਹੈਗੇ ਨੇ। ਜਿੱਥੇ ਜਿੱਥੇ ਵੀ ਇਦਾਂ ਹੋਇਆ, ਗੁਰੂ ਗ੍ਰੰਥ ਸਾਹਿਬ ਜੀ ਸੁਖਾਸਨ ਕਰਨੇ ਪਏ। ਕੋਈ ਸਤਨਾਮ ਵਾਹਿਗੁਰੂ ਦਾ ਜਾਪ ਕਰ ਰਿਹਾ ਹੈ, ਕਿਸ ਗੱਲ ਤੋਂ ਸੁਖਾਸਨ ਕਰਨੇ ਪਏ? ਹੱਦ ਹੋ ਗਈ। ਜਸਟਿਨ ਟਰੂਡੋ ਨੂੰ ਕਹੋ ਤੁਸੀਂ ਚਲੇ ਜਾਓ। ਇਹ ਕਿਵੇਂ ਹੋਏਗਾ? ਜਸਟਿਨ ਟਰੂਡੋ ਦੀ ਸਿਕਿਉਰਿਟੀ ਹੁੰਦੀ ਹੈ, ਇਹ ਕਿਉਂ ਚਲੇ ਜਾਓ? ਆ ਜਿਹੜੇ ਰੌਲਾ ਪਾਉਣ ਵਾਲੇ, ਇਹਨਾਂ ਨੂੰ ਪਾਸੇ ਧੱਕਿਆ ਜਾਵੇ। ਉਹਨਾਂ ਨੂੰ ਕਿਹਾ ਜਾਵੇ ਕਿ ਇੱਥੇ ਆਹ ਕੁਛ ਕਰਨ ਵਾਲਾ ਨਹੀਂ। ਇਹ ਕਿਉਂ ਹੋ ਗਿਆ? ਕਿਉਂਕਿ ਹੰਕਾਰ ਵੀ ਅੰਦਰ ਚੱਕ ਲਿਆਂਦਾ, ਨਫ਼ਰਤ ਵੀ ਅੰਦਰ ਚੱਕ ਲਿਆਂਦੀ, ਤੇ ਕ੍ਰੋਧ ਵੀ ਚੱਕ ਲਿਆਂਦਾ। ਸਾਰੇ ਸਿਆਣੇ ਬੈਠੇ ਹੋ, ਅਗਰ ਨਫ਼ਰਤ, ਕ੍ਰੋਧ ਤੇ ਹੰਕਾਰ ਨਾ ਹੋਵੇ, ਲੜਾਈ ਪੈ ਸਕਦੀ ਹੈ। ਫਿਰ ਪਤਾ ਕੀ ਹੋਏਗਾ? ਸਾਹਮਣੇ ਵਾਲਾ ਧੱਕਾ ਕਰਦਾ ਹੈ, ਕਦੀ ਕਦੀ ਤੁਹਾਨੂੰ ਮੂੰਹ ਤੇ ਮੂੰਹ ਸੁੱਟਦਾ ਹੈ, ਕਦੀ ਕਦੀ ਤੁਹਾਡੇ ਰਾਹ ਵਿੱਚ ਰੁਕਾਵਟ ਖੜੀ ਕਰ ਦਿੰਦਾ ਹੈ, ਬਿਨਾਂ ਕਸੂਰ ਤੋਂ ਤੁਹਾਨੂੰ ਦੋਸ਼ੀ ਸਿੱਧ ਕਰਦਾ ਹੈ। ਪਰ ਜਦੋਂ ਬੰਦਾ ਪਿੱਛੇ ਹਟ ਜਾਂਦਾ ਨਾ, ਚੁੱਪ ਹੋ ਜਾਂਦਾ ਵੀ ਮੈਂ ਇਹਦਾ ਪਾਰਟ ਨਹੀਂ ਬਣਨਾ, ਕੱਲ ਨੂੰ ਜਦੋਂ ਇਤਿਹਾਸ ਬਣੇਗਾ ਲੜਾਈ ਹੋਈ ਸੀ, ਮੈਂ ਉਹਦਾ ਹਿੱਸਾ ਨਹੀਂ ਬਣਨਾ, ਤਾਂ ਇਹ ਕਦੀ ਵੀ ਨਹੀਂ ਹੋ ਸਕਦੀ। ਕਲਯੁਗ ਰਥ ਅਗਨ ਕਾ, ਜਦੋਂ ਅੰਦਰ ਅੱਗ ਦਾ ਰਥ ਹੈ ਨਾ ਜੀ, ਕ੍ਰੋਧ ਇੱਕ ਅੱਗ ਹੈ, ਨਫ਼ਰਤ ਇੱਕ ਅੱਗ ਹੈ, ਲੋਭ ਇੱਕ ਅੱਗ ਹੈ, ਹੰਕਾਰ ਇੱਕ ਅੱਗ ਹੈ। ਜਦੋਂ ਇਹ ਅੱਗ ਦਾ ਰਥ ਹੈ ਨਾ, ਤੇ ਉਹਦਾ ਰਥਵਾਨ ਕੌਣ ਹੈ? ਝੂਠ। ਇੱਥੇ ਮੈਂ ਇੱਕ ਬੇਨਤੀ ਕਰਾਂ, ਸੋਚਿਓ ਕਦੀ ਆਪਾਂ, ਕਿਉਂਕਿ ਆਪਾਂ ਬੱਚਿਆਂ ਨੂੰ, ਅਗਲੇ ਬੱਚਿਆਂ ਨੂੰ ਵਿਰਸਾ ਅਸੀਂ ਦੱਸਣਾ ਹੈ। ਜੇ ਆਪਾਂ ਨਾ ਦੱਸਿਆ ਤਾਂ ਉਹਨਾਂ ਨੂੰ ਕਿਸੇ ਨੇ ਵਿਰਸਾ ਨਹੀਂ ਸਾਡਾ ਦੱਸਣਾ। ਜਪਜੀ ਸਾਹਿਬ ਦੇ ਵਿੱਚ ਜੇ ਸਭ ਤੋਂ ਪਹਿਲੀ ਕੋਈ ਗੱਲ ਸਿਖਾਈ ਗਈ ਹੈ ਜਪਜੀ ਸਾਹਿਬ ਦੇ ਵਿੱਚ, ਪਹਿਲਾਂ ਤਾਂ ਰੱਬ ਕਿਹੋ ਜਿਹਾ, ਕਿਹੋ ਜਿਹੇ ਗੁਣਾਂ ਵਾਲਾ ਹੈ। ਤੇ ਜਦੋਂ ਸਿਖਾਈ ਗਈ ਇਹਨੂੰ, ਇਹ ਸਿਖਾਈ ਗਈ ਹੈ ਕਿ ਤੂੰ ਲੱਖਾਂ ਯਤਨ ਕਰ ਲਈ, ਇਹ ਚੁਸਤ ਚਲਾਕੀਆਂ ਸਿਆਣਪਾਂ ਕਦੀ ਕੰਮ ਨਹੀਂ ਦੇਣਗੀਆਂ। ਜਦੋਂ ਤੂੰ ਖੁਦ ਫਸੇਗਾ ਨਾ, ਤੈਨੂੰ ਖੁਦ ਆਪਣੇ ਆਪ ਨੂੰ ਫਸੇ ਹੋਏ ਨੂੰ ਕੰਮ ਨਹੀਂ ਦੇਣਗੀਆਂ ਚੁਸਤ ਚਲਾਕੀਆਂ। ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ। ਪਹਿਲੀ ਗੱਲ ਇਹ ਸਿਖਾਈ ਗਈ। ਤੇ ਮੈਂ ਅੱਜ ਸਵਾਲ ਪੁੱਛਣਾ ਚਾਹਾਂਗਾ, ਸਾਡੇ ਧਾਰਮਿਕ ਸਥਾਨਾਂ ਦੀਆਂ ਵੀ ਜਿਹੜੀਆਂ ਪਦਵੀਆਂ ਨੇ ਉਹ ਲੈਣ ਵਾਸਤੇ ਚੁਸਤ ਚਲਾਕੀਆਂ ਨਹੀਂ ਵਰਤੀਆਂ ਜਾ ਰਹੀਆਂ?
ਜਦੋਂ ਵੀ ਕਿਸੇ ਨੂੰ ਨੀਵਾਂ ਦਿਖਾਇਆ ਜਾਂਦਾ, ਜਦੋਂ ਵੀ ਕਿਸੇ ਦੇ ਰਾਹ 'ਚ ਰੁਕਾਵਟ ਖੜੀ ਕੀਤੀ ਜਾਂਦੀ ਹੈ, ਜਦੋਂ ਵੀ ਕਿਸੇ ਨੂੰ ਰਾਹ ਰੋਕਣ ਲਈ ਨੈਰੇਟਿਵ ਸਿਰਜੇ ਜਾਂਦੇ ਨੇ, ਕੀ ਉਹ ਸਿਆਣਪਾਂ ਚੁਸਤ ਚਲਾਕੀਆਂ ਨਹੀਂ ਵਰਤੀਆਂ ਜਾਂਦੀਆਂ? ਇਹ ਚੁਸਤ ਚਲਾਕੀਆਂ ਕਦੀ ਵੀ ਕਿਸੇ ਨੂੰ ਤਣ ਪੱਤਾ ਨਹੀਂ ਲੱਗਣ ਦੇਣਗੀਆਂ। ਅਗਰ ਕਮਿਊਨਿਟੀ ਲੈਵਲ ਦੀਆਂ ਹੋ ਗਈਆਂ, ਕੌਮ ਨੂੰ ਅੱਗੇ ਨਹੀਂ ਵਧਣ ਦੇਣਗੀਆਂ। ਸਮਾਜਿਕ ਲੈਵਲ ਦੀਆਂ ਆ ਗਈਆਂ, ਸਮਾਜ ਨੂੰ ਅੱਗੇ ਵੀ ਨਹੀਂ ਵਧਣ ਦੇਣਗੀਆਂ। ਜਿਸ ਘਰ ਵਿੱਚ ਚੁਸਤ ਚਲਾਕੀਆਂ ਹੋਣਗੀਆਂ, ਘਰ ਨੂੰ ਅੱਗੇ ਨਹੀਂ ਵਧਣ ਦੇਣਗੀਆਂ। ਤਾਂ ਇਸ ਲਈ ਕਲਯੁਗ ਰਥ ਅਗਨ ਕਾ ਕੂੜ ਅਗਰ ਅਥਵਾ, ਇਹ ਚਾਰ ਸਿਚੁਏਸ਼ਨ ਸਟੇਟਸ ਆਫ ਮਾਈਂਡ ਦੀਆਂ ਸਾਡੇ ਸਾਹਮਣੇ ਰੱਖ ਤੇ ਸਾਡੇ ਸਾਹਮਣੇ ਇਹ ਸਟੇਟਸ ਜਿਹੜਾ ਮਾਈਂਡ ਦਾ ਕਬ ਹੁੰਦੀ ਹੈ, ਚੱਲਦਾ ਹੈ, ਕਬ ਬਜਾਏ ਪਿਆ। ਕਦੀ ਤਾਂ ਮਨ ਬੜੀ ਨਿਮਰਤਾ ਵਿੱਚ ਕਹਿੰਦਾ ਹੈ ਕਿ ਮੈਂ ਤਾਂ ਜੀ ਬਹੁਤ ਨਹੀਂ, ਮੈਂ ਤੇ ਕੁਝ ਵੀ ਨਹੀਂ ਜੀ, ਤੇ ਉਹੀ ਮਨ ਕਹਿੰਦਾ ਇਹਨੂੰ ਸਭ ਕੁਝ ਸਿਖਾਵਾਂਗੇ, ਤੇ ਚੁਸਤ ਚਲਾਕੀਆਂ ਵਰਤ ਕੇ ਆਪਣੇ ਫਾਇਦੇ ਢੂੰਢਣ ਦੀ ਕੋਸ਼ਿਸ਼ ਕਰਦਾ ਹੈ। ਇਹ ਸਟੇਟਸ ਆਫ ਮਾਈਂਡ ਨੂੰ ਮੈਨੇਜ ਕਰਨ ਵਾਸਤੇ ਤੇ ਪਰਚੋਲਣ ਵਾਸਤੇ ਸਾਡੇ ਕੋਲ ਅਖੀਰ ਤੇ ਮੈਂ ਦੱਸਣਾ ਚਾਹਾਂਗਾ ਕਿ ਸਾਡਾ ਜੋ ਲਰਨਿੰਗ ਸੈਂਟਰ ਦੇ ਵਿੱਚ 10 ਕੋਰਸ ਨੇ ਜੀ, ਜਿਹਦੇ ਚੋਂ 3 ਕੋਰਸ ਜਿਹੜੇ ਨੇ ਪਰਿਵਾਰਾਂ ਵਾਸਤੇ ਵੀ ਨੇ। ਸੋਮਵਾਰ ਤੋਂ ਲੈ ਕੇ ਵੀਰਵਾਰ ਤੱਕ ਸ਼ਾਮ ਨੂੰ 6:30 ਵਜੇ ਤੋਂ ਲੈ ਕੇ 7:30 ਵਜੇ ਤੱਕ 1 ਘੰਟਾ ਗੁਰਬਾਣੀ ਦੀ ਅਰਥਾਂ ਸਮੇਤ ਸੰਥਿਆ ਚੱਲਦੀ ਹੈ। ਉਹਦੇ 'ਚ ਇਦਾਂ ਹੀ ਵਿਚਾਰਿਆ ਜਾਂਦਾ ਜਿਵੇਂ ਆਪਾਂ ਹੁਣ ਇੱਕ ਸ਼ਬਦ ਨੂੰ ਵਿਚਾਰਿਆ। ਉਹਦੇ 'ਚ ਇਹ ਨਹੀਂ ਹੈ ਕਿ ਅਸੀਂ ਕਿੰਨੀ ਵਿਚਾਰਨੀ ਹੈ, ਕਿ ਕਿੰਨੀ ਕੁ ਸਮਝ ਆ ਗਈ, ਕਿੰਨੀ ਕੁ ਡਿਸਕਸ ਹੋ ਗਈ, ਚਾਹੇ ਇੱਕ ਪਦਾ ਹੋ ਜਾਵੇ, ਚਾਹੇ ਇੱਕ ਹੋ ਜਾਵੇ, ਉਹ ਲੜੀਵਾਰ ਕੰਟੀਨਿਊ ਚੱਲ ਰਹੀ ਹੈ। ਤੁਹਾਡੇ 'ਚੋਂ ਮੈਂ ਉਮੀਦ ਕਰਾਂ 1 ਜਾਂ 2, 3 ਜਾਂ ਵੱਧ ਸੋਮਵਾਰ ਤੋਂ ਵੀਰਵਾਰ ਤੱਕ ਪਹੁੰਚਣ ਦੀ ਹਿੰਮਤ ਕਰਨਗੇ ਸ਼ਾਮ ਨੂੰ 6:30 ਵਜੇ ਤੋਂ 7:30 ਵਜੇ। ਮਾਫ ਕਰਨਾ ਜੀ, ਇੱਕ ਸਵਾਲ ਆਇਆ ਸੀਗਾ। ਗੱਲ ਪੂਰੀ ਹੋ ਜਾਵੇ ਜੀ। ਕਿਹੜੀ ਜਗ੍ਹਾ ਜੀ? ਗੱਲ ਪੂਰੀ ਹੋ ਜਾਵੇ ਜੀ। ਗੱਲ ਪੂਰੀ ਕਿਹੜੀ ਜਗ੍ਹਾ? ਇੱਥੇ ਵੈਸਟ ਵਿੰਡ ਦੇ ਕੋਲ ਜੀ, ਵੈਸਟ ਵਿੰਡ ਸੁਪਰ ਸਟੋਰ ਪਰੇਰੀ ਵਿੰਡ ਪਾਰਕ ਦੇ। ਉਸ ਤੋਂ ਬਾਅਦ ਜੀ ਮੈਂ ਸਿਰਫ ਆਹ ਦੱਸ ਦੇਵਾਂ ਜੀ, ਉਸ ਤੋਂ ਬਾਅਦ ਕੋਈ ਨਹੀਂ। ਸੋਮਵਾਰ ਤੋਂ ਵੀਰਵਾਰ ਤੱਕ ਗੁਰਬਾਣੀ ਵਿਆਖਿਆ ਜੀ 6:30 ਤੋਂ 7:30। ਬਜ਼ੁਰਗਾਂ ਵਾਸਤੇ ਅਸੀਂ ਬੈਠਣ ਦਾ ਪ੍ਰਬੰਧ ਜਿਹੜਾ ਹੈ ਉਹ ਕੁਰਸੀਆਂ ਤੇ ਕੀਤਾ ਹੋਇਆ ਜੀ, ਕਿਉਂਕਿ ਅਸੀਂ ਟੀਵੀ ਤੋਂ ਡਿਸਪਲੇ ਕਰਕੇ ਕਰਦੇ ਹਾਂ, ਮਹਾਰਾਜ ਪ੍ਰਕਾਸ਼ ਨਹੀਂ ਕਰਦੇ। ਤਾਂ ਦੂਸਰਾ ਜਿਹੜਾ ਜੀ ਸ਼ੁੱਕਰਵਾਰ ਨੂੰ 3 ਘੰਟਿਆਂ ਦੀ ਕਲਾਸ ਹੁੰਦੀ ਹੈ, ਟੀਨੇਜਰ ਵਾਸਤੇ, ਬੱਚਿਆਂ ਵਾਸਤੇ ਹੈ ਜੀ। ਉਹਦੇ 'ਚ 3 ਕੋਰਸ ਨੇ ਜੀ। ਪਹਿਲਾ ਗੁਰਬਾਣੀ ਸੰਥਿਆ ਕੰਟੀਨਿਊ ਉਹਨਾਂ ਨੂੰ ਦਿੱਤੀ ਜਾਂਦੀ ਹੈ। ਜਿਹੜੇ ਪੰਜਾਬੀ ਪੜ੍ਹ ਲੈਂਦੇ ਨੇ ਪੋਥੀਆਂ ਪ੍ਰਕਾਸ਼ ਕਰਕੇ ਬੈਠਦੇ ਨੇ, ਜਿਨ੍ਹਾਂ ਨੂੰ ਪੰਜਾਬੀ ਨਹੀਂ ਆਉਂਦੀ ਉਹ ਟੀਵੀ ਤੋਂ ਡਿਸਪਲੇ ਹੁੰਦਾ, ਇੰਗਲਿਸ਼ ਪ੍ਰੋਨੰਸੀਏਸ਼ਨ ਦੇਖ ਕੇ ਕਰਦੇ ਨੇ। ਉਹ ਪਹਿਲਾ ਹੈ। ਤੇ ਦੂਜਾ ਕੋਰਸ ਉਸ ਤੋਂ ਬਾਅਦ ਹੈ ਜੀ ਗੁਰੂ ਹਿਸਟਰੀ। ਅਸੀਂ ਦਮਗਜੇ ਜਿੰਨੇ ਮਰਜ਼ੀ ਮਾਰੀ ਜਾਈਏ, ਪੈਸਾ ਤਾਂ ਅਸੀਂ ਮਣਾ ਮੂੰਹੀ ਬਹਾ ਦਿੱਤਾ। ਮੇਰੇ ਗੁਰੂ ਪਾਤਸ਼ਾਹ ਦੇ ਘਰ ਵਿੱਚ ਪਰਿਵਾਰਕ ਮੈਂਬਰ ਕਿਹੜੇ ਕਿਹੜੇ ਸੀ ਸਾਡੇ ਪੁੱਤਰਾਂ ਧੀਆਂ ਨੂੰ ਨਹੀਂ ਪਤਾ। ਗੁਰੂ ਸਾਹਿਬ ਕਿੱਥੋਂ ਕਿੱਥੋਂ ਦੇ ਰਹਿਣ ਵਾਲੇ ਸੀ ਨਹੀਂ ਪਤਾ। ਉਹਨਾਂ ਦੇ ਗੁਰਗੱਦੀ ਕਿੱਥੇ ਕਿਹੜੇ ਕਿਹੜੇ ਸ਼ਹਿਰ ਵਿੱਚ ਗੁਰਗੱਦੀ ਮਿਲੀ ਸੀ, ਜੋਤੀ ਜੋਤ ਕਿਹੜੇ ਕਿਹੜੇ ਸ਼ਹਿਰ ਵਿੱਚ ਸੀ, ਉਹਨਾਂ ਨੂੰ ਨਹੀਂ ਪਤਾ। ਆਪਾਂ ਪਛਾਣ ਨਹੀਂ ਸਕਦੇ। ਤੋਂ ਗੁਰੂ ਹਿਸਟਰੀ ਦੀ ਕਲਾਸ ਹੈ, ਜਿਹਦੇ ਵਿੱਚ ਅਸੀਂ ਇੱਕ ਗੁਰੂ ਸਾਹਿਬ ਦਾ ਉਹਦਾ ਪੂਰਾ ਸਿਲੇਬਸ ਬਣਿਆ ਹੋਇਆ ਤੇ ਉਹ ਦੱਸ ਕੇ ਉਸ ਤੋਂ ਬਾਅਦ ਯਾਦ ਕਰਵਾਏ ਜਾਂਦੇ। ਤੇ ਤੀਸਰਾ ਉਹਦੇ 'ਚ ਹੈਗਾ ਜੀ ਗੁਰਬਾਣੀ ਉਹਨਾਂ ਨੂੰ ਯਾਦ ਕਰਵਾਈ ਜਾਂਦੀ ਹੈ, ਸ਼ਬਦ ਯਾਦ ਕਰਵਾਏ ਜਾਂਦੇ ਨੇ। ਮੈਂ ਸੁਝਾਅ ਵੀ ਦੇਣਾ ਚਾਹਾਂਗਾ, ਬੱਚੇ ਨੂੰ ਸਟਾਰਟਿੰਗ ਤੇ ਤੋਰ ਲੈਣਾ, ਉਹ ਸ਼ਬਦ ਪਹਿਲਾਂ ਕੰਠ ਕਰਾ ਦਿਓ ਜਿਹੜੇ ਆਮ ਤੌਰ ਤੇ ਸੰਗਤ 'ਚ ਪੜ੍ਹੇ ਜਾਂਦੇ, ਆਨੰਦ ਸੁਣੋ ਬਟਭਾਗੀ ਹੋ ਜਾਂ ਸ਼ਲੋਕ ਪਵਨ ਗੁਰੂ ਪਾਣੀ ਪਿਤਾ, ਤਾਂ ਕਿ ਉਹਨੂੰ ਇੱਕ ਮਾਣ ਜਾਗੇਗਾ ਉਦੋਂ ਜਦੋਂ ਗਾਉਣਗੇ ਉਹ ਨਾਲ ਬੋਲੇਗਾ। ਤੇ ਉਹ ਗੁਰਬਾਣੀ ਕੰਠ ਦਾ ਸਾਡਾ ਸੈਟਰਡੇ ਦੇ 3 ਕੋਰਸ ਨੇ, 3 ਘੰਟਿਆਂ ਦੀ ਕਲਾਸ, 3 ਘੰਟਿਆਂ ਦੀ ਸੈਟਰਡੇ ਨੂੰ ਕਲਾਸ ਹੈ। ਸੈਟਰਡੇ ਨੂੰ ਅਸੀਂ ਇੱਕ ਗੁਰਮਤਿ ਐਕਟੀਵਿਟੀ ਹੈ, ਉਹਦੇ ਵਿੱਚ ਅਸੀਂ ਉਹਨਾਂ ਨੂੰ ਅਰਦਾਸ ਕਰਨੀ ਸਿਖਾਉਂਦੇ ਹਾਂ। ਹਰ ਸਿੱਖ ਨੂੰ ਆਪ ਅਰਦਾਸ ਕਰਨੀ ਚਾਹੀਦੀ ਹੈ, ਰੋਜ਼ਾਨਾ ਕਰਨੀ ਚਾਹੀਦੀ ਹੈ। ਤੇ ਅੱਜ ਆਪਾਂ ਸਾਰੇ ਆਪਣੇ ਆਪ ਨੂੰ ਜ਼ਰੂਰ ਪੁੱਛੋ ਕਿ ਘਰ ਵਿੱਚ ਅਰਦਾਸ ਕੀਤੀ ਸੀ ਕਿ ਨਹੀਂ, ਜਾਂ ਸਾਡੇ ਘਰ ਵਿੱਚ ਰੋਜ਼ਾਨਾ ਅਰਦਾਸ ਹੁੰਦੀ ਹੈ ਕਿ ਨਹੀਂ ਹੁੰਦੀ, ਤਾਂ ਅਸੀਂ ਕੁਝ ਪੁੱਛਾਂਗੇ ਕਿ ਸਾਡੇ ਘਰ ਵਿੱਚ ਰੋਜ਼ਾਨਾ ਹੁਕਮਨਾਮਾ ਚਾਹੇ ਸੈਂਚੀ ਤੋਂ ਲਿਆ ਜਾਂਦਾ ਕਿ ਨਹੀਂ ਲਿਆ ਜਾਂਦਾ। ਇਹ ਐਕਟੀਵਿਟੀ ਉਹਨਾਂ ਨੂੰ ਸਿਖਾਈ ਜਾਂਦੀ ਹੈ। ਉਸ ਤੋਂ ਬਾਅਦ ਅਗਲਾ ਹੈਗਾ ਜੀ, ਅਸੀਂ ਉਹਨਾਂ ਨੂੰ ਕੁਝ ਕੁਇਜ਼ ਦਿੰਦੇ ਹਾਂ, ਕੁਐਸਚਨ ਆਨਸਰ ਦਿੰਦੇ ਹਾਂ। ਕੁਐਸਚਨ ਆਨਸਰ ਉਹ ਯਾਦ ਕਰਦੇ ਨੇ, ਉਹਦੇ ਉੱਪਰ ਬਾਅਦ ਦੇ ਵਿੱਚ ਜਿਹੜਾ ਹੈ ਉਹ ਉਹਦਾ ਕੰਪੀਟੀਸ਼ਨ ਕਰਵਾ ਕੇ ਉਹਨਾਂ ਦਾ ਉਤਸ਼ਾਹ ਵਧਾਇਆ ਜਾਂਦਾ ਹੈ। ਤੇ ਇਸੇ ਤਰ੍ਹਾਂ ਹੀ ਉਹਨਾਂ ਨੂੰ ਲੈਕਚਰ ਦੇਣਾ ਸਿਖਾਇਆ ਜਾਂਦਾ। ਲੈਕਚਰ ਦੇਣਾ ਕਿਵੇਂ, ਡਿਸਕਸ਼ਨ ਕਿਵੇਂ ਕਰਨੀ ਹੈ। ਡਿਸਕਸ਼ਨ ਕਰਨ ਵਾਸਤੇ ਪਹਿਲਾਂ ਸਭ ਤੋਂ ਪਹਿਲਾਂ ਜ਼ਰੂਰੀ ਹੁੰਦਾ ਹੈ ਦੂਜੇ ਨੂੰ ਪੂਰਾ ਸੁਣਿਆ ਜਾਵੇ, ਉਹਨੇ ਕਿਹਾ ਕੀ ਹੈ।
ਨਹੀਂ ਤੇ ਕੀ ਹੋਏਗਾ, ਅਸੀਂ ਆਪਣੇ ਅੰਦਰੋਂ ਕੁਝ ਕੱਢਾਂਗੇ, ਉਹਦੇ ਨਾਲ ਮੇਲ ਨਹੀਂ ਖਾਏਗਾ। ਤੇ ਉਹ ਆਮ ਤੌਰ ਤੇ ਸੱਥਾਂ ਵਿੱਚ ਇਦਾਂ ਹੀ ਹੁੰਦਾ ਕਿ ਸਬਜੈਕਟ ਪੂਰਾ ਤੁਰਦਾ ਨਹੀਂ ਤੇ ਸਬਜੈਕਟ ਵਿੱਚੋਂ ਕੁਝ ਮਿਲਦਾ ਨਹੀਂ, ਇਸ ਤਰ੍ਹਾਂ। ਉਸ ਤੋਂ ਬਾਅਦ ਐਤਵਾਰ ਨੂੰ ਜਿਹੜਾ ਜੀ, ਐਤਵਾਰ ਨੂੰ ਪਹਿਲੀ ਕਲਾਸ ਜਿਹੜੀ ਆ, ਉਹ ਮੇਰਾ ਜਿਹੜਾ ਸਿਲੇਬਸ ਤਿਆਰ ਕੀਤਾ ਗਿਆ ਜੀ, 10 ਸਾਲ ਦਾ ਸਿਲੇਬਸ ਹੈ, 3 ਸਾਲ ਤੋਂ ਲੈ ਕੇ ਉਹਦੀ 15 ਸਾਲ ਦੀ ਉਮਰ ਤੱਕ ਦਾ। ਉਹਦੇ ਮੈਂ ਛੋਟੀ ਜਿਹੀ ਝਲਕ ਤੁਹਾਨੂੰ ਦੇ ਦੇਣਾ ਕਿ ਜਦੋਂ ਬੱਚਾ ਸੈਂਟੈਂਸ ਲਿਖਣੇ ਸਿੱਖ ਜਾਂਦਾ, ਵਾਕ ਬਣਾਉਣੇ ਸਿੱਖ ਜਾਂਦਾ, ਤਾਂ ਮੇਰੀ ਇੱਕ ਬੁੱਕ ਹੈ ਜੀ, ਮੈਂ ਤੋਂ ਮਾਣ ਤੱਕ ਦਾ ਸਫ਼ਰ। ਉਹਦੇ 'ਚ ਇੱਕ ਸਬਜੈਕਟ ਨੂੰ ਉਹ ਪੜ੍ਹਾਇਆ ਜਾਂਦਾ, ਫਿਰ ਉਹ ਲਿਖਾਇਆ ਜਾਂਦਾ, ਫਿਰ ਯਾਦ ਕਰਾਇਆ ਜਾਂਦਾ। 10 ਸੈਂਟੈਂਸ ਨੇ ਆਪਣੇ ਆਪ ਨਾਲ ਪ੍ਰੋਮਿਸ ਕਰਦਾ। ਜਿਵੇਂ ਉਹਦਾ ਪਹਿਲਾ ਚੈਪਟਰ ਹੈ ਮਾਤਾ ਪਿਤਾ ਦਾ ਆਗਿਆਕਾਰੀ ਬਣ, ਤੇ ਸੈਂਟੈਂਸ ਸ਼ੁਰੂ ਹੁੰਦਾ ਮੈਂ ਤੋਂ, ਮੈਂ ਆਗਿਆਕਾਰੀ ਬਣਨ ਵਾਸਤੇ ਆਹ ਕੁਝ ਕਰਾਂਗਾ। ਉਹ ਪ੍ਰੋਮਿਸ ਹੈ ਆਪਣੇ ਆਪ ਨਾਲ, ਜੇ ਉਹ ਨਿਭਾ ਦੇਗਾ ਉਹਦੇ ਪ੍ਰਿੰਸੀਪਲ ਬਣਨਗੇ, ਇੱਕ ਦਿਨ ਉਹ ਆਮ ਪੁੱਤਰਾਂ ਨਾਲੋਂ ਵਧੀਆ ਪੁੱਤਰ ਬਣ ਜਾਏਗਾ। ਜਿਹੜਾ ਆਮ ਪੁੱਤਰਾਂ ਨਾਲੋਂ ਵਧੀਆ ਪੁੱਤਰ ਹੋਏਗਾ, ਉਹਦੇ ਕੋਲ ਮਾਪਿਆਂ ਦੀ ਅਸੀਸ ਹੋਏਗੀ, ਦੂਜੇ ਨੇ ਮਾਪੇ ਰੋਲੇ ਹੋਣਗੇ, ਮਾਪੇ ਰਵਾਏ ਹੋਣਗੇ, ਮਾਪਿਆਂ ਨੂੰ ਚੋਟਾਂ ਮਾਰੀਆਂ ਹੋਣਗੀਆਂ, ਮਾਪਿਆਂ ਅੱਗੇ ਖਿਜਿਆ ਹੋਵੇਗਾ। ਇਸ ਲਈ ਉਹ ਮੈਂ ਤੋਂ ਮਾਣ ਤੱਕ ਇਸ ਤਰ੍ਹਾਂ ਦਾ ਸੀ। ਉਹ ਜਿਹੜੇ ਕੋਰਸਿਸ ਨੇ ਉਹਨੂੰ ਗੁਰਮਤ ਸੋਝੀ ਕੋਰਸਿਸ ਨਾਮ ਰੱਖਿਆ ਗਿਆ। ਉਸ ਤੋਂ ਬਾਅਦ ਸਾਡਾ ਲਾਸਟ ਹੈ ਜੀ, ਜੇ ਤੁਸੀਂ ਸੋਮਵਾਰ ਤੋਂ ਵੀਰਵਾਰ ਤੱਕ ਨਹੀਂ ਆ ਸਕਦੇ ਤਾਂ ਹਰ ਐਤਵਾਰ ਨੂੰ ਅਸੀਂ ਗੁਰੂ ਦੀ ਗਲਵਕੜੀ ਨਾਮ ਦਾ ਪ੍ਰੋਗਰਾਮ ਰੱਖਦੇ ਹਾਂ। ਉਹ ਹੈ ਸ਼ਾਮ ਨੂੰ 5 ਵਜੇ ਤੋਂ ਲੈ ਕੇ 7:30 6:30 ਵਜੇ ਤੱਕ, 1.5 ਘੰਟੇ ਦਾ ਪ੍ਰੋਗਰਾਮ ਹੈ ਜੀ। ਉਹਦੇ 'ਚ ਦਿਹਾੜੇ ਮਨਾਏ ਜਾਂਦੇ ਨੇ। ਔਰ ਆਪਾਂ ਜਿੰਨੇ ਬੈਠੇ ਆ, ਤੁਸੀਂ ਕਦੀ ਕਿਸੇ ਐਸੇ ਸਮਾਗਮ 'ਚ ਗਏ ਹੋ ਜਿੱਥੇ ਕਿਤੇ ਬੀਬੀ ਅਮਰੋ ਦਾ ਦਿਹਾੜਾ ਮਨਾਇਆ ਗਿਆ ਹੋਵੇ? ਕਦੀ ਜ਼ਿੰਦਗੀ 'ਚ ਹੋਇਆ ਜੀ, ਜਾਂ ਦੇਖਿਆ ਹੋਵੇ ਜੀ? ਮਰਦ ਪ੍ਰਧਾਨ ਸਮਾਜ 'ਚ ਜਿਵੇਂ ਆ, ਬੀਬੀ ਅਮਰੋ ਦਾ ਦਿਹਾੜਾ ਸਾਡੇ ਯਾਦ ਚੇਤੇ। ਚਮਕੌਰ ਦੀ ਗੜੀ ਮਨਾਉਂਦੇ ਆ ਨਾ ਜੀ, ਸ਼ਹੀਦੀ ਜੋੜ ਮੇਲਾ ਮਨਾਉਂਦੇ ਆ ਨਾ ਜੀ, ਤਾਂ ਉਹ ਬੀਬੀ ਹਰਸ਼ਰਨ ਕੌਰ ਜਿਹੜੀ ਸਾਹਿਬਜ਼ਾਦਿਆਂ ਦੀਆਂ ਮ੍ਰਿਤਕ ਦੇਹਾਂ ਦਾ ਸੰਸਕਾਰ ਕਰਦੀ ਹੈ, ਜਿਹਨੂੰ ਚੁੱਕ ਕੇ ਅੱਗ ਵਿੱਚ ਸੁੱਟ ਦਿੱਤਾ, ਉਹਦੀ ਗੱਲ ਹੁੰਦੀ ਹੈ। ਅਸੀਂ ਇਹ ਦਿਹਾੜੇ ਇਸ ਤਰ੍ਹਾਂ ਦੇ ਤਾਂ ਕਿ ਸਾਡੀ ਆਉਣ ਵਾਲੀ ਪੀੜ੍ਹੀ ਦੇ ਅੰਦਰ ਇਹ ਬਣ ਜਾਵੇ। ਬੀਬੀ ਰੂਪ ਕੌਰ, ਗੁਰੂ ਹਰਿ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜਾ ਰਹੇ ਨੇ ਗੁਰੂ ਕੇ ਗੁਰਸਿੱਖ ਨੇ ਨਾਲ। ਉਹਨਾਂ ਸਮਿਆਂ ਵਿੱਚ ਕੁੜੀ ਦਾ ਜੰਮਣਾ ਫਿਊਚਰ ਦਾ ਡਰ ਸਤਾਉਂਦਾ ਹੁੰਦਾ ਸੀ, ਤੇ ਜੰਮਦੀ ਕੁੜੀ ਨੂੰ ਛੁਰਾ ਲੈ ਕੇ ਮਾਰ ਦਿੱਤਾ ਜਾਂਦਾ ਸੀ ਜਾਂ ਬਾਹਰ ਸੁੱਟ ਦਿੱਤਾ ਜਾਂਦਾ ਸੀ। ਤਾਂ ਇਦਾਂ ਰੂੜੀਆਂ ਕਹਿ ਲਓ, ਇੱਕ ਢੇਰ ਆ ਮਿੱਟੀ ਦਾ, ਉਹਦੇ ਪਿੱਛੇ ਇੱਕ ਬੱਚੀ ਦੀ ਰੋਣ ਦੀ ਆਵਾਜ਼ ਆ ਰਹੀ ਹੈ। ਗੁਰੂ ਪਾਤਸ਼ਾਹ ਕਹਿੰਦੇ ਨੇ, ਗੁਰਸਿੱਖੋ, ਆ ਬੱਚੇ ਦੇ ਰੋਣ ਦੀ ਆਵਾਜ਼ ਆ ਰਹੀ ਹੈ, ਵੇਖਿਆ ਤਾਂ ਨਵ ਜਨਮਾ ਬੱਚਾ, ਪਰ ਉਹ ਬੱਚੀ ਹੈ। ਗੁਰਸਿੱਖ ਉਸ ਨੂੰ ਉਠਾਉਂਦੇ ਨੇ, ਨੈਚੁਰਲੀ ਜਿਹਨੇ ਸੁੱਟੀ ਹੈ, ਉਹ ਮਿੱਟੀ ਵਗੈਰਾ ਉਹਦਾ ਲੱਗੀ ਹੈ, ਸਾਫ਼ ਕੀਤਾ ਹੈ, ਰੇਸ਼ਮੀ ਵਸਤਰਾਂ ਵਿੱਚ। ਇਦਾਂ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਫੜਾਇਆ, ਤੇ ਗੁਰੂ ਸਾਹਿਬ ਇਦਾਂ ਗੋਦੀ 'ਚ ਲੈ ਕੇ, ਉਹਨੂੰ ਹੱਥਾਂ 'ਚ ਲੈ ਕੇ ਕਹਿੰਦੇ ਨੇ, ਇਹ ਤਾਂ ਬੜਾ ਰੂਪ ਚੜਿਆ ਹੈਗਾ, ਰੱਬੀ ਰੂਪ ਹੈ, ਇਹ ਤਾਂ ਮੇਰੀ ਬੇਟੀ ਹੈ ਰੂਪ ਕੌਰ। ਇਹ ਗੁਰੂ ਹਰਿ ਸਾਹਿਬ ਜੀ ਮਹਾਰਾਜ ਜੀ ਦੀ ਗੋਦ ਪਾਈ ਬੇਟੀ ਕਹਿ ਲੋ। ਉਹਨੇ ਵੱਡੀ ਹੋ ਕੇ ਇੱਕ ਪੁਸਤਕ ਲਿਖੀ ਹੈ ਜਿਹਦਾ ਨਾਮ ਹੈ ਗੁਰੂ ਕੇ ਮੂੰਹੋਂ ਕੀਆਂ ਸਾਖੀਆਂ। ਕਦੀ ਜ਼ਿੰਦਗੀ ਵਿੱਚ ਕਿਤੇ ਐਸਾ ਸਮਾਗਮ ਦੇਖਿਆ ਹੋਵੇ ਬੀਬੀ ਰੂਪ ਕੌਰ ਦਾ ਦਿਹਾੜਾ, ਮਾਤਾ ਗੰਗਾ ਜੀ ਦਾ ਦਿਹਾੜਾ, ਬੇਬੇ ਨਾਨਕੀ ਦਾ ਤਾਂ ਕਿਧਰੇ ਕਿਧਰੇ ਮਨਾਇਆ ਗਿਆ। ਤਾਂ ਅਸੀਂ ਉਹ ਦਿਹਾੜੇ ਜਿਹੜੇ ਐਤਵਾਰ ਨੂੰ ਮਨਾਉਂਦੇ ਹਾਂ। ਜੇ ਤੁਸੀਂ ਸੋਮਵਾਰ ਤੋਂ ਵੀਰਵਾਰ ਤੱਕ ਨਹੀਂ ਆ ਸਕਦੇ, ਮੈਂ ਉਮੀਦ ਕਰਾਂ ਕਿ ਤੁਸੀਂ ਐਤਵਾਰ ਨੂੰ ਜਿਹੜਾ ਹੈ ਉਹ ਉਸ ਪ੍ਰੋਗਰਾਮ ਵਿੱਚ ਜ਼ਰੂਰ ਆਇਆ ਕਰੋ। ਇਹ ਸਾਡਾ ਇੱਕ ਮਿਸ਼ਨ ਹੈ ਕਿ ਅਗਰ ਬੱਚਿਆਂ ਨੂੰ ਅਸੀਂ ਵਿਰਸਾ ਸਿਖਾ ਦੇਵਾਂਗੇ ਤਾਂ ਗੁਰੂ ਕੀ ਪੀੜ੍ਹੀ ਅੱਗੇ ਚੱਲ ਪਏਗੀ। ਨਹੀਂ ਤੇ ਜਿੰਨੇ ਵੀ ਇੱਥੇ 4 ਪੀੜ੍ਹੀਆਂ ਪਹਿਲਾਂ ਆਏ ਨੇ, ਵਿਚਾਰਿਆਂ ਦੇ ਘਰਾਂ ਵਿੱਚ ਗੁਰੂ ਕੀ ਪੀੜ੍ਹੀ ਰੁਕ ਗਈ। ਕਿਸੇ ਕਿਸੇ ਘਰ ਵਿੱਚ ਇਦਾਂ ਹੁੰਦਾ ਕਿ ਆਨੰਦ ਕਾਰਜ ਹੁੰਦੇ ਨੇ ਤੇ ਪਤਾ ਲੱਗ ਜਾਂਦਾ ਦਸਤਾਰ ਅੱਜ ਆਖਰੀ ਹੈ। ਗੁਰੂ ਪਾਤਸ਼ਾਹ ਕਿਰਪਾ ਕਰ, ਗੁਰੂ ਦਾ ਵਿਰਸਾ ਤਦ ਹੀ ਅੱਗੇ ਚੱਲਦਾ ਰਹੇਗਾ ਜੇ ਅਗਲੀਆਂ ਪੀੜ੍ਹੀਆਂ ਦੀ ਨੀਂਹ ਅਸੀਂ ਬਚਪਨ ਤੋਂ ਟੀਨੇਜ ਤੋਂ ਪੱਕੀ ਕਰਾਂਗੇ। ਉਹਦੇ ਲਈ ਇੱਕ ਸਿਲੇਬਸ ਤਿਆਰ ਕੀਤਾ ਗਿਆ, ਉਹਨੂੰ ਪ੍ਰੋਪਰ ਅਕੈਡਮਿਕ ਰੂਪ ਦੇ ਵਿੱਚ ਉਹਦੇ 'ਚ ਪੜ੍ਹਾਇਆ ਜਾਂਦਾ। ਕੋਈ ਵੀ ਵਲੰਟੀਅਰ ਕਰਨਾ ਹੋਵੇ, ਤੁਸੀਂ ਵਲੰਟੀਅਰ ਦੀ ਆਫਰ ਕੀਤੀ ਸੀ, ਅਗਰ ਤੁਸੀਂ ਵਲੰਟੀਅਰ ਕਰ ਸਕਦੇ ਹੋ, ਕੀ ਆ